ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ ਜੀ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਨੂੰ ਪੰਜਾਬ ਫੋਕਸ ਪ੍ਰੋਗਰਾਮ ਵਿੱਚ ਉਹਨਾਂ ਮਸਲਿਆਂ ਤੋਂ ਜਾਣੂ ਕਰਵਾਵਾਂਗੇ ਜਿਹੜੇ ਮਸਲੇ ਖਾਸ ਤੌਰ ਤੇ ਪੰਜਾਬ ਵਿੱਚ ਵਾਪਰਦੇ ਨੇ ਔਰ ਪੰਜਾਬੀ ਚਾਹੇ ਉਹ ਕਿਤੇ ਵੀ ਦੇਸ਼ ਤੋਂ ਦੂਰ ਬੈਠੇ ਨੇ ਉਹਨਾਂ ਤੋਂ ਜਾਣੂ ਹੁੰਦੇ ਰਹਿੰਦੇ ਆ। ਔਰ ਜਿਹੜੇ ਪੰਜਾਬ ਦੇ ਵਸਨੀਕ ਆ ਉਹਨਾਂ ਨੂੰ ਤਾਂ ਪਤਾ ਹੀ ਆ, ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਇਹ ਮਸਲੇ ਵਾਪਰਦੇ ਆ। ਔਰ ਅੱਜ ਮੇਰੇ ਨਾਲ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਫਰਮਾਨ ਨੇ ਸੰਜੀਵ ਯਸ਼ ਖੰਨਾ ਜੀ, ਔਰ ਇਹ ਖਾਸ ਤੌਰ ਤੇ ਉਹਨਾਂ ਮਸਲਿਆਂ ਨੂੰ ਲੈਂਦੇ ਨੇ ਜਿਹੜੇ ਮਸਲੇ ਸਾਡੇ ਪੰਜਾਬੀਆਂ ਨਾਲ ਵਾਪਰਦੇ ਆ। ਪਰ ਅੱਜ ਵੇਖਦੇ ਆ ਕਿ ਇਹ ਕਿਸ ਸਟੇਸ਼ਨ ਤੇ ਜਾਂਦੇ ਆ ਔਰ ਕਿੱਥੇ ਕਿਸ ਧਰਤੀ ਦੀ ਗੱਲ ਕਰਦੇ ਆ। ਸੰਜੀਵ ਖੰਨਾ ਜੀ, ਮੈਂ ਜੀ ਫਲਾਈਟ ਫੜ ਕੇ ਅਮਰੀਕਾ ਪਹੁੰਚਾਂਗਾ। ਕੀ ਬਾਤ ਹੈ। ਅਮਰੀਕਾ ਤੋਂ ਹੀ ਤੁਹਾਨੂੰ ਪਹਿਲੀ ਨਿਊਜ਼ ਲਿਆ ਕੇ ਦੇਣਾ। ਵਾਹ ਵਾਹ। ਕਿ FBI ਏਜੰਟਾਂ ਵੱਲੋਂ ਜਿਹੜੇ ਫਾਰਮਰ ਪ੍ਰੈਜ਼ੀਡੈਂਟ ਆਫ ਅਮਰੀਕਾ ਨੇ ਡੋਨਾਲਡ ਟਰੰਪ, ਉਹਨਾਂ ਦੇ ਘਰ ਵੱਡਾ ਛਾਪਾ ਮਾਰਿਆ ਗਿਆ ਜਿਸ ਵਿੱਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਸੋ ਇਹ ਮੇਰਾ ਖਿਆਲ ਪਹਿਲੀ ਵਾਰ ਇਤਿਹਾਸ 'ਚ ਹੋ ਰਿਹਾ ਅਮਰੀਕਾ ਦੇ ਕਿ ਇੱਦਾਂ ਸਾਬਕਾ ਰਾਸ਼ਟਰਪਤੀ ਦੇ ਘਰ ਛਾਪਾ FBI ਏਜੰਟਸ ਵੱਲੋਂ ਪੈ ਰਿਹਾ। ਤੇ ਉਹਨਾਂ ਵੱਲੋਂ ਇੱਕ ਸਟੇਟਮੈਂਟ ਵੀ ਜਾਰੀ ਹੋਈ ਹੈ ਔਰ ਮੈਂ ਸੋਚੀ ਪੈ ਗਿਆ ਕਿ ਇਹ ਕਿੱਦਾਂ ਦੀ ਸਟੇਟਮੈਂਟ ਆ। ਕਹਿੰਦੇ ਯਾਰ ਇਹ ਕੰਮ ਤੇ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਹੁੰਦਾ ਕਿ ਜਿਹੜੀਆਂ ਏਜੰਸੀਆਂ ਨੇ ਜਾ ਕੇ ਇੱਦਾਂ ਛਾਪੇ ਮਾਰਦੀਆਂ ਨੇ ਔਰ ਮੇਰੇ ਉੱਤੇ ਛਾਪਾ ਮਾਰਿਆ ਜਾ ਰਿਹਾ। ਸ਼ਾਇਦ ਅਗਲੀਆਂ ਇਲੈਕਸ਼ਨਸ ਨੂੰ ਮੁੱਖ ਰੱਖ ਕੇ ਮੇਰੇ ਖਿਲਾਫ ਕੋਈ ਕੇਸ ਦਰਜ ਕਰਨ ਦੀ ਇਹ ਇੱਕ ਸਾਜ਼ਿਸ਼ ਹੈ। ਹਾਂ, ਪਹਿਲੀ ਗੱਲ ਤਾਂ ਸਾਡੇ ਦਰਸ਼ਕ ਇਸ ਗੱਲ ਤੋਂ ਬਹੁਤ ਖੁਸ਼ ਵੀ ਹੋਣਗੇ ਕਿ ਤੁਸੀਂ ਪੰਜਾਬ ਦੀ ਧਰਤੀ ਤੇ ਜਿਹੜੇ ਮੁੱਦੇ ਨੇ ਅਸੀਂ ਬਾਅਦ 'ਚ ਡਿਸਕਸ ਕਰਦੇ ਹਾਂ ਔਰ ਤੁਸੀਂ ਸਿੱਧਾ ਅਮਰੀਕਾ ਦੀ ਫਲਾਈਟ ਲਈ ਆ ਵਾਸ਼ਿੰਗਟਨ ਪਹੁੰਚੇ ਜੇ। ਔਰ ਉੱਥੇ ਜੋ ਹੁਣ ਹੋਈ ਆ ਵਾਰਦਾਤ ਉਹ ਟਰੰਪ ਦੇ ਨਾਲ ਹੋਈ ਆ। ਉਹਨਾਂ ਦੇ ਟਰੰਪ ਦੇ ਰਿਹਾਇਸ਼ਗਾਹ 'ਤੇ ਜਿਹੜੀ ਆ FBI ਉਹਦਾ ਰੇਡ ਹੋਇਆ ਔਰ ਉਹ ਰੇਡ ਦਾ ਜਿਹੜਾ ਪਿੱਛੇ ਹੈਗਾ ਲਕੂਨਾ ਉਹ ਇਹ ਹੈਗਾ ਕਿ ਇਹ ਇਹਨਾਂ ਨੇ ਜਦੋਂ ਚਲੇ ਗਏ ਆਪਣੇ ਇਸ ਪੋਸਟ ਤੋਂ ਔਰ ਇਹਨਾਂ ਨੇ ਬਹੁਤ ਜਿਹੜੇ ਆ ਡਾਕੂਮੈਂਟਸ ਜੋ ਜਿਹੜੇ ਵਾਈਟ ਹਾਊਸ ਦੇ ਡਾਕੂਮੈਂਟਸ ਆ ਜਿਨ੍ਹਾਂ 'ਤੇ ਸਾਈਨ ਹੋਇਆ, ਜਿਨ੍ਹਾਂ 'ਚ ਕਈ ਸਹੂਲਤਾਂ ਵੀ ਆ ਲੋਕਾਂ ਨੂੰ ਔਰ ਕਈਆਂ ਦੀਆਂ ਰਿਪੋਰਟਸ ਵੀ ਹੈਗੀਆਂ, ਉਹ ਜਿਹੜੇ ਆ ਉਹ ਇਹਨਾਂ ਨੇ ਚੁੱਕ ਕੇ ਉਸੇ ਤਰ੍ਹਾਂ ਲਿਫਾਫਿਆਂ 'ਚ ਬੰਦ ਆਪਣੀ ਰਿਹਾਇਸ਼ਗਾਹ 'ਤੇ ਲੈਂਦੇ ਔਰ ਉਹਦੀ ਸ਼ਿਕਾਇਤ ਹੋਈ। ਦੇਖ ਲਓ ਇਹ ਕੇਵਲ ਹਿੰਦੁਸਤਾਨ 'ਚ ਨਹੀਂ ਕੰਮ ਹੁੰਦਾ, ਉਹਨਾਂ ਦੇਸ਼ਾਂ 'ਚ ਵੀ ਹੁੰਦਾ ਜਿਹੜੇ ਦੇਸ਼ ਇਸ ਵੇਲੇ ਸਿਖਰਾਂ ਦੀ ਜਿਹੜੀ ਆ ਉਪਾਧੀ 'ਤੇ ਬੈਠੇ ਆ, ਸਿਖਰਾਂ ਦੀ ਜਿਹੜੀ ਸਟੇਟਸ 'ਚ ਬੈਠੇ ਆ, ਉਹ ਲੋਕ ਵੀ ਇਹ ਕੰਮ ਕਰ ਜਾਂਦੇ ਆ। ਔਰ ਟਰੰਪ ਸਾਹਿਬ ਦਾ ਜਦੋਂ ਇਹਨਾਂ ਦੀ ਮਿਆਦ ਪੁੱਗੀ ਸੀ ਇਹਨਾਂ ਨੇ ਇਹ ਆਪਣਾ ਸਾਰਾ ਇਹ ਕੰਮ ਚੁੱਕ ਕੇ ਉਹ ਸਾਰਾ ਅਟੈਚੀ ਕੇਸ ਭਰ ਕੇ ਲੈ ਆਏ ਉੱਥੇ। ਔਰ ਇਹਦੇ 'ਚ ਇਹ ਵੀ ਦੱਸਿਆ ਜਾਂਦਾ ਕਿ ਇਹ ਜਿਹੜੇ ਕਾਗਜ਼ ਸੀਗੇ ਜਾਂ ਤਾਂ ਪਾੜ ਦਿੰਦੇ ਸੀਗੇ ਜਿਹੜੇ ਡਾਕੂਮੈਂਟਸ ਜ਼ਰੂਰੀ ਸੀਗਾ, ਜਾਂ ਉਹਨਾਂ ਨੂੰ ਵਾਸ਼ਰੂਮ 'ਚ ਉਹਨੂੰ ਉਹਦੇ ਵਿੱਚ ਟਾਇਲਟ ਸੁੱਟ ਕੇ ਫਲੈਸ਼ ਆਊਟ ਕਰ ਦਿੰਦੇ। ਔਰ ਉਹਦੇ 'ਚ ਵੀਡੀਓ ਵੀ ਲੱਭੀ ਉਹਨਾਂ ਨੂੰ। ਔਰ ਦੇਖ ਲਓ ਇੰਨੀ ਵੱਡੀ ਪੋਸਟ 'ਤੇ ਬਹਿ ਕੇ ਔਰ ਇਹਨਾਂ ਨੇ ਰੀਅਲ ਇਸਟੇਟ ਦਾ ਕੰਮ ਵੀ ਕੀਤਾ ਔਰ ਇਹ ਕੰਮ ਵਿੱਚ ਉਹਨਾਂ ਨੇ ਕਰ ਲਿਆ ਕਿ ਜਿਹੜਾ ਲੋਕਾਂ ਨੂੰ ਬਹੁਤ ਨੁਕਸਾਨਦੇਹ ਹੋ ਗਿਆ। ਜਦੋਂ ਵੀ ਰਾਸ਼ਟਰਪਤੀ ਇੰਨੀ ਵੱਡੀ ਪੋਸਟ ਆ ਔਰ ਇਹਦੀ ਸੁਰੱਖਿਆ ਦੀ ਸਿਕਿਉਰਿਟੀ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਮੈਨੂੰ ਲੱਗਦਾ ਕਿ ਸਾਡੀ ਜਿਹੜੀ Z+ ਸਿਕਿਉਰਿਟੀ ਹੈ ਜਾਂ ਪੂਰੇ ਹਿੰਦੁਸਤਾਨ ਦੀ ਸਿਕਿਉਰਿਟੀ ਦਾ ਜਿਹੜਾ ਖਰਚਾ ਕੇਵਲ ਇੱਕ ਪ੍ਰੈਜ਼ੀਡੈਂਟ 'ਤੇ ਹੁੰਦਾ। ਫਿਰ ਵੀ ਉੱਥੇ ਉਹਨਾਂ ਨੂੰ ਗੋਲੀ ਦੇ ਨਿਸ਼ਾਨਾ ਬਣਾਇਆ ਗਿਆ, ਕਈ ਪ੍ਰੈਜ਼ੀਡੈਂਟ ਮਾਰੇ ਗਏ, ਕੈਨੇਡੀਅਨ ਵਰਗੇ ਉਸ ਜਮਘਟੇ 'ਚ ਵੀ। ਪਰ ਜੋ ਵੀ ਹੈ ਇਤਿਹਾਸ ਇਹ ਗੱਲ ਕਰ ਰਿਹਾ, ਉਹਨਾਂ ਨੇ ਇਤਿਹਾਸ ਦੀ ਗੱਲ ਕੀਤੀ। ਇਬਰਾਹਿਮ ਲਿੰਕਨ ਨਾਲ ਵੀ ਹੋਇਆ। ਹਾਂ, ਇਬਰਾਹਿਮ ਲਿੰਕਨ ਨਾਲ। ਔਰ ਕਿੰਨਾ ਕੋਈ ਸਿਕਿਉਰਿਟੀ ਦੇ ਬਾਵਜੂਦ ਵੀ ਐਕਚੁਅਲੀ ਉਹ ਸਾਰਾ ਜਿਹੜਾ ਕਨਸੈਪਟ ਲਿੱਤਾ ਜਾ ਰਿਹਾ ਉਹ ਇਹ ਲਿੱਤਾ ਜਾ ਰਿਹਾ ਕਿ ਜੋ ਸਿਕਿਉਰਿਟੀ ਪਰਪਸ ਵਾਸਤੇ ਜੋ ਡਾਕੂਮੈਂਟਸ ਨੇ ਜਾਂ ਜੋ ਕੋਈ ਸੀਕ੍ਰੇਟ ਡਾਕੂਮੈਂਟਸ ਨੇ ਉਹਨਾਂ ਨੂੰ ਲੈ ਕੇ ਇਹ ਸਾਰੀ ਗੱਲਬਾਤ ਹੋ ਰਹੀ ਹੈ। ਔਰ ਅਸੀਂ ਦੇਖਿਆ ਵੀ ਹੈ ਕਿ ਜਦੋਂ ਉਹ ਨਹੀਂ ਰਹੇ ਸੀਗੇ ਰਾਸ਼ਟਰਪਤੀ ਉਦੋਂ ਉਹਨਾਂ ਦੇ ਕੁਝ ਸਮਰਥਕਾਂ ਨੇ ਹਮਲਾ ਵੀ ਕੀਤਾ ਗਵਰਨਮੈਂਟ ਬਿਲਡਿੰਗਸ ਦੇ ਉੱਤੇ। ਉਹ ਸਾਰੇ ਕੇਸ ਵੀ ਹੋਏ ਔਰ ਹੁਣ ਉਹਨਾਂ ਨੂੰ ਸਜ਼ਾਵਾਂ ਵੀ ਹੋਈਆਂ ਨੇ ਕੋਰਟ ਵੱਲੋਂ ਔਰ ਕਾਫੀ ਭਾਰੀ ਭਰਕਮ ਸਜ਼ਾਵਾਂ ਕੀਤੀਆਂ ਗਈਆਂ ਨੇ। ਖੈਰ ਅਮਰੀਕਾ ਦੀ ਧਰਤੀ 'ਤੇ ਜਦੋਂ ਸਜ਼ਾ ਵੀ ਹੁੰਦੀ ਹੈ ਤਾਂ 20 ਸਾਲ 40 ਸਾਲ ਇੱਦਾਂ ਸਜ਼ਾਵਾਂ ਹੁੰਦੀਆਂ ਨੇ, ਵੱਡੀਆਂ ਸਜ਼ਾਵਾਂ ਹੁੰਦੀਆਂ ਨੇ, ਉਹ ਵੀ ਅਸੀਂ ਦੇਖ ਚੁੱਕੇ ਹਾਂ। ਔਰ ਇਹ ਕਿਤੇ ਨਾ ਕਿਤੇ ਇਹ ਵੀ ਗੱਲ ਕਹਿ ਰਹੇ ਨੇ ਕਿ 2024 'ਚ ਜਿਹੜੀਆਂ ਇਲੈਕਸ਼ਨਸ ਹੋਣੀਆਂ ਨੇ ਅਮਰੀਕਾ ਦੇ ਵਿੱਚ, ਜਿਹੜੇ ਮੇਰੇ ਆਪੋਜੀਸ਼ਨਸ ਨੇ ਉਹ ਚਾਹੁੰਦੇ ਨੇ ਕਿ ਇਹਨਾਂ ਦੇ ਖਿਲਾਫ ਕੋਈ ਕੇਸ ਰਜਿਸਟਰ ਹੋ ਜਾਵੇ ਜਿਹਦਾ ਹਵਾਲਾ ਦੇ ਕੇ ਉਹਨਾਂ ਨੂੰ ਅਗਲੀ ਵਾਰ ਇਹ ਕਿਹਾ ਜਾਵੇ ਕਿ ਇਹ ਸ਼ਾਇਦ ਕੈਪੇਬਲ ਨਹੀਂ ਹੈਗੇ, ਇਹ ਨਹੀਂ ਲੜ ਸਕਦੇ ਚੋਣਾਂ। ਕੁਝ ਉਹਨਾਂ ਦੇ ਖਿਲਾਫ ਸਾਜ਼ਿਸ਼ ਰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡੋਨਾਲਡ ਟਰੰਪ ਨੇ ਆਪ ਕਿਹਾ, ਉਹਨਾਂ ਨੇ ਕਿਹਾ ਕਿ ਮੈਨੂੰ ਇਸ ਪਾਸੇ ਲਾਉਣ ਲਈ। ਇਹ ਇਸ ਕਰਕੇ ਵੀ ਹੁੰਦਾ ਜਦੋਂ ਸਾਡੇ ਇੱਥੇ ਮੰਤਰੀਆਂ ਤੇ ਕੈਬਨਿਟ ਮੰਤਰੀਆਂ ਦੇ ਕੋਈ ਕੇਸ ਹੋ ਜਾਂਦਾ ਤਾਂ ਉਹਦੇ ਸਿਆਸੀ ਮਾਮਲਾ ਇਹਦੇ ਤੇ ਸਾਡੀ ਕਿਹੜ ਕੱਢ ਰਿਹਾ। ਇਹ ਹਰ ਸਿਆਸੀ ਲੀਡਰ ਹਰ ਨੇਤਾ ਕਹੂਗਾ ਹੀ ਕਹੂਗਾ, ਕਿਉਂਕਿ ਉਹ ਇਹ ਨਹੀਂ ਦੇਖਦਾ ਕਿ ਮੇਰੇ ਵਿੱਚ ਮੈਂ ਕੀ ਕੁਝ ਕਰ ਦਿੱਤਾ, ਮੇਰੇ ਤੇ ਇਹ ਦੋਸ਼ ਮੜਿਆ ਗਿਆ ਤੇ ਮੈਂ ਇਹਦਾ ਜਵਾਬ ਦਊਂਗਾ। ਉਹ ਕਹੂਗਾ ਇਹਦੇ ਪਿੱਛੇ
ਹੋਰ ਹੈਗਾ ਕਿ ਰੂਲਿੰਗ ਪਾਰਟੀ ਮੈਨੂੰ ਤੰਗ ਕਰ ਰਹੀ ਹੈ। ਇਹ ਆਪਣੇ ਵੀ ਕਹਿੰਦੇ, ਬਾਕੀ ਵੀ ਕਹਿੰਦੇ ਹਿਊਮਨ ਸਾਈਕੀ ਹੈ, ਜਿੱਥੇ ਵੀ ਚਲ ਜਾਓ ਇਹ ਭਾਰਤ ਪੜ੍ਹਨੀ ਹੈ। ਉਹੀ ਡੋਨਲਡ ਟਰੰਪ ਨੇ ਵੀ ਕਹਿ ਦਿੱਤਾ ਵੀ ਆ ਇਸ ਕਰਕੇ ਅਗਲੀ ਇਲੈਕਸ਼ਨ ਆ, ਉਹਨਾਂ ਨੇ ਕਿਹਾ ਕਿ ਮੇਰੇ ਇਲੈਕਸ਼ਨ ਦੇ ਡਰ ਤੋਂ ਬਾਰੇ ਮੇਰੇ ਤੇ ਕੇਸ ਕਰ ਰਿਹਾ ਕਿ ਮੇਰਾ ਜਿਹੜਾ ਕਲੀਅਰ ਜਿਹੜਾ ਹਿਸਟਰੀ ਨਾ ਰਹੇ ਤਾਂ ਕਿ ਮੈਂ ਨੋਮੀਨੇਟ ਨਾ ਹੋ ਸਕਾਂ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਹਰੇਕ ਨੇ ਆਪਣਾ ਬਚਾਓ ਕਰਨਾ, ਉਹੀ ਪੋਲੀਟੀਕਲ ਵੈਂਡੇਟਾ ਵਾਲੀ ਗੱਲ ਹੋਏਗੀ। ਹਾਂ, ਇੱਕ ਚੀਜ਼ ਹੈ ਨਾ ਪੋਲੀਟੀਕਲ ਵੈਂਡੇਟਾ, ਅਸੀਂ ਅਕਸਰ ਕਹਿੰਦੇ ਹਾਂ ਕਿ ਉਹ ਕੀ ਚੀਜ਼ ਹੁੰਦੀ ਹੈ, ਥੋੜਾ ਐਕਸਪਲੇਨ ਕਰਦੇ ਹਾਂ। ਮੰਨ ਲਓ ਇੱਕ ਬਿਲਡਿੰਗ ਹੈ, ਉਹਦੇ ਅੰਦਰ 4 ਬਾਰੀਆਂ ਨੇ, ਤੇ ਇੱਕ ਬਾਰੀ ਦਾ ਸ਼ੀਸ਼ਾ ਬਿਲਕੁਲ ਠੀਕ ਹੈ, ਜਾਂ ਤੁਸੀਂ ਕਹ ਲਓ ਇੱਕ ਬਾਰੀ ਦਾ ਸ਼ੀਸ਼ਾ ਟੁੱਟਾ ਹੋਇਆ ਹੈ ਤੇ 3 ਬਾਰੀਆਂ ਦੇ ਸ਼ੀਸ਼ੇ ਬਿਲਕੁਲ ਸਲਾਮਤ ਨੇ। ਹੁਣ ਐਥਿਕਸ ਕੀ ਕਹਿੰਦੇ ਨੇ ਕਿ ਜਿਹੜੀ ਬਾਰੀ ਦਾ ਸ਼ੀਸ਼ਾ ਟੁੱਟਾ ਹੋਇਆ ਉਹ ਸ਼ੀਸ਼ਾ ਲਵਾ ਦਿਓ ਤਾਂ ਚਾਰੋਂ ਬਾਰੀਆਂ ਬਰਾਬਰ ਹੋ ਗਈਆਂ। ਪਰ ਪੋਲੀਟੀਕਲ ਵੈਂਡੇਟਾ ਕੀ ਕਹਿੰਦਾ, ਇੱਕ ਬਾਰੀ ਦਾ ਸ਼ੀਸ਼ਾ ਟੁੱਟਾ ਹੋਇਆ, 3 ਸਲਾਮਤ ਨੇ, ਉਹ ਤਿੰਨੋਂ ਵੀ ਤੋੜ ਦਿਓ, ਸਾਰੇ ਸ਼ੀਸ਼ੇ ਤੋੜ ਦਿਓ ਤਾਂ ਵੀ ਬਰਾਬਰ ਹੋ ਜਾਏਗਾ। ਦੈਟ ਇਜ਼ ਪੋਲੀਟੀਕਲ ਵੈਂਡੇਟਾ, ਔਰ ਉਹਦਾ ਹੀ ਰੈਫਰੈਂਸ ਹਮੇਸ਼ਾ ਦਿੱਤਾ ਜਾਂਦਾ ਹੈ। ਸੋ ਇਹ ਬਚਾਅ ਵਾਸਤੇ ਤੇ ਹਰ ਬੰਦਾ ਗੱਲ ਕਰਦਾ ਹੈ। ਦੇਸ਼ ਵਿੱਚ ਕਿਤੇ ਵੀ ਜਾਂ ਦੁਨੀਆ ਵਿੱਚ ਕਿਤੇ ਵੀ ਕੋਈ ਦੇਸ਼ ਦੇ ਵਿੱਚ ਕਿਸੇ ਵੱਡੇ ਪੋਲੀਟੀਕਲ ਲੀਡਰ ਨੂੰ ਜਦੋਂ ਹੱਥ ਪਾਉਂਦੀਆਂ ਨੇ ਏਜੰਸੀਆਂ, ਉਹ ਇਹ ਕਹਿੰਦਾ ਹੈ। ਬਟ ਬਾਕੀ ਤੁਸੀਂ ਕਿਹਾ ਵੀਡੀਓਜ਼ ਦੀ ਗੱਲ ਹੋਈ ਹੈ, ਇੰਪੋਰਟੈਂਟ ਡਾਕੂਮੈਂਟਸ ਡਿਸਟਰੋਏ ਕਰਨ ਦੀ ਗੱਲ ਹੋਈ ਆ, ਔਰ ਇਸ ਦਾ ਸ਼ਿਕਾਇਤਾਂ ਵੀ ਮਿਲੀਆਂ ਨੇ ਕਿ ਬੈਗ ਭਰ ਕੇ ਘਰ ਲੈ ਗਏ ਨੇ। ਸੋ ਲੈਟ ਅਸ ਸੀ ਕਿ ਅੱਗੇ ਜਾ ਕੇ ਕੀ ਨਿਕਲਦਾ। ਸ਼ਾਇਦ ਕੁਝ ਨਿਕਲ ਵੀ ਆਵੇ ਤੇ ਸ਼ਾਇਦ ਕੁਝ ਨਾ ਵੀ ਨਿਕਲੇ, ਹੋ ਸਕਦਾ ਹੈ। ਟਰੰਪ ਸਾਹਿਬ ਸਹੀ ਕਹਿੰਦੇ ਹੁਣ ਕਿ ਪੋਲੀਟੀਕਲ ਵੈਂਡੇਟਾ, ਚਲੋ ਇਹ ਤੇ ਹੁਣ ਆਉਣ ਵਾਲਾ ਵਕਤ ਦੱਸੇਗਾ। ਤੁਸੀਂ ਆਪਾਂ ਅਮਰੀਕਾ ਦੀ ਗੱਲ ਕਰ ਰਹੇ, ਆਪਾਂ ਫਿਰ ਮੁੜ ਕੇ ਆਪਣੀ ਧਰਤੀ ਤੇ ਇਹ ਕਿ ਦਰਸ਼ਕਾਂ ਨੂੰ ਐਗਜ਼ਾਮਪਲ ਤਾਂ ਉਹੀ ਦੇਣੀ ਪਊਗੀ ਜਿਹੜੀ ਸਾਡੇ ਦੇਸ਼ 'ਚ ਵੀ ਵਾਪਰ ਰਹੀ ਆ। ਵਿਜੇ ਸਿੰਗਲਾ ਨਾਲ ਕਿੰਨਾ ਕੁਛ ਹੈ, ਉਹਦੀ ਵੀਡੀਓ ਬਣ ਗਈ ਆ, ਉਹਦੇ ਤੇ ਸਾਰਾ ਸੀਕ੍ਰੇਟ ਉਹਦੀਆਂ ਗੱਲਾਂ ਨਿਕਲੀਆਂ, ਉਹਦੇ ਤੇ ਕੇਸ ਦਿੱਤਾ ਗਿਆ, FIR ਲੌਜ ਹੋ ਗਈ, ਉਦੋਂ ਬਾਅਦ ਫਿਰ ਉਹਨਾਂ ਨੂੰ ਜ਼ਮਾਨਤ ਮਿਲ ਗਈ, ਔਰ ਆਰਾਮ ਨਾਲ ਉੱਥੇ ਬੈਠੇ। ਤਰੀਕਾ ਕੌਣ ਭੁਗਤ ਰਿਹਾ, ਫਿਰ ਵਕੀਲ ਜਾ ਰਿਹਾ, ਉਹ ਆਰਾਮ ਨਾਲ ਬੈਠੇ ਹੈਗੇ। ਇਹ ਦੇਖੋ ਜੁਡੀਸ਼ਰੀ ਕੀ ਕਹਿੰਦੀ ਆ, ਰੂਲਿੰਗ ਪਾਰਟੀ ਕੀ ਕਹਿੰਦੀ ਆ, ਮੁੱਖ ਮੰਤਰੀ ਕੀ ਕਹਿ ਦਿੰਦਾ, ਔਰ ਉਹਦੇ ਦਰਮਿਆਨ ਜੋ ਬਾਕੀ ਬਚਦਾ ਕੰਮ ਆ ਉਹ ਸ਼ਾਂਤੀ 'ਚ ਆ ਜਾਂਦਾ। ਹੁਣ ਇਹਦੇ ਨਾਲ ਆਪਣੇ 3-4 ਮੰਤਰੀ ਹੋਰ ਵੀ ਟੰਗੇ ਆ, ਖਿਲਜੀਆਂ ਜੀ ਹੈਗੇ ਆ, ਔਰ ਧਰਮਸੋਧ ਆ, ਉਹ ਸਾਰੇ ਉਹ ਵੀ ਇਸ ਕੇਸ 'ਚ ਅੱਗੇ ਆ ਰਹੇ ਆ। ਔਰ ਦੇਖੋ ਇਹ ਸਿਰਫ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ, ਹਰ ਦੇਸ਼ 'ਚ ਕੁਛ ਨਾ ਕੁਛ ਗੜਬੜ ਹੈਗੀ ਆ, ਹਰ ਸਟੇਟ 'ਚ ਕੁਛ ਨਾ ਕੁਛ ਗੜਬੜ ਹੈਗੀ ਆ। ਸਿਰਫ ਗੜਬੜ ਕੀ ਪੈਸੇ ਦੀ, ਕਮਿਸ਼ਨ ਦੀ, ਟੈਂਡਰਸ ਦੀ, ਹੈ ਨਾ, ਆਪਣਾ ਜੋ ਬੋਝਾ ਭਰਨ ਦੀ, ਪ੍ਰੋਫਿਟ ਦੀ ਗੜਬੜ ਇੱਥੇ ਹੈ। ਹਾਂ ਬਸ, ਹੋਰ ਕਿਤੇ ਗੜਬੜ ਨਹੀਂ। ਜੇ ਇਹ ਗੜਬੜ ਠੀਕ ਹੋ ਜਾਵੇ ਤਾਂ ਸਾਰੀ ਗੜਬੜ ਠੀਕ ਹੋ ਜਾਣਗੀ। ਉਹਨੇ ਕਹਿਤਾ ਕਿ ਵਿਕਾਸਸ਼ੀਲ ਦੇਸ਼ਾਂ 'ਚ ਹੀ ਹੋ ਸਕਦਾ, ਸਾਡੇ 'ਚ ਨਹੀਂ ਹੋ ਸਕਦਾ। ਪਰ ਸਾਈਕੀ, ਹਿਊਮਨ ਸਾਈਕੀ ਇਜ਼ ਇਕੁਅਲ। ਬਹੁਤ ਜ਼ਬਰਦਸਤ ਚੋਟ ਹੈ ਕਿ ਵਿਕਾਸਸ਼ੀਲ ਦੇਸ਼, ਡਿਵੈਲਪਿੰਗ ਨੇਸ਼ਨਸ, ਉਹਦੇ ਸਾਡਾ ਭਾਰਤ ਵੀ ਆ ਜਾਂਦਾ ਹੈ। ਹਾਂ, ਹੁਣ ਆਪਾਂ ਉਹਦੇ 'ਚ ਆਉਣੇ, ਸਾਰੀਆਂ ਸਾਰਕ ਕੰਟਰੀਜ਼ ਆ ਜਾਂਦੀਆਂ ਨੇ ਉਹਦੇ 'ਚ। ਪਰ ਇਹ ਮੋਦੀ ਜੀ ਨੂੰ ਜਵਾਬ ਦੇਣਾ ਚਾਹੀਦਾ ਕਿ ਅਸੀਂ ਉਸ ਨੀਤ ਵਾਲੇ ਨਹੀਂ, ਜੋ ਤੁਹਾਡੀ ਆਪਣੀ ਨੀਤ ਹੈਗੀ ਉਹਦੇ ਅਕੋਰਡਿੰਗ ਅਸੀਂ ਉਹ ਨਹੀਂ ਕੰਮ ਕਰਦੇ। ਕਿ ਮੋਦੀ ਸਾਹਿਬ ਤਾਂ ਬਿਲਕੁਲ ਸੁਰਖਰੂ ਨੇ, ਔਰ ਇਮਾਨਦਾਰ ਨੇ, ਔਰ ਦਿਆਨਤਦਾਰ ਨੇ, ਸਾਰਾ ਕੁਝ ਉਹਨਾਂ ਦੇ ਬਰਾਬਰ ਵੇਖਿਆ। ਮੋਦੀ ਸਾਹਿਬ ਨਾਲ ਤੇ ਕਾਫੀ ਦੋਸਤੀ ਰਹੀ ਹੈ, ਮੋਦੀ ਸਾਹਿਬ ਵੀ ਗਏ ਸੀ ਉੱਥੇ ਜਾ ਕੇ, ਉਹਨਾਂ ਨੇ ਹੱਥ ਮਿਲਾਉਂਦੇ ਦੇਖਿਆ ਕਿ ਅਬਕੀ ਵਾਰ ਟਰੰਪ ਸਰਕਾਰ ਵੀ ਕਹਿ ਕੇ ਆਏ ਨੇ। ਹਾਂ ਬਿਲਕੁਲ। ਔਰ ਜਦੋਂ ਉਹ ਇੱਥੇ ਆਏ ਨੇ ਟਰੰਪ ਸਾਹਿਬ, ਤੇ ਇਹਨਾਂ ਨੇ ਉਹ ਗੁਜਰਾਤ ਦੇ ਵਿੱਚ ਜਦੋਂ ਉਹਨਾਂ ਨੂੰ ਵਿਜ਼ਿਟ ਕਰਵਾਇਆ, ਤੇ ਜਿਹੜੀਆਂ ਅੰਡਰ ਡਿਵੈਲਪਡ ਸੀਗੀਆਂ ਝੁੱਗੀ ਝੌਂਪੜੀ ਵਾਲੀਆਂ ਸਾਰੀਆਂ ਸਾਈਟਸ ਸੀਗੀਆਂ, ਉੱਥੇ ਵੱਡੀ ਕੰਧ ਕਰਵਾ ਦਿੱਤੀ ਤਾਂ ਕਿ ਉੱਧਰ ਨਜ਼ਰ ਹੀ ਨਾ ਜਾਏ। ਖੈਰ ਠੀਕ ਹੈ, ਇਹ ਵੀ ਇੱਕ ਸਟ੍ਰੈਟਜੀ ਆ। ਸਾਡੇ ਦਰਸ਼ਕ ਜਦੋਂ ਵੇਖਣਗੇ ਨਾ, ਸਾਡੇ ਆਪਣੇ ਉਹ 2 ਪਲਣੇ 'ਚ ਪਾ ਕੇ ਮੋਦੀ ਸਾਹਿਬ ਤੇ ਉਹਨਾਂ ਦੋਵਾਂ ਨੂੰ ਵੇਖਣਗੇ ਵੀ ਸਾਡਾ ਜਿਹੜਾ ਨੇਤਾ ਵਾ ਜਾਂ ਸਾਡਾ ਜਿਹੜਾ ਜਿੱਤੇ ਰਾਜ ਕਰ ਰਿਹਾ, ਉਹਦੀ ਕਿਸ ਤਰ੍ਹਾਂ ਦੀ ਹੈਗੀ ਹੈ ਸੋਚ, ਔਰ ਦੂਸਰੇ ਦੀ ਕਿਸ ਤਰ੍ਹਾਂ ਦੀ ਸੋਚ ਹੈ, ਬਾਕਾਇਦਾ ਤੌਰ ਤੇ ਵੇਖੀ ਜਾਂਦੀ ਹੈ। ਪਰ ਦੋਸਤੀ ਤੇ ਇਹਨਾਂ ਦੀ ਰਹੀ ਹੈ, ਪਰ ਉਹ ਆਪਣੀ ਟਰਮ ਦੇ ਵਿੱਚ ਬਿਲਕੁਲ ਕੰਟਰੋਵਰਸ਼ੀਅਲ ਦੇ ਤੌਰ ਤੇ ਉਹਨਾਂ ਤੇ ਕੋਈ ਨਾ ਕੋਈ ਨੁਕਤਾਚੀਨੀ ਹੁੰਦੀ ਰਹੀ ਹੈ, ਉਂਗਲੀ ਉੱਠਦੀ ਰਹੀ ਹੈ। ਇਸ ਤਰ੍ਹਾਂ ਬਾਈਡਨ ਤੇ ਨਹੀਂ ਇਹ ਗੱਲ ਹੈਗੀ, ਇਹਨਾਂ ਤੇ ਜ਼ਿਆਦਾ ਰਹੀ ਹੈ। ਤੇ ਹੁਣ ਆ ਕੇ ਬਿਲਕੁਲ ਪੱਤਾ ਸਾਫ਼ ਹੋ ਗਿਆ। ਨਹੀਂ, ਦੋਸਤੀ ਤੇ ਬਰਾਕ ਓਬਾਮਾ ਸਾਹਿਬ ਨਾਲ ਵੀ ਮੋਦੀ ਸਾਹਿਬ ਦੀ ਬਹੁਤ ਇਹਨਾਂ ਨਾਲ ਗਿਆ, 2 ਵਾਰੀ ਆਏ, ਟਰਮ ਘੱਟ ਸੀ। ਹਾਂ, ਓਬਾਮਾ ਸਾਹਿਬ ਆਏ ਇੱਥੇ, ਆਏ ਨੇ। ਔਰ 26 ਜਨਵਰੀ ਤੇ ਜਦੋਂ ਉਹਨਾਂ ਦੀ ਫਰਸਟ ਫੰਕਸ਼ਨ ਸੀਗਾ ਮੋਦੀ ਸਾਹਿਬ ਦਾ 2014 ਦੇ ਵਿੱਚ, ਜਦੋਂ ਬਣਦੇ ਨੇ ਪਹਿਲੀ ਵਾਰ ਪ੍ਰਧਾਨ ਮੰਤਰੀ, ਔਰ ਜਦੋਂ ਪਹਿਲਾ 15 ਅਗਸਤ ਦਾ ਫੰਕਸ਼ਨ ਆਇਆ, ਚੀਫ ਗੈਸਟ ਸੀਗੇ ਉਹ, ਚੀਫ ਗੈਸਟ ਸੀ। ਔਰ ਵਿਰੋਧੀ ਧਿਰਾਂ ਨੇ ਕਿਹਾ ਸੀ ਇਹ ਇਵੈਂਟ ਕ੍ਰੀਏਟ ਕਰ ਦਿੱਤਾ ਹੈ, ਇਹ ਤੁਸੀਂ ਕੋਈ ਆਜ਼ਾਦੀ ਦਿਵਸ ਨਹੀਂ ਮਨਾ ਰਹੇ। 26 ਜਨਵਰੀ ਤੇ ਆਏ ਸੀ, ਸੌਰੀ 26 ਜਨਵਰੀ ਤੇ ਰਿਪਬਲਿਕ ਡੇ ਤੇ ਆਏ ਸੀ, ਕਿਉਂਕਿ ਉਦੋਂ ਹੀ ਪਰੇਡ ਹੁੰਦੀ ਹੈ, ਬਹੁਤ ਹਾਈ ਲੈਵਲ ਤੇ ਹੁੰਦੀ ਹੈ। ਸੋ ਖੈਰ ਆਪਾਂ ਅੱਗੇ ਵਧਦੇ ਹਾਂ, ਤਾਂ ਆਲ ਦਾ ਬੈਸਟ ਕਹਿ ਦਿੰਦੇ ਹਾਂ ਟਰੰਪ ਸਾਹਿਬ ਨੂੰ। ਹਾਂ ਜੀ ਬਿਲਕੁਲ, ਕਿ ਤੁਹਾਡੀ ਅੱਗੇ ਜੋ ਵੀ ਹੈ ਉਹ ਜੋ ਇਹਨਾਂ ਨੇ ਵੇਖਣਾ, ਜੁਡੀਸ਼ਰੀ ਨੇ ਵੇਖਣਾ ਜਾਂ ਰੂਲਿੰਗ ਪਾਰਟੀ ਨੇ ਵੇਖਣਾ, ਅੱਗੇ ਦੇਖੋ ਕੀ ਉਹਦਾ ਕਿਸ ਭਾਅ ਤੁਲਦੀ ਹੈ। ਬਿਲਕੁਲ ਸਹੀ ਗੱਲ। ਤਾਂ ਹੁਣ ਚੱਲਦੇ ਹਾਂ ਤਾਈਵਾਨ, ਕਿਉਂਕਿ ਉੱਥੇ ਵੀ ਅਮਰੀਕਾ ਇਨਵੋਲਵਡ ਹੈ ਤਾਈਵਾਨ ਨੂੰ ਸਿਕਿਉਰਿਟੀ ਦੇਣ ਵਾਸਤੇ, ਕਿਉਂਕਿ ਡੀਲ ਸਾਈਨ ਹੋਈਆਂ ਨੇ ਉਹਨਾਂ ਦੇ ਨਾਲ, ਪ੍ਰੋਜੈਕਟ ਸਾਈਨ ਹੋਏ ਨੇ। ਤੇ ਤਾਈਵਾਨ ਆਪਣੀਆਂ ਇੰਡਸਟਰੀਆਂ ਨੂੰ ਉੱਥੇ ਵੀ ਸ਼ਿਫਟ ਕਰਨ ਦੀ ਕੋਸ਼ਿਸ਼ ਕਰ ਰਿਹਾ ਅਮਰੀਕਾ ਦੇ ਵਿੱਚ, ਜਿਹੜੀ ਆਪਣੀ ਮੈਨੂਫੈਕਚਰਿੰਗ ਯੂਨਿਟਸ ਨੇ, ਕਿਉਂਕਿ ਚੀਨ ਤੋਂ ਲਗਾਤਾਰ ਖਤਰਾ ਬਣਿਆ ਹੋਇਆ ਹੈ। ਚੀਨ ਕਹਿੰਦਾ ਤਾਈਵਾਨ ਮੇਰਾ ਹਿੱਸਾ ਹੈ, ਤਾਈਵਾਨ ਕਹਿੰਦਾ ਨਹੀਂ ਮੈਂ ਇੰਡੀਪੈਂਡੈਂਟ ਹਾਂ। ਵੈਸੇ ਚੀਨ ਹਰੇਕ ਦੇਸ਼ ਦੇ ਕਿਸੇ ਨਾ ਕਿਸੇ ਇਲਾਕੇ ਨੂੰ ਆਪਣਾ ਹਿੱਸਾ ਜ਼ਰੂਰ ਕਹਿੰਦਾ। ਭਾਰਤ ਦੇ ਵਿੱਚ ਵੀ ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਹਿੱਸਾ ਬਣਾ ਕੇ ਬੈਠਾ। ਛੋਟੀ ਮਛਲੀ ਨੂੰ ਵੱਡੀਆਂ ਮਛਲੀਆਂ ਖਾਂਦੀਆਂ, ਇਹ ਵੱਡੀ ਮਛਲੀ ਹੈ, ਔਰ ਛੋਟੀ ਮਛਲੀ ਤਾਈਵਾਨ ਨਿੱਕਾ ਦੇਸ਼ ਹੈਗਾ, ਉਹਨਾਂ ਦੀ ਅੱਖ ਸਾਰਿਆਂ ਦੀ ਉੱਥੇ ਹੁੰਦੀ ਹੈ। ਛੋਟੇ
ਜਿਹੜੇ ਮਗਰਮੱਛ ਆ ਉਹ ਆ ਕੇ ਖਿੱਚ ਜਾਂਦੇ ਸਾਰਾ ਕੁਝ। ਅਮਰੀਕਾ ਕਿੱਥੇ ਬੈਠਾ ਦੇਖ ਲਓ, ਉਹ ਵੀ ਮੈਂ ਵਿੱਚ ਤੁਹਾਡੀ ਗੱਲ ਦੇ ਬੋਲਿਆ, ਉਹਨਾਂ ਨੇ ਤਾਂ ਆਪਣਾ ਸਾਰਾ ਕੁਝ ਹਿਸਾਬ ਕਿਤਾਬ ਵੇਚਣਾ, ਉਹਨਾਂ ਨੂੰ ਮੰਡੀ ਚਾਹੀਦੀ ਆ, ਉਹਨਾਂ ਨੇ ਆਪਣਾ ਉੱਥੇ ਲੂਣ, ਉੱਥੇ ਦਲੀਆ, ਉੱਥੇ ਸਾਰਾ ਕੁਝ ਵੇਚਣਾ ਫੌਜੀਆਂ ਲਈ, ਔਰ ਜੋ ਚੱਲਣੇ ਉੱਥੇ ਗਰਨੇਡ ਉਹ ਵੇਚਣੇ, ਔਰ ਇਹਨਾਂ ਨੇ ਜਗ੍ਹਾ ਨੂੰ ਆਕੂਪਾਈ ਕਰਨਾ, ਕਿਉਂਕਿ ਇਹਨਾਂ ਦੀ ਨਫਰੀ ਇੰਨੀ ਜ਼ਿਆਦਾ ਹੋ ਗਈ, ਪਾਪੂਲੇਸ਼ਨ ਇੰਨੀ ਜਗ੍ਹਾ ਹੋ ਗਈ ਆ, ਖਲੋਣ ਲਈ ਜਗ੍ਹਾ ਹੈ ਨਹੀਂ ਇਹਨਾਂ ਕੋਲ। ਪਰ ਹਰ ਦੇਸ਼ 'ਚ ਤੁਸੀਂ ਚੱਲ ਜਾਓ ਤੁਹਾਨੂੰ ਇਹ ਚਾਈਨੀ ਮਿਲਣਗੇ ਉੱਥੇ, ਉੱਥੇ ਆਪਣੇ ਬਾਜ਼ਾਰ ਇਹਨਾਂ ਦੇ, ਉੱਥੇ ਗੱਡੀਆਂ ਵੇਚਦੇ, ਰੈਸਟੋਰੈਂਟ ਉੱਥੇ ਉਹਨਾਂ ਦੇ, ਔਰ ਕੁੜੀਆਂ ਮੁੰਡੇ ਸਾਰੇ ਕੰਮ ਕਰਦੇ, ਕੰਮ ਕਰਨਾ ਜਾਣਦੇ ਆ। ਵੈਸੇ ਇੱਕ ਗੱਲ ਤੁਸੀਂ ਜਿਹੜੀ ਮੱਛੀਆਂ ਦੀ ਕੀਤੀ ਹੈ, ਮੈਂ ਗੱਲ ਕੰਪਲੀਟ ਕਰਕੇ ਫਿਰ ਆਪਾਂ ਮੁੱਦੇ ਤੇ ਆਉਂਦੇ ਆ। ਉਹ ਇੱਕ ਸਕੂਲ ਹੈ ਮੱਛੀਆਂ ਦਾ, ਜਿਹਦੇ 'ਚ ਛੋਟੀਆਂ ਮੱਛੀਆਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਤੁਹਾਡਾ ਜਨਮ ਇਸ ਕਰਕੇ ਹੋਇਆ ਕਿ ਤੁਸੀਂ ਵੱਡੀਆਂ ਮੱਛੀਆਂ ਦੀ ਖੁਰਾਕ ਬਣ ਸਕੋ। ਇਸ ਕਰਕੇ ਬੁਰਾ ਨਹੀਂ ਮੰਨਣਾ ਇਸ ਗੱਲ ਦਾ, ਤੁਸੀਂ ਜੰਮਿਆ ਹੀ ਇਸ ਕਰਕੇ। ਵੇਖ ਲਓ, ਨੇਚਰ ਆ, ਕੁਦਰਤ ਦੇ ਵਾਸਾ ਜੋ ਕੁਝ ਉੱਦਾਂ ਹੀ ਹੁੰਦਾ, ਕਿਉਂਕਿ ਹੈ ਨਾ। ਆਪਾਂ ਫਿਰ ਜਾ ਕੇ ਮੱਛੀਆਂ ਨੂੰ ਜਾ ਕੇ ਛੱਪੜ 'ਤੇ, ਸਰੋਵਰ 'ਤੇ ਜਾ ਕੇ ਆਟਾ ਪਾਉਂਦੇ ਹਾਂ, ਦਲੀਆ ਪਾਉਂਦੇ ਹਾਂ, ਇਕੱਠਾ ਕਰਦੇ ਉਹਨਾਂ ਨੂੰ, ਉਹ ਆ ਕੇ ਬੱਚੇ ਜਿਹੜੇ ਆ ਪੂੰਗ ਆ ਕੇ ਖਾਂਦੇ ਆ ਕੇ। ਅਸੀਂ ਤਾਂ ਨੇਚਰ ਦੀ ਜਿਹੜੇ ਛੋਟੇ ਨੇ ਉਹਨਾਂ ਨੂੰ ਪਾਲਦੇ ਹਾਂ, ਪਰ ਉਹਨਾਂ ਨੂੰ ਖਾਣ ਵਾਲੇ ਵੀ ਇੱਥੇ ਹੈਗੇ। ਯੈਸ, ਔਰ ਮੱਛੀ ਫੜਨ ਦੀ ਗੱਲ ਹੈ, ਇੱਕ ਗੱਲ ਤੋਂ ਕੰਪਲੀਟ ਕਰਕੇ ਆਪਾਂ ਤਾਈਵਾਨ ਵੱਲ ਆਉਂਦੇ ਹਾਂ। ਜਦੋਂ ਮੱਛੀ ਫੜਨ ਵਾਲੇ ਮੱਛੀ ਫੜਦੇ ਨੇ ਨਾ, ਤਾਂ ਇਹ ਚੀਜ਼ ਦਾ ਧਿਆਨ ਰੱਖਦੇ ਨੇ, ਜਿਹੜਾ ਪੂੰਗ ਆ ਗਿਆ, ਛੋਟੀ ਮੱਛੀ ਆ ਗਈ ਜਿਹਨੇ ਡਿਵੈਲਪ ਕਰਨਾ, ਉਹਨੂੰ ਕਾਂਟੇ ਚੋਂ ਕੱਢ ਕੇ ਦੁਬਾਰਾ ਛੱਡ ਦਿੰਦੇ, ਸਿਰਫ ਵੱਡੀਆਂ ਨੂੰ ਫੜਦੇ ਨੇ, ਕਿਉਂਕਿ ਉਹ ਪੂੰਗ ਅੱਗੋਂ ਹੋਰ ਡਿਵੈਲਪ ਹੋਣਗੇ, ਜੇ ਮੱਛੀਆਂ ਬਚਣਗੀਆਂ ਤਾਂ ਹੀ ਫੜਨਗੇ ਨਾ। ਕੁੰਡੀ 'ਚ ਲਾਉਂਦੇ ਇਹਨਾਂ ਨੂੰ, ਜਦੋਂ ਕੁੰਡੀ 'ਚ ਉਹ ਖਾਣ ਉਹਨਾਂ ਤਾਂ ਉਹ ਫਸ ਜਾਂਦਾ, ਤੇ ਪੂੰਗ ਜਿਹੜੇ ਨੇ ਅੱਗੇ ਵਧਣਗੇ, ਉਹ ਹੋਰ ਫਿਰ ਬੱਚੇ ਪੈਦਾ ਹੋਣਗੇ ਮੱਛੀਆਂ ਦੇ, ਫਿਰ ਇਹ ਬਿਜ਼ਨਸ ਅੱਗੇ ਚੱਲਦਾ ਰਹੂਗਾ। ਇਸ ਕਰਕੇ ਛੋਟੀਆਂ ਮੱਛੀਆਂ ਨੂੰ ਪੂੰਗ ਨੂੰ ਨਹੀਂ ਫੜਦੇ। ਮਨੁੱਖੀ ਦਿਮਾਗ ਜਿਹੜਾ ਹੈਗਾ ਬੜਾ ਇਸ ਤਰ੍ਹਾਂ ਦਾ ਹੈਗਾ, ਇਹ ਡਿਵੈਲਪ ਹੋ ਗਏ ਨੇ, ਵੱਡੀਆਂ ਮੱਛੀਆਂ ਨੇ ਉਹਨਾਂ ਨੂੰ ਫੜਦੇ ਨੇ। ਖੈਰ ਆਪਾਂ ਤਾਈਵਾਨ ਤੇ ਆਉਨੇ ਆ। ਸੋ ਹਮਲੇ ਦੀ ਤਿਆਰੀ ਕਹਿੰਦੇ ਨੇ ਜੇ ਚੀਨ ਨੇ ਕੀਤੀ ਹੈ ਤੇ ਤਾਈਵਾਨ ਕਹਿੰਦਾ ਅਸੀਂ ਬਿਲਕੁਲ ਰੈਡੀ ਹਾਂ। ਵਿਦੇਸ਼ ਮੰਤਰੀ ਉਹਨਾਂ ਦੇ ਤਾਈਵਾਨ ਦੇ ਇਹ ਗੱਲ ਡਿਕਲੇਅਰ ਕਰ ਚੁੱਕੇ ਨੇ, ਔਰ ਜਿਸ ਤਰ੍ਹਾਂ ਮੁਸ਼ੱਕਤ ਚੱਲ ਰਹੀ ਹੈ ਔਰ ਆਰਮੀ ਐਕਸਰਸਾਈਜ਼ ਕਰਦੀ ਪਈ ਹੈ, ਮਿਜ਼ਾਈਲਾਂ ਚੱਲ ਰਹੀਆਂ ਨੇ, ਬੰਬਸ ਚੱਲ ਰਹੇ ਨੇ। ਸੋ ਇਹ ਕਿਤੇ ਨਾ ਕਿਤੇ ਮੈਨੂੰ ਇਸ ਕਰਕੇ ਥੋੜਾ ਜਿਹਾ ਹਾਸਾ ਆ ਜਾਂਦਾ ਕਿ ਉੱਤੋਂ ਅਸੀਂ ਕੁਝ ਕਹਿੰਦੇ ਹਾਂ, ਵਿੱਚੋਂ ਅਸੀਂ ਕੁਝ ਕਹਿੰਦੇ ਹਾਂ, ਅੰਦਰੋਂ ਅਸੀਂ ਅਟੈਕ ਕਰਨ ਦੇ ਮੂਡ ਦੇ ਵਿੱਚ ਹੈ। ਮੈਂ ਚਾਈਨਾ ਦੀ ਗੱਲ ਕਰ ਰਿਹਾ, ਉੱਤੋਂ ਕਹਿ ਰਿਹਾ ਕਿ ਅਸੀਂ ਮਿਲਟਰੀ ਦੀ ਐਕਸਰਸਾਈਜ਼ ਕਰਦੇ ਪਏ ਹਾਂ, ਵਿੱਚੋਂ ਤਾਂ ਇਹ ਹੈ ਕਿ ਕਿਸੇ ਤਰ੍ਹਾਂ ਕਬਜ਼ਾ ਕਰੀਏ। ਨੈਂਸੀ ਪੋਲੇਸੀ ਜਦੋਂ ਦੇ ਆਏ ਨੇ ਉਦੋਂ ਦਾ ਹੀ ਝਗੜਾ ਪਿਆ ਹੋਇਆ। ਹਾਂ, ਉਸੇ ਤਰ੍ਹਾਂ ਦਾ ਉਹ ਤਾਂ ਇੱਕ ਮੁੱਦਾ ਬਣਾ ਲਿਆ, ਪਰ ਇਹ ਬੇਸਿਕਲੀ ਸ਼ੁਰੂ ਤੋਂ ਹੀ ਚਾਹੁੰਦਾ ਰਿਹਾ ਚਾਈਨਾ ਕਿ ਇਹਨੂੰ ਮੈਂ ਆਪਣੇ ਹੱਥ ਵਸ ਕਰ ਲਵਾਂ, ਕਿਉਂਕਿ ਤੇ ਕਬਜ਼ਾ ਕਰ ਲਵਾਂ। ਜੋ ਮਸਲਾ ਰਸ਼ੀਆ ਯੂਕਰੇਨ ਦਾ ਹੈਗਾ ਉਹੀ ਮਸਲਾ ਸੇਮ ਇਹ ਹੋਈ ਹੈ। ਉਹ ਵੀ ਛੋਟਾ ਕੰਟਰੀ ਹੈ, ਰਸ਼ੀਆ ਬਹੁਤ ਪਾਵਰਫੁਲ ਹੈਗਾ, ਕਿਉਂਕਿ ਉਹਨਾਂ ਦਾ ਕੁਝ ਏਰੀਆ ਸਕੈਟਰਡ ਏਰੀਆ ਸੀ। ਰਸ਼ੀਅਨ ਇੱਕ ਵਾਰੀ ਥੋੜ੍ਹਾ ਜਿਹਾ ਖਿਲਰ ਗਿਆ ਰਸ਼ੀਆ, ਉਹਨੂੰ ਫਿਰ ਯੂਨਾਈਟ ਕਰ ਲਈ ਇਹਨਾਂ ਨੇ, ਬਾਕੀ ਸਟੇਟਾਂ ਨੂੰ ਯੂਨਾਈਟ ਕੀਤਾ। ਜਿੱਦਾਂ USA ਵੀ ਇਹੀ ਹੈ, ਯੂਨਾਈਟਿਡ ਸਟੇਟਸ ਹੈਗੇ ਆ। ਇਹ ਜਿਹੜੇ ਕੁਝ ਇਲਾਕਾ ਟਾਈਮ 'ਤੇ ਇਹਨਾਂ ਕੋਲ ਰਿਹਾ ਹੈਗਾ, ਫਿਰ ਉਹ ਇੰਡੀਪੈਂਡੈਂਟ ਆਪਣੀ ਸਰਕਾਰਾਂ ਬਣਾ ਗਏ। ਜਿਸ ਤਰ੍ਹਾਂ ਪੰਜਾਬ ਤੇ ਹਿੰਦੁਸਤਾਨ ਵੀ ਰਿਆਸਤਾਂ 'ਚ ਵੰਡਿਆ ਰਿਹਾ ਸੀ, ਪਹਿਲਾਂ ਰਿਆਸਤਾਂ ਨੂੰ ਤੋੜ ਕੇ ਫਿਰ ਅੰਗਰੇਜ਼ਾਂ ਨੇ ਤੇ ਹਿੰਦੁਸਤਾਨ ਬਣਾਤਾ, ਇੰਡੀਆ ਬਣਾਤਾ। ਪਹਿਲਾਂ ਇਸ ਤਰ੍ਹਾਂ ਦਾ ਹੁੰਦਾ ਸੀ, ਹਰ ਥਾਂ ਆਪਣੇ ਚੌਧਰੀ ਸੀ, ਹਰ ਥਾਂ ਆਪਣੇ ਚੇਅਰਮੈਨ ਸੀ, ਹਰ ਜਗ੍ਹਾ ਆਪਣੇ 'ਤੇ ਸੀ। ਇਹੀ ਮਸਲਾ ਅੱਜ ਉੱਥੇ ਹੈਗਾ ਕਿ ਜਿਹੜਾ ਤਾਈਵਾਨ ਨੂੰ ਜਿਹੜੇ ਇਹਨਾਂ ਨੇ ਆਪਣੇ ਅਧਿਕਾਰ ਖੇਤਰ 'ਚ ਲੈਣ ਲਈ ਨੈਂਸੀ ਪਾਲਿਸੀ ਦਾ ਤੇ ਕੋ ਨਾ ਉੱਤੋਂ ਦੀ ਲੰਘੀ ਆ, ਤਾਂ ਇਹਨਾਂ ਨੇ ਮਸਲਾ ਬਣਾ ਲਿਆ ਕਿ ਸਾਡੇ ਕੋਲ ਕਿਉਂ ਨਹੀਂ ਰੁਕੀ, ਕਿਉਂਕਿ ਉਹਨਾਂ ਨੂੰ ਲੱਗੇਗਾ ਕਿ ਸਾਡੀ ਇੱਜ਼ਤ ਖਰਾਬ ਹੋ ਗਈ, ਅਸੀਂ ਪਾਵਰਫੁਲ ਹਾਂ, ਸਾਡੇ ਤੋਂ ਇਹ ਅੱਗੇ ਚਲੇ ਗਈ। ਉਹ ਸੰਸਦ ਦੀ ਸਪੀਕਰ ਆ ਉੱਥੋਂ ਦੀ, ਲੋਅਰ ਜਿਹੜਾ ਸੈਸ਼ਨ ਆ ਉਦੋਂ ਕਰਕੇ ਉਹਨਾਂ ਨੂੰ ਤਾਂ ਪੁੱਛਿਆ ਨਹੀਂ, ਉੱਥੇ ਚਲੇ ਗਈ, ਉੱਥੇ ਜਾ ਕੇ ਉਹਨਾਂ ਨਾਲ ਵਾਰਤਾਲਾਪ ਕੀਤੀ, ਗੱਲਬਾਤ ਹੋ ਗਈ। ਫਿਰ ਸਾਊਥ ਕੋਰੀਆ ਚਲੇ ਗਈ, ਇਹਨਾਂ ਨੂੰ ਉਹਨੇ ਕੋਈ ਵਿਖਾਵਾ ਨਹੀਂ ਦਿੱਤਾ। ਇਹਨਾਂ ਨੇ ਇੱਕ ਮਸਲਾ ਕਰ ਲਿਆ ਕਿ ਅਸੀਂ ਤਾਂ ਇੱਥੇ ਕਬਜ਼ਾ ਕਰਨਾ ਚਾਹੁੰਦੇ ਹਾਂ, ਅਤੇ ਸਾਡੇ ਉੱਤੋਂ ਦੀ ਬਾਈ ਏਅਰ ਜਾ ਰਹੇ ਆ ਲੋਕ, ਜਿਹੜੇ ਜਾ ਰਹੇ ਆ VVIP ਜਿਹੜੇ ਜਾ ਰਹੇ ਆ। ਇਹਦਾ ਮਤਲਬ ਜੇ ਉਹ ਆਈ ਹੈ ਤਾਂ ਫਿਰ ਅਮਰੀਕਾ ਵੀ ਜਾਊਗਾ ਉੱਥੇ। ਇਹਨਾਂ ਦਾ ਇਹ ਮਸਲਾ ਸੀ ਕਿ ਅਮਰੀਕਾ ਕਬਜ਼ਾ ਨਾ ਕਰ ਲਏ, ਅਸੀਂ ਉਹਦੇ 'ਤੇ ਪਹਿਲੋਂ ਕਬਜ਼ਾ ਕਰੀਏ, ਕਿਉਂਕਿ ਸਾਡਾ ਤਾਂ ਗੁਆਂਢੀ ਹੈਗਾ ਕੰਮ। ਜਦੋਂ ਕੋਈ ਇਹ ਉਦਾਹਰਨ ਹੈ, ਜਦੋਂ ਕੋਈ ਗਲੀ ਦੇ ਵਿੱਚ ਤੁਹਾਡੇ ਨੇੜੇ ਕੋਈ ਘਰ ਹੈ ਨਾ, ਜਿੱਦਾਂ ਛੋਟਾ ਪੈ ਜਾਂਦਾ, ਜਦੋਂ ਉਹਦੇ ਘਰ ਦੇ ਵਿੱਚੋਂ ਬਾਹਰ ਚਲੇ ਜਾਂਦੇ ਆ, ਘਰ ਖਾਲੀ ਹੋ ਜਾਂਦਾ, ਅਤੇ ਤੁਹਾਡੇ ਆਂਢ ਗੁਆਂਢ ਵਾਲਿਆਂ ਦਾ ਉੱਧਰ ਨਿਗਾਹ ਜਾਊਗੀ ਕਿ ਯਾਰ ਇਹਨੂੰ ਅਸੀਂ ਜਗ੍ਹਾ ਆਪਣੇ 'ਤੇ ਲੈ ਲਈਏ, ਇਹਨੂੰ। ਫਿਰ ਉਹ ਲਾ ਕਰਦੇ, 2-3 ਗੁਆਂਢੀ ਲੜਦੇ ਆਪੋ 'ਚ, ਕਹਿੰਦਾ ਨਾ ਯਾਰ ਆਹ ਹਿੱਸਾ ਮੇਰਾ, ਆਹ ਮੇਰਾ ਹੈਗਾ। ਕਈ ਥਾਂ 'ਤੇ NRI ਜਗ੍ਹਾ 'ਤੇ ਕਬਜ਼ੇ ਹੋਏ ਆ। ਇਹੀ ਮਸਲਾ ਉੱਥੇ ਹੈ, ਹਰ ਥਾਂ 'ਤੇ ਹੀ ਮਸਲਾ ਹੈ। ਹਿਊਮਨ ਸਾਈਕੀ ਸੇਮ ਹੈ। ਇੱਕ ਤਾਂ ਇਲਾਕਾ ਚਾਹੀਦਾ ਹੈ, ਜੇ ਇਲਾਕਾ ਨਹੀਂ ਮਿਲਦਾ ਤੇ ਉੱਥੋਂ ਦੀ ਮਾਰਕੀਟ ਚਾਹੀਦੀ, ਉਹ ਵੀ ਇਲਾਕਾ ਹੀ ਦੱਬ ਲਿਆ, ਜਦੋਂ ਪੂਰੀ ਮਾਰਕੀਟ ਨੂੰ ਕੈਪਚਰ ਕਰ ਲਿਆ ਤੁਸੀਂ। ਤਾਂ ਇਹ ਚੀਜ਼ਾਂ ਨੇ ਬੇਸਿਕਲੀ ਤਾਂ ਪ੍ਰੋਫਿਟ ਲਾਸ ਦੀ ਸਟੇਟਮੈਂਟ ਹੈ ਹਰ ਥਾਂ ਦੇ ਉੱਤੇ, ਤੇ ਪ੍ਰੋਫਿਟ 'ਚ ਜਾਣ ਵਾਸਤੇ ਹਰ ਹੀਲਾ ਵਰਤਿਆ ਜਾਂਦਾ ਹੈ ਔਰ ਬਹਾਨਾ ਕੋਈ ਵੀ ਲੱਭ ਲਿਆ ਜਾਂਦਾ ਹੈ। ਖੈਰ ਆਪਾਂ ਇਹ ਉਮੀਦ ਕਰ ਸਕਦੇ ਹਾਂ ਕਿ ਜੰਗ ਇੰਨੀ ਨਹੀਂ ਵਧੇਗੀ। ਯੂਕਰੇਨ ਤੇ ਰਸ਼ੀਆ ਦੀ ਜੰਗ ਤੋਂ ਬਹੁਤ ਕੁਝ ਸਿੱਖਿਆ ਹੋਏਗਾ ਕਿ ਹਿਊਮਨ ਲਾਈਫ ਮੈਟਰਸ। ਇਨਸਾਨੀ ਜ਼ਿੰਦਗੀਆਂ ਜਿਹੜੀਆਂ ਚਲੀਆਂ ਜਾਂਦੀਆਂ ਨੇ ਵਾਪਸ ਨਹੀਂ ਆਉਂਦੀਆਂ, ਇਸ ਕਰਕੇ ਇਨਸਾਨੀ ਜ਼ਿੰਦਗੀਆਂ ਨੂੰ ਦੇਖੋ। ਜਿਹੜੇ ਲੋਕ ਬੇਘਰ ਹੋ ਗਏ ਨੇ, ਸਾਰੀਆਂ ਜ਼ਿੰਦਗੀਆਂ ਤਬਾਹ ਹੋ ਗਈਆਂ, ਕਿੰਨੀ ਉਮਰ ਲੱਗ ਜਾਂਦੀ ਆ ਜ਼ਿੰਦਗੀ ਨੂੰ ਸੈਟਲ ਕਰਨ ਦੇ ਵਿੱਚ। ਇਹ ਤੁਸੀਂ 5 ਮਿੰਟਾਂ 'ਚ ਬੰਬ ਸੁੱਟਦੇ ਸਾਰਾ ਕੁਝ ਤਬਾਹ ਕਰਕੇ ਰੱਖ ਦਿੰਦੇ ਹੋ, ਸਾਰੀ ਜ਼ਿੰਦਗੀ ਤਬਾਹ ਕਰਕੇ ਰੱਖ ਦਿੰਦੇ ਹੋ। ਲੜਾਈ ਦਾ ਨਾ ਹੀ ਮਾੜਾ, ਸੋ ਇਸ ਵੱਡੀ ਲੜਾਈ ਜਿਹੜਾ ਨੁਕਸਾਨ ਹੀ ਹੈ, ਉਹਦੇ 'ਚ ਜਾਨ ਮਾਲ ਤਾਂ ਮਰਨਾ ਹੀ ਹੈ।
ਨੁਕਸਾਨ ਦੋਨੋਂ ਪਾਸੇ ਦੇ ਬੰਦੇ ਮਰਨਗੇ, ਦੋਨੇ ਪਾਸੇ ਜਦੋਂ ਆਪੋ ਚ ਤੁਸੀਂ ਠੀਕ ਹੈ ਨਾ। ਉਹ ਸ਼ਾਸਕ ਉੱਤੇ ਬੈਠੇ ਆਪਣੀ ਕਿੜ ਕੱਢਦੇ ਰਹਿੰਦੇ ਨੇ, ਬਸ ਬਸ ਪੋਲੀਟੀਕਲ ਰਿਵੈਂਜ ਕੱਢਦੇ ਰਹਿੰਦੇ ਨੇ, ਲੇਕਿਨ ਆਮ ਲੋਕ ਮਰਦੇ ਨੇ, ਆਮ ਲੋਕ ਜੰਗ ਤੇ ਜਾਂਦੇ ਨੇ, ਲੀਡਰਸ ਜੰਗ ਤੇ ਨਹੀਂ ਜਾਂਦੇ, ਉਹ ਪਿੱਛੇ ਬਹਿ ਕੇ ਡਿਕਟੇਟ ਕਰਦੇ ਨੇ। ਕਮਾਂਡਰ ਵੀ ਪਿੱਛੋਂ ਕਾਸ਼ਨ ਦਊਗਾ, ਆਰਡਰ ਦਊਗਾ, ਕਮਾਂਡ ਕਰੂਗਾ। ਪੈਰਵਾਈ ਕਰਨ ਵਾਲੇ ਜਿਹੜੇ ਅੱਗੇ ਐਡਵਾਂਸ ਕਰ ਰਹੇ ਆ ਉਹ ਮਿਲਟਰੀ ਜਾਂ ਇਨਫੈਂਟਰੀ ਆ, ਉਹ ਜਿਹੜੇ ਮੋਢਿਆਂ ਤੇ ਬੰਦੂਕਾਂ ਰੱਖ ਕੇ ਅੱਗੇ ਜਾ ਰਹੇ ਆ, ਮੈਨ ਟੂ ਮੈਨ ਫਾਈਟ ਹੋ ਰਹੀ ਆ, ਮਰਦੇ ਉਹ ਹੈਗੇ ਆ। ਕਮਾਂਡਰ ਪਿੱਛੇ ਆ, ਕਮਾਂਡਰ ਤੋਂ ਉੱਥੋਂ ਕਾਸ਼ਨ ਦੇ ਰਿਹਾ, ਕਿਤੋਂ ਦੇ ਰਿਹਾ, ਇਹ ਉੱਥੋਂ ਜਹਾਜ਼ ਚੱਲ ਰਹੇ ਆ, ਉਹ ਸਾਰਾ ਕੁਝ ਮਾਰਨ ਵਾਲੇ ਬੰਦੇ ਉਹੀ ਹੁੰਦੇ ਆ ਜਿਹੜੇ ਅੱਗੇ ਫਾਈਟ ਕਰ ਰਹੇ ਆ। ਇਹੀ ਗੱਲ ਇੱਥੇ ਹੁੰਦੀ ਹੈ, ਯੂਕਰੇਨ 'ਚ ਇੱਦਾਂ ਹੀ ਮਰ ਰਹੇ ਆ ਜ਼ਮੀਨੀ ਲੜਾਈ 'ਚ। ਦੇਖੋ ਮੈਂ ਕਈ ਵਾਰ ਸੋਚਦਾ ਜੇ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਹੋਵੇ, ਵੈਸੇ ਗੱਲ ਸੁਪਨੇ ਵਰਗੀ ਹੈ, ਪਰ ਜੇ ਹੋ ਜਾਵੇ ਤਾਂ ਕਿੰਨਾ ਪੈਸਾ ਜੰਗਾਂ ਦੇ ਉੱਤੇ ਵੇਸਟ ਹੁੰਦਾ ਹੈ, ਹਥਿਆਰਾਂ ਦੇ ਉੱਤੇ ਵੇਸਟ ਹੁੰਦਾ ਹੈ। ਉਹ ਸਾਰਾ ਪੈਸਾ ਮਨੁੱਖਤਾ ਦੇ ਕੰਮ ਆਵੇ। ਜਿਹੜੀਆਂ ਭੁੱਖਮਰੀਆਂ ਨੇ, ਇਹ ਜਿਹੜੀਆਂ ਬਿਮਾਰੀਆਂ ਨੇ, ਹਸਪੀਟਲਸ ਚਾਹੀਦੇ ਨੇ, ਐਜੂਕੇਸ਼ਨ ਚਾਹੀਦੀ ਹੈ, ਇਨਸਾਨ ਦੀ ਜ਼ਿੰਦਗੀ ਦੀ ਕੁਆਲਿਟੀ ਬਣ ਜਾਏਗੀ। ਜਿੱਦਾਂ ਦੀ ਜ਼ਿੰਦਗੀ ਕੁਦਰਤੀ ਹੋਣੀ ਚਾਹੀਦੀ ਹੈ ਇਨਸਾਨ ਦੀ, ਉੱਦਾਂ ਦੀ ਬਣ ਸਕਦੀ ਹੈ। ਇਹ ਸਾਡੇ ਸਾਰਿਆਂ ਦੇ ਹੱਥ ਵੱਸ ਹੈ ਕਿ ਇਹ ਜਿਹੜੇ ਪੁੱਠੇ ਪੰਗੇ ਜੰਗਾਂ ਦੇ ਪਾਏ ਹੋਏ ਨੇ, ਔਰ ਇੱਧਰੋਂ ਇਕੋਨਮੀ ਵਾਰ ਵੀ ਚੱਲਦੀ ਹੈ, ਇੱਕ ਦੇਸ਼ ਦੂਸਰੇ ਦੇਸ਼ ਦੀ ਇਕੋਨਮੀ ਖਾਂਦਾ ਹੈ, ਇਹ ਇਕਨੋਮਿਕ ਵਾਰ, ਇਹ ਵੀ ਬੜੀ ਡੇਂਜਰਸ ਚੀਜ਼ ਆ। ਜਿਹੜੀ ਵਰਲਡ ਵਾਰ ਲੱਗ ਗਈਆਂ ਉਦੋਂ ਤੱਕ ਅਜੇ ਪੈਰਾਂ ਸਿਰ 'ਚ ਨਹੀਂ ਆ ਰਹੇ, ਅਜੇ ਤੱਕ ਉਹ ਸਟੈਂਡ ਨਹੀਂ ਕਰ ਰਹੇ ਜਿਨ੍ਹਾਂ ਕੰਟਰੀਆਂ 'ਚ ਬੰਬਾਰਮੈਂਟ ਹੋਈ ਆ। ਜਾਪਾਨ ਦੇ ਆਪਾਂ ਅੱਗੇ ਗੱਲ ਕੀਤੀ ਆ, ਹੀਰੋਸ਼ੀਮਾ, ਨਾਗਾਸਾਕੀ, ਜੋ ਕੁਝ ਹੋਇਆ, এনवायरमेंट ਉੱਥੇ ਤੱਕ ਨਹੀਂ ਠੀਕ ਹੋਇਆ, ਸਾਰਾ ਜੋ ਕੁਝ ਹੋਇਆ ਬਾਕੀ ਕੰਟਰੀਆਂ 'ਚ ਇਹੀ ਰਿਹਾ, ਕਿਉਂਕਿ ਗਰੁੱਪਿਜ਼ਮ ਆ ਗਿਆ, ਲੌਬੀ ਬਣ ਗਈਆਂ, ਵੈਸਟਰਨ ਕੰਟਰੀ ਆ ਗਈਆਂ, ਯੂਰਪੀਅਨ ਕੰਟਰੀਆਂ ਆਪੋ 'ਚ ਗੁੱਥਮ ਗੁੱਥਾ ਹੋ ਕੇ ਜੁੜ ਗਏ। ਔਰ ਉੱਥੇ ਇੰਡੀਆ, ਉਦੋਂ ਆਪਾਂ ਗੁਲਾਮ ਸੀਗੇ, ਜਦੋਂ ਆਪਾਂ ਵੀ ਲੜੇ ਆ, ਆਪਣੇ ਫੌਜੀ ਲੜੇ ਆ, ਮਰੇ ਆ, ਉਹ ਵੀ ਸ਼ਹੀਦ ਹੋ ਗਏ, ਕਿਉਂਕਿ ਅਸੀਂ ਤਾਂ ਆਰਡਰ ਮੰਨ ਰਹੇ ਸੀ ਬ੍ਰਿਟਿਸ਼ ਗੌਰਮੈਂਟ ਦਾ, ਅਸੀਂ ਉਹਨਾਂ ਲਈ ਲੜੇ ਆ, ਉਹਦੇ ਲਈ ਲੜਕੇ ਆ, ਉਹਦੇ ਲਈ ਇੰਨੇ ਮਰੇ ਆ, ਉਹਦੇ ਲਈ ਸਾਰਾ ਕੁਝ ਹੈਗਾ। ਇੰਨਾ ਨੁਕਸਾਨ ਹਿੰਦੁਸਤਾਨ ਦਾ ਵੀ ਹੋ ਗਿਆ ਉਸ ਟਾਈਮ 'ਤੇ, ਜਦੋਂ ਕਿ ਇੰਡੀਪੈਂਡੈਂਟ ਨਹੀਂ ਸੀਗਾ, ਉਹ ਜ਼ਮਾਨੇ ਦੀ ਗੱਲ ਹੈ। ਇਹ ਹਾਲ ਬਿਲਕੁਲ ਸਹੀ ਗੱਲ ਹੈ। ਔਰ ਇਹ ਜਿਹੜੇ ਇੰਨੇ ਖਤਰਨਾਕ ਹਥਿਆਰ ਔਰ ਇੰਨੇ ਖਤਰਨਾਕ ਬੰਬ ਬਣੇ ਹੋਏ ਨੇ, ਸਭ ਕੁਝ ਤਬਾਹ ਕਰਕੇ ਰੱਖ ਦੇਣਗੇ। ਇਸ ਕਰਕੇ ਇਹ ਜੰਗ ਨਹੀਂ ਹੋਣੀ ਚਾਹੀਦੀ, ਔਰ ਇਹ ਬਹੁਤ ਡੇਂਜਰਸ ਸਿਚੁਏਸ਼ਨ ਨੇ ਇਸ ਵਕਤ, ਕਿਉਂਕਿ ਆਲਰੇਡੀ ਅਸੀਂ ਭੁਗਤ ਰਹੇ ਹਾਂ। ਸੋ ਅੱਗੇ ਵਧਦੇ ਹਾਂ ਕਿ ਰੱਬ ਸਾਰਿਆਂ ਨੂੰ ਸੁਮਤ ਦਵੇ ਤੇ ਆ ਲੜਾਈ ਝਗੜੇ ਬੰਦ ਹੋਣ, ਬਚਣ। ਬਿਲਕੁਲ ਜੀ। ਹੁਣ ਆਈਏ ਵਾਪਸ ਆਪਣੇ ਭਾਰਤ ਦੀ ਧਰਤੀ ਤੇ ਆਈਏ, ਆਪਣੇ ਦੇਸ਼ ਮੁੜ ਕੇ ਆਉਂਦੇ ਆਪਣੇ ਪੰਜਾਬ ਭਾਰਤ ਵਿੱਚ ਆਉਂਦੇ ਆ। ਪਹਿਲਾਂ ਤੇ ਲੈਂਡ ਦਿੱਲੀ ਕਰਦੇ, ਬੜੀ ਵੱਡੀ ਉਡਾਰੀ ਮਾਰੀ ਆਪਾਂ, ਦਿੱਲੀ ਆ ਕੇ ਲੈਂਡਿੰਗ ਕਰਦੇ ਆ ਤੇ ਦਿੱਲੀ ਤੋਂ ਆਪਾਂ ਫਿਰ ਵਾਪਸ ਆਉਣ ਦੀ ਕੋਸ਼ਿਸ਼ ਕਰਾਂਗੇ। ਬਿਹਾਰ ਵੱਲ ਚੱਲੀਏ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਭਾਰਦਵਾਜ ਵੱਲੋਂ ਭਾਜਪਾ ਨਾਲ ਬਾਈਕਾਟ ਤੇ ਆਰਜੇਡੀ ਨਾਲ ਸਮਝੌਤਾ ਹੋ ਗਿਆ, ਅਸਤੀਫਾ ਦੇ ਕੇ ਫਿਰ ਦੁਬਾਰਾ ਮੁੱਖ ਮੰਤਰੀ ਬਣ ਗਏ ਨੇ। ਹੁਣ ਲਾਲੂ ਪ੍ਰਸਾਦ ਯਾਦਵ ਜੀ ਦੀ ਪਾਰਟੀ ਆ ਗਈ ਹੈ, ਉਹਨਾਂ ਦੇ ਬੇਟੇ ਨਾਲ ਆ ਗਏ ਨੇ, ਸ਼ਾਇਦ ਉਹ ਡਿਪਟੀ ਸੀਐਮ ਵਜੋਂ ਤਖਤਾ ਸੰਭਾਲਣਗੇ, ਅਹੁਦਾ ਸੰਭਾਲਣਗੇ। ਤੇ ਇੱਧਰ ਵੈਸੇ ਬੀਜੇਪੀ ਨਾਲ ਕੀ ਗੱਲ ਬਣ ਗਈ, ਕਿਉਂ ਨਾਰਾਜ਼ਗੀਆਂ ਹੋ ਗਈਆਂ? ਉਹਦੇ 'ਚ ਇਹੀ ਆ, ਮੇਰਾ ਖਿਆਲ ਇਹਦੇ ਤੋਂ ਜਿਹੜੀ ਉੜਦੀ ਖਬਰ ਦਾ ਪਤਾ ਲੱਗਾ ਕਿ ਉਹਨਾਂ ਦੇ ਵਿੱਚ ਇਹਨਾਂ ਨੇ ਇੱਕ ਤਾਂ ਪੋਰਟਫੋਲੀਓ ਜਾਂ ਮਹਿਕਮੇ ਮੰਗ ਰਹੇ ਸੀਗੇ ਅੱਗੇ, ਔਰ ਉਹਦੇ 'ਚ ਕੈਬਨਿਟ ਦੇ ਵਿੱਚ ਆਪਣਾ ਹਿੱਸਾ ਲੈਣਾ ਚਾਹ ਰਹੇ ਸੀਗੇ। ਦੂਜਾ ਸੀਗਾ ਡਿਪਟੀ ਸੀਐਮ, ਔਰ ਜਾਂ ਸੀਐਮ ਦੀ ਦੌੜ ਵਿੱਚ ਵੀ ਸੀਗੇ, ਕਿਉਂਕਿ ਬਰਾਬਰ ਦੀ ਪਾਰਟੀ ਉੱਥੇ ਹੈਗਾ ਜੀ। ਤੀਜਾ ਉਹਨਾਂ ਦਾ ਹੈਗਾ ਸੈਂਟਰ 'ਚ ਸਾਰਾ ਕੁਝ ਸੀਗਾ, ਫੰਡਿੰਗ, ਪੈਸਾ ਕਿੱਧਰੋਂ ਆਉਣਾ ਉੱਧਰੋਂ। ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਦੇਵਾਂਗੇ, ਸਾਂਝੀ ਸਰਕਾਰ ਹੈ, ਇਹਦੇ ਵਿੱਚ ਸਾਡੇ ਬੰਦੇ ਨੁਮਾਇੰਦਗੀ ਪੂਰੀ ਦਿਓ, ਜਿਹਦੇ ਵਿੱਚ ਇਹ ਬੜੇ ਖਾਗ ਔਰ ਬੜੇ ਸਿਆਸਤਵਾਨ ਨੇ। ਇਹਨਾਂ ਨੇ ਰਾਤੋਂ ਰਾਤ ਹੀ ਪੈਂਤੜਾ ਬਦਲ ਲਿਆ, ਪੈਂਤੜਾ ਬਦਲ ਕੇ ਲਾਲੂ ਯਾਦਵ ਦੀ ਆਰਜੇਡੀ ਨਾਲ ਸਮਝੌਤਾ ਕਰ ਲਿਆ, ਉਹਦਾ ਬੇਟਾ ਆ ਗਿਆ ਉਹਦੇ ਵਿੱਚ। ਉਹਨਾਂ ਨੇ ਕਿਹਾ ਕਿ ਅਸੀਂ ਇੱਕ ਥਾਪੜ ਕੇ ਕਿ ਅਸੀਂ ਤੁਹਾਡੀ ਹਮਾਇਤ ਕਰਾਂਗੇ, ਸਾਡੇ ਕੋਲ ਵੀ ਬਹੁਤ ਕੁਝ ਮੈਂਬਰ ਹੈਗੇ ਆ, ਸਾਡੇ ਐਮਐਲਏ ਬਹੁਤ ਹੈਗੇ ਆ, ਅਸੀਂ ਜੋ ਤੁਹਾਡੇ ਨਾਲ ਚੱਲਾਂਗੇ ਤੇ ਪੈਰ ਨਾਲ ਪੈਰ ਮਿਲਾ ਕੇ ਚੱਲਾਂਗੇ। ਉਹ ਬੀਜੇਪੀ ਤੋਂ ਅੱਗੇ ਨਿਤਿਸ਼ ਜੀ ਤੰਗ ਸੀ, ਕਿਉਂਕਿ 2 ਟਰਮਸ ਤੋਂ ਉਹਨਾਂ ਨੇ ਉੱਥੇ ਸੀਐਮ ਦਾ ਅਹੁਦਾ ਸੰਭਾਲ ਰੱਖਿਆ। ਔਰ ਜਦੋਂ ਦੇ ਨਿਤਿਸ਼ ਕੁਮਾਰ ਜੀ ਬਿਹਾਰ 'ਚ ਆਏ ਆ, ਉਦੋਂ ਦਾ ਪੂਰਾ ਸ਼ਾਂਤੀਪੂਰਵਕ ਏਰੀਆ ਹੋ ਗਿਆ, ਡਿਵੈਲਪਮੈਂਟ ਵੀ ਹੋਈ ਆ। ਲਾਲੂ ਯਾਦਵ ਦੇ ਜਦੋਂ ਇਹ ਰਹੇ ਉੱਥੋਂ ਦੇ ਮੁੱਖ ਮੰਤਰੀ, ਉਦੋਂ ਇੰਨਾ ਡਿਵੈਲਪਮੈਂਟ ਨਹੀਂ ਹੋਈ। ਰਾਬੜੀ ਜੀ ਵੀ ਰਹੇ ਆ, ਜਦੋਂ ਲਾਲੂ ਜੀ ਅੰਦਰ ਸੀਗੇ, ਅਰੈਸਟ ਸੀਗੇ, ਉਦੋਂ ਰਾਬੜੀ ਜੀ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ। ਉਦੋਂ ਬਾਅਦ ਇਹਨਾਂ ਦੇ ਬੇਟੇ ਵੱਡੇ ਹੋ ਗਏ, ਔਰ ਇਹਨਾਂ ਕੋਲ ਛਪਰਾ ਏਰੀਆ ਇੱਕ ਹੈਗਾ ਜਿੱਥੇ ਇਹਨਾਂ ਦਾ ਸਾਰਾ ਤਾਣਾ ਬਾਣਾ ਹੈਗਾ, ਜਿੱਥੇ ਸਾਰਾ ਉੱਥੇ ਲੜਦੇ ਆ ਇਲੈਕਸ਼ਨ। ਔਰ ਉਦੋਂ ਬਾਅਦ ਲਾਲੂ ਯਾਦਵ ਦੀ ਵੀ ਸਾਰੀ ਉੱਥੇ ਵੱਡੀ ਪਹੁੰਚ ਹੈ। ਜਦੋਂ ਨਿਤਿਸ਼ ਕੁਮਾਰ ਨੇ ਦੇਖਿਆ ਕਿ ਇੱਕ ਪਹੁੰਚ ਇਹ ਹੈਗੀ, ਵੱਡੀ ਪਾਰਟੀ ਹੈ, ਇਹਦੇ ਵਿੱਚ ਮੇਰੇ ਬਰਾਬਰ ਦੀ ਪਾਰਟੀ ਹੈ, ਜੇ ਇਹਨਾਂ ਨਾਲ ਮੈਂ ਧੋਖਾ ਭੁਲੇਖਾ ਕੀਤਾ ਜਾਂ ਇਹਨਾਂ ਤੋਂ ਦੂਰ ਰਿਹਾ ਤੇ ਕੱਲ੍ਹ ਨੂੰ ਮੈਨੂੰ ਵੀ ਸਿਆਸਤ ਤੋਂ ਹੱਥ ਨਾ ਧੋਣੇ ਪੈਣ। ਉਹਨਾਂ ਨੇ ਇਹਨਾਂ ਨਾਲ ਸਮਝੌਤਾ ਕਰ ਲਿਆ, ਔਰ ਉਹਨਾਂ ਨੇ ਕਿਹਾ ਵੀ ਇਹਦੇ ਨੂੰ ਹੈਗਾ ਕਿ ਉਹਨਾਂ ਤੋਂ ਦੂਰ ਹੋ ਜਾਓ, ਹੈ ਨਾ, ਉਹਨਾਂ ਤੋਂ ਵੱਖਰੇ ਹੋ ਗਏ। ਜਿਸ ਤਰ੍ਹਾਂ ਅਕਾਲੀ ਦਲ ਬੀਜੇਪੀ ਨਾਲੋਂ ਵੱਖਰਾ ਹੈ, ਇਸ ਵੇਲੇ ਖੇਤਰੀ ਪਾਰਟੀਆਂ, ਉਹ ਵੀ ਖੇਤਰੀ ਪਾਰਟੀ ਹੈ। ਇਸ ਵੇਲੇ ਸੁਖਬੀਰ ਬਾਦਲ ਇੱਕ ਕਿਨਾਰੇ 'ਤੇ ਹੈਗਾ, ਬੀਜੇਪੀ ਦੂਜੇ 'ਤੇ ਹੈਗੀ ਹੈ, ਜਦੋਂ ਕਿ ਬੀਜੇਪੀ ਦੀ ਪਿੰਡਾਂ 'ਚ ਵੋਟ ਨਹੀਂ ਹੈਗੀ, ਸ਼ਹਿਰਾਂ 'ਚ ਹੈਗੀ ਹੈ। ਉੱਥੇ ਵੀ ਇਹੀ ਮਸਲਾ ਹੈਗਾ, ਸੇਮ ਮਸਲਾ ਉੱਥੇ ਹੈਗਾ। ਉਹਨਾਂ ਨੇ ਕਿਨਾਰਾ ਕਰ ਲਿਆ, ਆਰਜੇਡੀ ਨਾਲ ਕਰ ਲਈ। ਉਹਨਾਂ ਨੇ ਕਿਹਾ ਲੋਕਲ ਪਾਰਟੀ ਹੈ, ਖੇਤਰੀ ਪਾਰਟੀ ਹੈ, ਇਹਦੇ ਨਾਲ ਅਸੀਂ ਜੁੜ ਰਹਾਂਗੇ ਅਤੇ ਸਾਡੀ ਅੱਗੇ ਜਿਹੜੀ ਆ ਪਦਵੀ ਬਰਕਰਾਰ ਰਹੂਗੀ, ਕਿਉਂਕਿ ਬਿਹਾਰ ਬਹੁਤ ਵੱਡਾ ਹੈਗਾ। ਬਿਹਾਰ ਤੋਂ
ਬੰਗਾਲ ਅੱਗੇ ਡਿਵਾਈਡ ਹੋ ਗਿਆ, ਬੰਗਾਲ ਤੋਂ ਝਾਰਖੰਡ ਵੀ ਵਿੱਚੋਂ ਨਿਕਲਿਆ ਔਰ ਉਹਨਾਂ 'ਚੋਂ ਇਹਨਾਂ ਨੇ ਆਪਣਾ ਏਰੀਆ ਬਚਾਉਣ ਲਈ ਉਹ ਦੂਜੀ ਪਾਰਟੀ ਨਾਲ ਸਮਝੌਤਾ ਕਰ ਲਿਆ। ਔਰ ਦੇਖੋ ਅੱਗੇ ਹੁਣ ਕੀ ਹੈਗਾ, ਕਿਉਂਕਿ ਲੋਕ ਬੜੇ ਸੂਝਵਾਨ ਆ। 13 ਮੰਤਰੀ ਇਹਨਾਂ ਦੇ ਰਹੇ ਆ ਪੁਰਾਣੇ ਜ਼ਮਾਨੇ ਸ਼ੁਰੂ ਤੋਂ ਰਹਿ ਕੇ, ਔਰ ਇਹ ਬੋਲਦੇ ਬਹੁਤ ਅੱਛਾ ਹੈਗਾ। ਔਰ ਰੇਲਵੇ ਜਿੰਨੇ ਰੇਲਵੇ ਮਿਨਿਸਟਰ ਆ ਤੁਸੀਂ ਗਿਣ ਕੇ ਵੇਖ ਲਓ, ਕਾਊਂਟ ਕਰਕੇ ਵੇਖ ਲਓ, ਸਾਰੇ ਬਿਹਾਰ ਦੇ ਰਹੇ ਆ ਹੁਣ ਤੱਕ ਵੀ। ਔਰ ਇਹ ਦਿਮਾਗੀ ਤੌਰ 'ਤੇ ਬੜੇ ਤੇਜ਼ ਨੇ ਔਰ ਇਹਨਾਂ ਨੂੰ ਪਤਾ ਨੇਤਾਗਰੀ ਕੀ ਹੁੰਦੀ ਹੈ, ਕਰਦੇ ਆ। ਔਰ ਇੱਥੇ ਵੋਟਿੰਗ ਬੈਂਕ ਵੀ ਬਹੁਤ ਵੱਡੀ ਇਹਨਾਂ ਦੀ ਹੈਗੀ, ਯੂਪੀ ਔਰ ਬਿਹਾਰ ਇਹ ਦੋਨੇ ਔਰ ਮੱਧ ਪ੍ਰਦੇਸ਼ ਇਹ ਸਾਰੇ ਹੈਗੇ। ਸਾਡੇ ਕੋਲ 13 ਸੀਟਾਂ ਹੈਗੀਆਂ ਪੰਜਾਬ ਦੀਆਂ, ਹਰਿਆਣੇ ਕੋਲ ਥੋੜ੍ਹੀਆਂ ਜ਼ਿਆਦਾ, ਸਾਡੇ ਤੋਂ ਵੀ ਘੱਟ ਹੈਗੀਆਂ। ਨਾਲ ਹਿਮਾਚਲ ਸਾਡੇ ਤੋਂ ਘੱਟ, ਜ਼ਿਆਦਾ ਯੂਪੀ 80+ ਹੈਗਾ। ਯੂਪੀ ਹੈਗਾ, ਅੱਧੀ ਲੋਕ ਸਭਾ ਤਾਂ ਯੂਪੀ 'ਚ ਬੈਠੀ ਹੈ। ਕਹਿੰਦੇ ਨੇ ਕਿ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਹੁੰਦਾ ਤਾਂ ਯੂਪੀ ਦਾ ਖਾਸ ਉਹਦੇ 'ਚ ਰੋਲ ਰਹਿੰਦਾ ਹੈ, ਪਰ ਕਿਸੇ ਨੂੰ ਅੱਜ ਤੱਕ ਸਮਝ ਨਹੀਂ ਆਇਆ ਕਿ ਕਿਉਂ ਖਾਸ ਰੋਲ ਰਹਿੰਦਾ, ਪਰ ਰਹਿੰਦਾ ਜ਼ਰੂਰ ਹੈ। ਔਰ ਯੂਪੀ ਦੇ ਉੱਤੇ ਬਹੁਤ ਨਿਰਭਰ ਕਰਦੀਆਂ ਹੁੰਦੀਆਂ ਇਲੈਕਸ਼ਨਸ ਦੀਆਂ ਜਿਹੜੀਆਂ ਵੀ ਰਿਜ਼ਲਟਸ, ਜਿਹੜੀਆਂ ਵੀ ਟਰਮਸ ਹੁੰਦੀਆਂ ਨੇ, ਬਹੁਤ ਜ਼ਿਆਦਾ ਉਹਦੇ ਉੱਤੇ ਡਿਪੈਂਡ ਕਰਦੀਆਂ ਨੇ, ਕਿਉਂਕਿ ਬਹੁਮਤ ਉੱਥੇ ਹੈ ਨਾ, ਬਹੁਮਤ ਉੱਥੇ ਹੈ। ਹੁਣ ਇਹ ਦੇਖੋ ਕਿਆ ਗੇਮ ਹੈ। ਜੇ ਬੀਜੇਪੀ ਨਾਲ ਸਮਝੌਤਾ ਕਰਕੇ ਪਾਵਰ 'ਚ ਆਏ ਹੋ ਤਾਂ ਬੀਜੇਪੀ ਨੇ ਡਿਮਾਂਡਸ ਵਧਾ ਦਿੱਤੀਆਂ, ਇਹ ਕਹਿੰਦੇ ਅਸੀਂ ਸਪਲਾਈ ਨਹੀਂ ਦੇਣੀ, ਇਸ ਕਰਕੇ ਫਿਰ ਅੰਦਰ ਖਾਤੇ ਸਭ ਨੂੰ ਮਿਲ ਕੇ ਕੌਨਫੀਡੈਂਸ 'ਚ ਲਿਆ, ਜਾ ਕੇ ਰਿਜ਼ਾਈਨ ਕਰਕੇ ਉਹਨਾਂ ਨਾਲ ਗੱਠਜੋੜ ਤੋੜ ਕੇ ਆਰਜੇਡੀ ਨਾਲ ਸਮਝੌਤਾ, ਤੇ ਉਹਨਾਂ ਦੇ ਇੱਕ ਬੰਦੇ ਨੂੰ, ਲਾਲੂ ਜੀ ਦੇ ਬੇਟੇ ਨੂੰ ਡਿਪਟੀ ਸੀਐਮ ਥਾਪ ਦਿੱਤਾ ਗਿਆ। ਇਹ ਅੰਦਰੋਂ ਸ਼ੇਕ ਹੈਂਡ ਹੋ ਗਿਆ ਕਿ ਤੁਹਾਨੂੰ ਇਹ ਪੋਜੀਸ਼ਨ ਦਵਾਂਗੇ। ਅਸਤੀਫਾ ਦਿੱਤਾ, ਅਸਤੀਫਾ ਦੇਣ ਤੋਂ ਬਾਅਦ ਦੁਬਾਰਾ ਬਣੇ ਨੇ, ਦੁਬਾਰਾ ਚੁਣ ਲਿਆ ਯੂਨੈਨਿਮਸਲੀ। ਸੋ ਬੜੇ ਸੂਝਵਾਨ ਔਰ ਬੜੇ ਸਿਆਣੇ ਆ ਨਿਤਿਸ਼ ਕੁਮਾਰ ਜੀ, ਜਦੋਂ ਦੇ ਆਏ ਆ ਔਰ ਜਨਤਾ ਇਹਨਾਂ ਤੋਂ ਬਹੁਤ ਖੁਸ਼ ਹੈ ਔਰ ਉੱਤੇ ਕੋਈ ਇੱਦਾਂ ਦੀ ਨੁਕਤਾਚੀਨੀ ਨਹੀਂ ਹੋਈ ਇਹਨਾਂ 'ਤੇ। ਔਰ ਜਦੋਂ ਵੀ ਇਹਨਾਂ ਨੇ ਕੀਤਾ, ਇਹਨਾਂ ਨੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਜਨਮ ਦਿਨ ਆ ਨਾ ਉੱਥੇ ਮਨਾਇਆ ਜਾਂਦਾ ਪਟਨਾ ਸਾਹਿਬ, ਉਹਦੇ ਲਈ ਵੀ ਬਹੁਤ ਖੁੱਲ੍ਹੇ ਤਰੀਕੇ ਨਾਲ, ਬੜਾ ਸ਼ਰਧਾ ਪੂਰਵਕ, ਬੜੇ ਅੱਛੇ ਫੰਡ ਨਾਲ ਉਹਨਾਂ ਨੇ ਕੰਮ ਕੀਤਾ। ਔਰ ਪੂਰੀ ਦੁਨੀਆ 'ਚ ਲੋਕਾਂ ਨੇ ਇਹਨਾਂ ਦਾ ਸਤਿਕਾਰ ਕੀਤਾ ਕਿ ਤੁਸੀਂ ਗੁਰੂ ਸਾਹਿਬ ਦਾ ਜਿਹੜਾ ਇਹ ਉਪਦੇਸ਼ ਲਾਇਆ। ਔਰ ਅੱਛੀ ਗੱਲ ਹੈ ਜਦੋਂ ਇੱਦਾਂ ਦੇ ਕੋਈ ਵੱਡਾ ਮੁੱਦਾ ਲੈ ਕੇ ਔਰ ਦੂਰ ਤੱਕ ਲੋਕਾਂ ਨੂੰ ਕਰਦੇ ਆ ਸਾਰਾ ਕੁਝ, ਕਿਉਂਕਿ ਬੀਇੰਗ ਸੀਐਮ ਇਹਨਾਂ ਨੇ ਆਪ ਸੰਭਾਲਿਆ ਸਾਰਾ। ਔਰ ਉੱਥੇ ਗਾਂਧੀ ਮੈਦਾਨ ਇੱਕ ਏਰੀਆ, ਉਹਦੇ 'ਚ ਐਸੇ ਤੰਬੂ ਕਨਾਤਾਂ ਲਾਤੇ, ਐਸੇ ਲੰਗਰ ਲਾਇਆ ਔਰ ਇਹਨਾਂ ਦੇ ਕੰਮ ਨਾਲ। ਔਰ ਇਹ ਦੇਖੋ ਆਪ ਕਹਿੰਦੇ ਕਿ ਬੜੇ ਪੂਜਨੀਕ ਸਾਡੇ ਗੁਰੂ ਨੇ, ਔਰ ਇਹਨਾਂ ਨੇ ਬੋਲੇ ਜਦੋਂ ਉਹਨਾਂ ਨੇ ਕਿਹਾ, ਔਰ ਸਾਰੇ ਜਿਹੜੀ ਸਿੱਖ ਸਮੁਦਾਇ ਉਹਨਾਂ ਨੇ ਬੜੀ ਇਹਨਾਂ ਦਾ ਪਿਆਰ ਭਰਿਆ ਸਤਿਕਾਰ ਕੀਤਾ। ਗੱਲ ਇਹੀ ਹੈ ਕਿ ਰਾਜਨੀਤੀ ਹੈ ਜੀ, ਔਰ ਇਹਦੇ 'ਚ ਸਮੀਕਰਨ ਬਣਾਉਣੇ ਪੈਂਦੇ ਨੇ ਕਿ ਆਰਜੇਡੀ ਨਾਲ ਜਦੋਂ ਸਮਝੌਤਾ ਕੀਤਾ। ਦੇਖੋ ਜਿਹੜੀ ਇੱਥੇ ਸਿੱਖ ਵੋਟ ਆ ਜਾਂ ਜਿਹੜੀ ਇੱਥੇ ਇੱਕ ਕਮਿਊਨਿਟੀ ਆ, ਉਹ ਕਿਉਂ ਦੂਰ ਰਹੇਗੀ? ਉਹਨਾਂ ਨੇ ਕਹਿਣਾ ਕਿ ਗੁਰੂ ਸਾਹਿਬ ਦੇ ਉਪਦੇਸ਼ ਨੂੰ ਫੈਲਾਉਂਦੇ ਸਾਰਾ ਕੁਝ, ਉਹ ਵੋਟ ਵੀ ਇਹਨਾਂ ਦੀ ਪੱਕੀ ਹੈ। ਬਿਲਕੁਲ ਜੀ। ਅਸੀਂ ਇਹ ਨਹੀਂ ਕਹਿ ਰਹੇ ਕਿ ਵੋਟ ਪਾਉਣਗੇ ਇਹਨਾਂ ਨੂੰ, ਪਰ ਅਸੀਂ ਕਹਿ ਰਹੇ ਹਾਂ ਕਿ ਉਹਨਾਂ ਨੇ ਕੰਮ ਕੀਤਾ। ਤਦ ਆਰਜੇਡੀ ਦਾ ਉਹਨਾਂ ਨੇ ਇਹ ਨਾਲ ਸਮਝੌਤਾ ਹੋ ਗਿਆ ਕਿ ਤੁਹਾਡਾ ਬੰਦਾ ਸਾਡਾ ਡਿਪਟੀ ਸੀਐਮ ਬਣੇਗਾ ਜੀ, ਤੇ ਫਿਰ ਕੌਨਫੀਡੈਂਸ ਲਿੱਤਾ, ਮੌਕਾ ਸੰਭਾਲ ਕੇ, ਫਿਰ ਤੋਂ ਮੌਕਾ ਸੰਭਾਲ ਕੇ ਫਿਰ ਤੋਂ ਮੁੱਖ ਮੰਤਰੀ ਬਣ ਗਏ ਤੇ ਬੀਜੇਪੀ ਨੂੰ ਦਰਕਨਾਰ ਕਰ ਦਿੱਤਾ। ਹੁਣ ਬੀਜੇਪੀ ਕਿਹੜਾ ਚੁੱਪ ਕਰਕੇ ਬੈਠੇਗੀ? ਹੁਣ ਕੋਈ ਨਾ ਕੋਈ ਗੇਮ ਉਹਨਾਂ ਨੇ ਵੀ ਖੇਡਣੀ ਹੈ, ਕੋਈ ਨਾ ਕੋਈ ਸਟ੍ਰੈਟਜੀ ਤੇ ਚੱਲੇਗੀ ਵੀ ਗਵਰਨਮੈਂਟ ਨੂੰ ਕਿੱਦਾਂ ਸਿੱਟਣਾ ਹੈ, ਕਿੱਦਾਂ ਇਹਨਾਂ ਨੂੰ ਕਾਬੂ ਕਰਨਾ ਹੈ। ਉਹ ਸੈਂਟਰ ਤੋਂ ਹੋਊਗਾ ਕੁਛ, ਪਰ ਇਹ ਦੋ ਖੇਤਰੀ ਪਾਰਟੀ ਦੋਵੇਂ ਜਿਹੜੀਆਂ ਆਮੋ ਸਾਹਮਣੇ ਇਕੱਠੀਆਂ ਹੋ ਗਈਆਂ, ਦੋਵੇਂ ਹੋ ਗਏ ਨਾ, ਦੋ ਹੋ ਗਏ ਨਾ ਕਿ ਦੋ ਮੋਢੇ ਇਕੱਠੇ ਹੋ ਗਏ ਨਾ, ਆਂਦੇ ਇੱਕ ਇਕੱਲਾ ਤੇ 2-11। ਵੈਸੇ ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਇੰਨਾ ਦਿਲਚਸਪ ਸਭ ਕੁਝ ਬਣ ਜਾਂਦਾ ਹੈ? ਮਤਲਬ ਲੋਕਾਂ ਦੇ ਵਾਸਤੇ ਤਾਂ ਇੱਕ ਤਮਾਸ਼ਾ ਹੀ ਹੁੰਦਾ, ਪਬਲਿਕ ਵਾਸਤੇ ਕਿ ਦੇਖੋ ਹੁਣ ਉਹ ਇੱਧਰ ਤੇ ਉਹ ਇੱਧਰ, ਇਹ ਤਮਾਸ਼ੇ ਚੱਲੀ ਜਾਂਦੇ ਨੇ। ਚਲੋ ਇੱਕ ਚੰਗੀ ਗੱਲ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਪਬਲਿਕ ਬਾਰੇ ਸੋਚਦੇ ਹੋ, ਕਿਉਂਕਿ ਰਾਜਨੀਤੀ ਦਾ ਮਤਲਬ ਹੀ ਇਹ ਹੈ ਕਿ ਪਬਲਿਕ ਨੂੰ ਖੁਸ਼ ਰੱਖਣਾ, ਔਰ ਖੁਸ਼ ਪਬਲਿਕ ਤਾਂ ਰਹੇਗੀ ਜੇ ਉਹਨਾਂ ਦੇ ਪੱਲੇ ਕੁਝ ਪਾਓਗੇ, ਬਸ ਜੇ ਉਹਨਾਂ ਨੂੰ ਕੋਈ ਫਾਇਦਾ ਦਿਓਗੇ। ਸੋ ਆਪਸ ਦੇ ਵਿੱਚ ਇਹ ਸਮੀਕਰਨ ਬਣਾਉਣਾ ਠੀਕ ਹੈ, ਨਾ ਦੋਸਤੀ ਪੱਕੀ ਨਾ ਦੁਸ਼ਮਣੀ ਪੱਕੀ, ਫਾਇਦਾ ਪੱਕਾ, ਜਿੱਥੋਂ ਫਾਇਦਾ ਉੱਥੇ ਜਾ ਕੇ ਹੱਥ ਮਿਲਾ ਲਓ। ਇਹ ਤਾਂ ਅਸੀਂ ਸਾਰੇ ਸਮਝਦੇ ਰਾਜਨੀਤੀ ਹੈ ਹੀ ਹੈ, ਤਾਂ ਨਾਲ ਪਬਲਿਕ ਦਾ ਵੀ ਭਲਾ ਕਰੋ, ਇਸ ਲਈ ਜ਼ਰੂਰ ਚਾਹਾਂਗੇ। ਖੈਰ ਆਪਾਂ ਅੱਗੇ ਵਧਦੇ ਹਾਂ। ਜ਼ਰੂਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੋਲ ਕਿੰਨੀ ਜਾਇਦਾਦ ਹੈ? ਇਸ ਬਾਰੇ ਅੰਕੜੇ ਆਉਂਦੇ ਪਏ ਨੇ, ਕਹਿੰਦੇ ਨੇ ਕਿ 2 ਕਰੋੜ 23 ਲੱਖ। ਅੱਛਾ, ਇੰਨੀ ਪ੍ਰਧਾਨ ਮੰਤਰੀ ਸਾਹਿਬ ਕੋਲ ਜਾਇਦਾਦ ਹੈ ਜੋ ਅੰਕੜੇ ਕਹਿੰਦੇ ਨੇ। ਹਾਂ, ਇਹ ਤਾਂ ਬਿਲਕੁਲ ਇਹਨਾਂ ਨੇ ਬਹੁਤ ਘੱਟ ਜਿਹੜੀ ਆ ਨਜ਼ਰ ਆਈ ਆ ਜਾਂ ਅੰਕੜੇ ਦੱਸ ਰਹੇ ਆ। ਔਰ ਜਦੋਂ ਹਿੰਦੁਸਤਾਨ ਦੇ ਪੂਰੀ ਵੱਡੀ ਪੋਸਟ 'ਤੇ ਬੈਠੇ ਆ, ਬੜੀ ਵੱਡੀ ਪਦਵੀ ਹੈ ਕਿ ਨਹੀਂ ਇਹਨਾਂ ਕੋਲ, ਔਰ ਇਹਨਾਂ ਦੀ ਸੈਲਰੀ ਵੀ ਬਹੁਤ ਹੋਊਗੀ ਔਰ ਪ੍ਰੋਪਰਟੀ ਵੀ ਹੋ ਸਕਦੀ ਆ, ਫਿਰ ਖਰਚਾ ਪਾਣੀ ਵੀ ਇਹਨਾਂ ਦਾ ਬਹੁਤਾ ਕਰਦਾ ਹੈ ਨਹੀਂ, ਬਾਲ ਬੱਚਾ ਤਾਂ ਨਹੀਂ ਇਹਨਾਂ ਕੋਲ। ਔਰ ਦੇਖੋ ਬਾਲ ਬੱਚਾ ਤਾਂ ਇਹਨਾਂ ਦਾ ਇਸ ਵੇਲੇ ਪੂਰਾ ਇੰਡੀਆ, ਹਿੰਦੁਸਤਾਨ। ਔਰ ਦੇਖ ਲਓ ਇਹਨਾਂ ਜੋ ਸ਼ੋਅ ਕੀਤਾ, ਇਸ ਹਿਸਾਬ ਨਾਲ ਮਨਮੋਹਨ ਸਿੰਘ ਕੋ ਵੀ ਪ੍ਰੋਪਰਟੀ ਬਰਾਬਰ ਜੇ ਦੀ ਸੀ ਉਸ ਜ਼ਮਾਨੇ 'ਚ, ਉਹਨਾਂ ਕੋਈ ਪ੍ਰੋਪਰਟੀ ਨਹੀਂ, ਜਾਂ ਤਾਂ ਦਿਖਾਈ ਘੱਟ ਗਈ ਹੈ ਜਾਂ ਫਿਰ ਹੈ ਹੀ ਇੰਨੀ ਕੁ ਹੈਗੀ ਹੈ। ਮਨਮੋਹਨ ਸਿੰਘ ਬੜੇ ਇਮਾਨਦਾਰ ਔਰ ਬੜੇ ਸਮਰੱਥ, ਦੋਵੇਂ ਗੱਲਾਂ ਕਰ ਜਾਂਦੇ ਸਮਰੱਥ ਸੀ,
ਤੁਸੀਂ ਦੋਵੇਂ ਗੱਲਾਂ ਕਰ ਜਾਂਦੇ ਹੋ, ਜਾਂ ਤਾਂ ਹੈ ਹੀ ਇੰਨੀ ਜਾਂ ਫਿਰ ਦਿਖਾਈ ਘੱਟ ਗਈ ਹੈ। ਇਹ ਵੀ ਹੋ ਸਕਦਾ ਕਿਉਂਕਿ ਇਹਨਾਂ ਕੋਲ ਪਾਵਰ ਆ, ਇਹਨਾਂ ਕੋਲ ਸਾਰੇ ਏਜੰਸੀਆਂ ਇਹਨਾਂ ਕੋਲ ਹੈ, ਡਾਟਾ ਦਿਖਾਉਣ ਵਾਲੇ ਇਹਨਾਂ ਕੋਲ ਹੈਗੇ ਆ, ਉਹ ਵੀ ਤੇ ਦੱਸ ਸਕਦੇ ਆ ਨਾ। ਪਰ ਮੇਰਾ ਖਿਆਲ ਹੈ ਕਿ ਇਹਨਾਂ ਕੋਲ ਮੇਰੇ ਹਿਸਾਬ ਨਾਲ ਤੇ ਇੰਨੀ ਕੀ ਹੈਗੀ ਆ ਜਾਂ ਹੋਣੀ ਚਾਹੀਦੀ ਹੈ। ਦੇਖੋ ਮੈਂ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਕਿ ਬਲਕਾਰ ਜੀ ਨਾ ਬੜੀ ਪਿਆਰੀ ਗੇਮ ਖੇਡਦੇ ਨੇ, 2 ਤੇ 2 4 ਹੁੰਦੇ ਨੇ, ਪੱਕੀ ਗੱਲ ਹੈ 5 ਵੀ ਹੋ ਸਕਦੇ ਨੇ। ਨਹੀਂ ਪਰ ਇਹ ਹੈ ਨਾ, ਮੈਂ ਤਾਂ ਦੋਵੇਂ ਗੱਲਾਂ ਕਹਿ ਗਿਆ, ਮੈਂ ਕਿਹਾ ਹੋ ਸਕਦਾ ਕਿ ਜਿਹੜਾ ਇਹਨਾਂ ਦਾ ਡਾਟਾ ਵਾ ਹੋ ਸਕਦਾ ਕਿ ਪੂਰੇ ਦਾ ਪੂਰਾ ਨਾ ਦਿੱਤਾ ਹੋਵੇ, ਪਰ ਜੇ ਦਿਖਾਇਆ ਗਿਆ ਇੰਨਾ ਹੈਗਾ 2 ਕਰੋੜ ਵੀ ਕੋਈ ਘੱਟ ਨਹੀਂ ਹੁੰਦਾ ਪੈਸਾ, 2.5 ਕਰੋੜ ਦੇ ਕਰੀਬ ਹੋ ਜਾਂਦਾ, 2.5 ਕਰੋੜ ਹੈਗਾ, ਇਹ ਕੋਈ ਘੱਟ ਤਾਂ ਨਹੀਂ ਹੈਗਾ ਪੈਸਾ, ਕਾਫੀ ਹੈ ਜਿਹੜਾ ਇੱਕ ਆਮ ਬੰਦੇ ਲਈ ਜਾਂ ਇੱਕ ਆਮ ਸਰਕਾਰ ਲਈ ਤਾਂ ਬਹੁਤ ਪੈਸਾ ਹੈਗਾ। ਪੰਜਾਬ ਗੌਰਮੈਂਟ ਨੂੰ ਇੰਨਾ ਦਿੱਤਾ ਜਾਵੇ ਤਾਂ ਉਹ ਕਈ ਕੁਝ ਕਰ ਸਕਦੇ ਆ ਇਹਦੇ 'ਤੇ। ਇਹ ਹੁਣ ਸਾਡੇ ਮੁੱਖ ਮੰਤਰੀ ਨੇ ਮੌਜੂਦਾ ਭਗਵੰਤ ਮਾਨ ਜੀ, ਜੇ ਉਹਨਾਂ ਨੂੰ ਕਹਿ ਦੇਣ ਕਿ ਜਿੰਨਾ ਤੁਹਾਡੇ ਕੋਲ ਪਿਆ ਵਾ ਡਾਟਾ ਜੋ ਦਿਖਾਇਆ ਗਿਆ ਉਹਦੇ 'ਚੋਂ ਅੱਧਾ ਪਚੱਧਾ ਸਾਨੂੰ ਦੇ ਦਿਓ, ਬਾਕੀ ਜੇ ਤੁਹਾਡਾ ਹੈਗਾ ਤਾਂ ਹਰਿਆਣੇ ਨੂੰ ਦੇ ਦਿਓ, ਅਸੀਂ ਦੋਵੇਂ ਰਲ ਮਿਲ ਕੇ 50% ਉਹਨਾਂ ਦਾ 50% ਸਾਡਾ, ਅਸੀਂ ਇਹਦੇ ਨਾਲ ਬੜਾ ਕੁਝ ਕਰ ਸਕਦੇ। ਬਿਲਕੁਲ ਠੀਕ ਗੱਲ ਹੈ। ਚਲੋ 2.5 ਕਰੋੜ ਹੀ ਹੈ, ਨਹੀਂ ਤਾਂ ਇੱਥੇ ਤੇ 600 ਕਰੋੜ 500 ਕਰੋੜ ਇੰਨੀਆਂ ਨਿਕਲਦੀਆਂ ਪਈਆਂ ਨੇ ਲੋਕਾਂ ਕੋਲ। ਉਹਨਾਂ ਕਿਹੜਾ ਟਰੰਪ ਦਾ ਪਤਾ ਲੱਗੂਗਾ, ਡੋਨਲਡ ਟਰੰਪ ਕੋਲ ਕਿੰਨਾ ਪੈਸਾ ਦਾ ਪਤਾ ਲੱਗਣਾ, ਹਾਂ ਕਿੰਨਾ ਪੈਸਾ ਉਹਦੇ ਕੋਲ। ਆਪਾਂ ਦੋਸਤੀ ਦੀ ਗੱਲ ਤੇ ਪਹਿਲੇ ਕਰ ਚੁੱਕੇ ਹਾਂ, ਉਹਨਾਂ ਨੇ ਕਹਿਣਾ ਸਾਡੇ PM ਸਾਹਿਬ ਨਾਲ ਦੋਸਤੀ ਕਾਫੀ ਰਹੀ ਹੈ, ਦੋਸਤੀ ਰਹੀ ਹੈ, ਬਹੁਤ ਦੋਸਤੀ ਰਹੀ। ਚਲੋ ਆਪਾਂ ਅੱਗੇ ਵਧੀਏ ਜੀ। ਜ਼ਰੂਰ। ਦੇਸ਼ ਦੀ ਵੰਡ ਵੇਲੇ ਮਾਰੇ ਗਏ ਪੰਜਾਬੀਆਂ ਨੂੰ ਅਕਾਲ ਤਖਤ ਵਿਖੇ ਦਿੱਤੀ ਜਾਵੇਗੀ ਸ਼ਰਧਾਂਜਲੀ, ਇੱਕ ਚੰਗੀ ਗੱਲ ਹੈ। ਇਹ ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ ਹਰਪ੍ਰੀਤ ਸਿੰਘ ਜੀ, ਉਹਨਾਂ ਦਾ ਇਹ ਬਿਆਨ ਸਮਝ ਲਓ ਜਾਂ ਲੋਕਾਂ ਲਈ ਇੱਕ ਅਰਦਾਸ ਦੇ ਤੌਰ 'ਤੇ ਉਹਨਾਂ ਨੇ ਲੋਕਾਂ ਨੂੰ ਸੂਚਿਤ ਕੀਤਾ ਕਿ 75 ਸਾਲ ਹੋ ਗਏ ਨੇ ਦੇਸ਼ ਆਜ਼ਾਦ ਹੋਏ ਨੂੰ, ਔਰ ਉਸ ਮੁਹਿੰਮ 'ਚੋਂ ਨਿਕਲ ਕੇ ਲੋਕਾਂ ਨੇ ਜਦੋਂ ਆਜ਼ਾਦੀ ਦੀਆਂ ਜੰਜੀਰਾਂ ਨੂੰ ਤੋੜਿਆ ਔਰ ਬੜੀ ਵੱਡੀ ਜਦੋਜਹਿਦ ਹੋਈ ਆ, ਬੜਾ ਵੱਡਾ ਸੰਘਰਸ਼ ਸੀਗਾ। ਉਸ ਸੰਘਰਸ਼ ਨੂੰ ਜਦੋਂ ਇਹਨਾਂ ਨੇ ਪੂਰੇ ਦਾ ਪੂਰਾ ਸ਼ਾਂਤਮਈ ਤਰੀਕੇ 'ਤੇ ਆ ਕੇ ਆਪਣੀ ਨੁਮਾਇੰਦਗੀ ਦੀ ਸਰਕਾਰ ਬਣਾਈ ਆ, ਔਰ ਉਹ ਦਿਨ ਅਸੀਂ 15 ਅਗਸਤ ਨੂੰ ਮਨਾ ਰਹੇ ਹਾਂ। ਤੇ ਇਹਨਾਂ ਨੇ ਤਰੀਕ ਰੱਖੀ 10 ਤੋਂ 14 ਨੂੰ 10 ਤੋਂ ਲੈ ਕੇ ਜਪਜੀ ਸਾਹਿਬ ਦਾ ਪਾਠ ਕੀਰਤਨ ਸਾਰਾ ਕੁਝ ਹੋਏਗਾ, ਔਰ 14 ਤਰੀਕ ਨੂੰ ਅਰਦਾਸ ਹੋਏਗੀ ਉਹਨਾਂ ਦੇ ਸ਼ਰਧਾਂਜਲੀ ਸਮਾਰੋਹ ਦੇ ਵਿੱਚ, ਜਿਹੜੇ 10 ਲੱਖ ਦੇ ਕਰੀਬ ਜਿਹੜੇ ਸ਼ਹੀਦ ਹੋ ਗਏ ਆ ਦੇਸ਼ ਦੀ ਆਜ਼ਾਦੀ ਲਈ, ਔਰ ਉਹ ਜਿੰਨੇ ਮੁਹਿੰਮ ਸੀਗੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ। ਪਰ ਇੱਕ ਉਹਨਾਂ ਨੇ ਇਹ ਗੱਲ ਬੜੀ ਅੱਛੀ ਕਹੀ ਕਿ ਉਹਦੇ ਵਿੱਚ ਇਹ ਨਹੀਂ ਕਿ ਸਿੱਖ ਕਮਿਊਨਿਟੀ ਸੀਗੀ, ਉਹਦੇ ਵਿੱਚ ਹਿੰਦੂ, ਸਿੱਖ, ਈਸਾਈ ਔਰ ਬੋਧੀ ਸਾਰੇ ਧਰਮਾਂ ਦੇ ਲੋਕਾਂ ਨੇ ਹਿੱਸਾ ਪਾਇਆ, ਔਰ ਉਹ ਲੋਕ ਦੇਸ਼ ਦੀ ਆਜ਼ਾਦੀ ਨੂੰ ਤਰਸਦੇ ਲੜਦੇ ਜੂਝਦੇ ਮਾਰੇ ਗਏ। ਔਰ ਇਹ ਗੱਲ ਉਹਨਾਂ ਨੇ ਬੜੀ ਅੱਛੇ ਤਰੀਕੇ ਨਾਲ ਕੀਤੀ ਹੈ ਕਿ ਉਦੋਂ ਗੁਰੂ ਕਾ ਅਟੁੱਟ ਲੰਗਰ ਵੀ ਵਰਤਾਇਆ ਜਾਊਗਾ, ਔਰ ਉੱਤੇ ਸ਼ਹੀਦਾਂ ਦੀਆਂ ਵਾਰਾਂ ਵੀ ਗਾਈਆਂ ਜਾਣਗੀਆਂ, ਕਵੀਸ਼ਰ ਆਉਣਗੇ ਔਰ ਉਹਨਾਂ ਦੇ ਨਾਂ ਲਏ ਜਾਣਗੇ ਜਿਨ੍ਹਾਂ ਦੇ ਲੋਕਾਂ ਦੇ ਵਿੱਚ ਪਤਾ ਉਹਨਾਂ ਨੂੰ। ਔਰ ਬਹੁਤ ਜ਼ਿਆਦਾ ਲੋਕ ਉਸ ਅੰਮ੍ਰਿਤਸਰ ਤਰਨਤਾਰਨ ਤੋਂ ਲੋਕ ਜਿਹੜੇ ਰਹੇ ਉਹਨਾਂ ਦੇ ਹਿਸਟਰੀ ਹੈਗੀ, ਉਹ ਲੋਕਾਂ ਦੇ ਸਾਹਮਣੇ ਹੈਗੇ। ਬਹੁਤ ਵਧੀਆ ਕਦਮ ਹੈ, ਕਿਉਂਕਿ ਵੈਸੇ ਵੀ ਭਾਰਤ ਸਰਕਾਰ ਵੱਲੋਂ 15 ਅਗਸਤ ਸਨ 2021 ਤੋਂ ਜਿਹੜਾ ਆਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ ਸ਼ੁਰੂ ਕੀਤਾ ਗਿਆ ਕਿ ਸਾਰੇ ਆਜ਼ਾਦੀ ਘੁਲਾਟੀਆਂ ਨੂੰ ਸਮਰਪਿਤ ਹੈ। ਇਸ ਪੂਰਾ ਸਾਲ ਉਹ 15 ਅਗਸਤ ਸਨ 2022 ਤੱਕ ਚੱਲਣਾ ਹੈ। ਹੁਣੇ ਥੋੜੇ ਦਿਨ ਰਹਿ ਗਏ ਨੇ ਜਦੋਂ ਸਾਡਾ ਇੰਡੀਪੈਂਡੈਂਸ ਡੇ ਆਉਣਾ। ਘਰ ਘਰ ਝੰਡੇ ਦਾ ਵੀ ਐਲਾਨ, ਘਰ ਘਰ ਝੰਡੇ ਦਾ ਅਭਿਆਨ ਚੱਲਣਾ ਹੈ 13 ਤੋਂ 15 ਤੱਕ। 20 ਕਰੋੜ ਫਲੈਗ ਵੰਡੇ ਜਾ ਰਹੇ ਆ। ਮੋਦੀ ਸਾਹਿਬ ਨੇ ਕਹਿਤਾ ਵੀ ਇਹਨੇ ਤੇ ਡਿਸਟ੍ਰੀਬਿਊਟ ਕਰੋ ਸਾਰੇ। ਇਹ ਉਹਨਾਂ ਉਹ ਤੋਂ 2 ਕਰੋੜ ਚੋਂ ਦਿੱਤੇ, ਇਹ ਸਰਕਾਰੀ ਫੰਡ ਚੋਂ ਆਉਣਗੇ, ਔਰ 2 ਕਰੋੜ ਤੋਂ ਅਬਵ ਜਿਹੜੇ ਆ ਲੋਕਾਂ ਨੂੰ ਇਹ ਫਲੈਗ ਵੰਡੇ ਗਏ ਜਿਹੜੇ ਲੋਕਾਂ ਨੇ ਚਲਾਉਣੇ ਆ ਘਰਾਂ 'ਚ ਉਸ 15 ਅਗਸਤ ਨੂੰ। ਔਰ ਉਹਦੇ 'ਤੇ ਇਹ ਸਾਰਾ ਕੁਝ ਇਹਨਾਂ ਨੇ ਕਹਿਤਾ ਕਿ ਘਰ ਘਰ ਕਰਨਗੇ, ਫਲੈਗ ਲਹਿਰਾਏ ਜਾਣਗੇ। ਪਰ ਉਹਦੇ 'ਚ ਇਹ ਹੈਗਾ ਕਿ ਉਹਨਾਂ ਨੇ ਕਿਹਾ ਕਿ ਉਹ ਲੋਕ ਜਿਹੜੇ ਬਾਹਰ ਨੇ ਜਾਂ ਜਿਹੜੇ ਬਾਹਰੋਂ ਇੱਥੇ ਨੇ ਜਾਂ ਜਿਹਨਾਂ ਦੇ ਘਰ ਇਸੇ ਤਰ੍ਹਾਂ ਦੇ ਖਾਲੀ, ਉਹ ਲੋਕਾਂ ਨੂੰ ਸੂਚਿਤ ਕਰਨ ਕਿ ਆਪਣੇ ਘਰਾਂ 'ਚ ਲਾਉਣ, ਕਿਉਂਕਿ ਪ੍ਰਵਾਸੀ ਭਾਰਤੀ ਆਪਣੇ ਕੋਈ ਬਹੁਤ ਆ, ਸਾਰੇ ਦੇਸ਼ 'ਚ ਬੈਠੇ ਆ, ਕਿ ਉਹਨਾਂ ਦੇ ਘਰਾਂ 'ਤੇ ਵੀ ਵਿੱਚ ਵੀ ਇਹ ਝੰਡੇ ਲਹਿਰਾਏ ਜਾਣ। ਬਿਲਕੁਲ ਸਹੀ ਗੱਲ ਹੈ। ਵੈਸੇ ਇੱਕ ਚੰਗੀ ਮੁਹਿੰਮ ਹੈ ਕਿ ਅਕਾਲ ਤਖਤ ਸਾਹਿਬ ਤੋਂ ਸਭ ਦੇ ਵਾਸਤੇ ਅਰਦਾਸ ਹੋਏਗੀ। ਬਟਵਾਰੇ ਵਿੱਚ ਕਮ ਸੇ ਕਮ ਕਹਿੰਦੇ ਨੇ ਕਿ 10 ਲੱਖ ਦੇ ਕਰੀਬ ਲੋਕ ਮਾਰੇ ਗਏ, ਔਰ ਇੰਨੇ ਵੱਡੇ ਪੱਧਰ ਦੇ ਉੱਤੇ ਕਿਤੇ ਜੰਗ ਵਿੱਚ ਵੀ ਨਹੀਂ ਮਾਰੇ ਜਾਂਦੇ। ਬਿਲਕੁਲ ਜਿੰਨੇ ਵੱਡੇ ਪੱਧਰ ਤੇ ਬਟਵਾਰੇ ਨੇ ਖਾ ਲਏ, ਔਰ ਇਹ ਸਾਰੀਆਂ ਜਿਹੜੀਆਂ ਧਰਮ ਦੇ ਆਧਾਰ ਦੇ ਉੱਤੇ ਬਟਵਾਰੇ ਹੋਏ ਔਰ ਧਰਮ ਦੇ ਆਧਾਰ ਦੇ ਉੱਤੇ ਹੀ ਮਾਰੇ ਗਏ ਲੋਕ, ਉੱਧਰ ਵੀ ਮਾਰੇ ਗਏ, ਇੱਧਰ ਵੀ ਮਾਰੇ ਗਏ। ਸੋ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਇੱਕ ਵਾਰ ਫਿਰ ਤੋਂ ਅਰਦਾਸ ਹੋਣੀ। ਹੁਣੇ ਤੁਹਾਨੂੰ ਇਹ ਗੱਲ ਦੱਸਦੇ ਹਾਂ, ਜਦੋਂ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਲੋਕ ਜਾਂਦੇ ਆ, ਇੱਕ ਜਲੰਧਰ ਦੇ ਸੀਗੇ ਸਰਵਣ ਸਿੰਘ, ਔਰ ਉਹਨਾਂ ਨੇ ਉੱਥੇ ਜਦੋਂ ਗਏ ਤੇ ਵੀਡੀਓ ਵੇਖੀ ਉਹਦੇ 'ਤੇ, ਔਰ ਉਹਨਾਂ ਦਾ ਭਤੀਜਾ ਸੀ ਅਸ਼ਫਾਕ ਅਹਿਮਦ ਜੀ, ਔਰ ਉਹ ਭਤੀਜਾ ਉੱਥੇ ਰਹਿ ਗਿਆ ਜਦੋਂ ਵੰਡ ਹੋਈ ਆ। ਵੰਡ ਹੋਣ ਤੋਂ ਬਾਅਦ ਉੱਥੇ ਮੁਸਲਿਮ ਕਮਿਊਨਿਟੀ ਦੇ ਲੋਕਾਂ ਨੇ ਜਿਨ੍ਹਾਂ ਨੇ ਵੇਖਿਆ, ਛੋਟਾ ਬੱਚਾ ਹੀ ਉਹਨੂੰ ਪਾਲਿਆ, ਵੱਡਾ ਕੀਤਾ, ਵਿਆਹਿਆ, ਹੁਣ ਉਹਦਾ ਬਹੁਤ ਵੱਡਾ ਟੱਬਰ ਆ,
ਜਦੋਂ ਉਹਨੂੰ ਪਤਾ ਲੱਗਾ ਉਹਨੇ ਕਿਹਾ ਕਿ ਮੇਰੀ ਫੈਮਿਲੀ ਉੱਥੇ ਰਹਿੰਦੀ ਹੈ। ਇੱਧਰੋਂ ਇਹ ਗਏ ਆ ਉੱਥੇ ਕਰਤਾਰਪੁਰ ਸਾਹਿਬ ਤੋਂ, ਉੱਧਰੋਂ ਉਹ ਆਏ ਆ, ਉੱਥੇ ਉਹਨਾਂ ਦਾ ਮਿਲਾਪ ਹੋਇਆ ਔਰ ਉਹ ਮਿਲਾਪ ਦੇ ਵਿੱਚ ਉਹਨਾਂ ਦੱਸਿਆ ਕਿ ਇੰਨੇ ਰੋਏ ਆਪੋ ਵਿੱਚ, ਇੰਨਾ ਕੁਝ ਜਜ਼ਬਾਤੀ ਤੌਰ 'ਤੇ। ਔਰ ਇੱਦਾਂ ਦੇ ਵੀ ਜਿਹੜੇ ਮਸਲੇ ਆ, ਦੇਖੋ ਗੁਰੂ ਦੀ ਧਰਤੀ ਕੀ ਕੁਛ ਕਰਦੀ ਆ। 75 ਸਾਲ ਬਾਅਦ ਉਹ ਚਾਚਾ ਤਾਇਆ ਭਤੀਜਾ ਆਪੋ 'ਚ ਮਿਲੇ ਆ ਔਰ ਉਹਨਾਂ ਦੀ ਇੱਕ ਭੈਣ ਉੱਥੇ ਕੈਨੇਡਾ ਵਾ, ਉਹ ਵੀ ਆ ਰਹੀ ਆ। ਇਹਦੋਂ ਪਹਿਲਾਂ ਵੀ ਬਹੁਤ ਟੱਬਰ ਉੱਥੇ ਜਾ ਕੇ ਮਿਲੇ, ਪਰਿਵਾਰ ਮਿਲੇ ਆ ਸਾਰੇ ਹੀ। ਔਰ ਉਹ ਗੱਲਾਂ ਉਸ ਸਮੇਂ 'ਚ ਲਾਸ਼ਾਂ ਦੇ ਢੇਰ ਲੱਗੇ ਔਰ ਉਹ ਲੜਾਈ ਕਿਹਦੀ ਸੀ? ਲੜਾਈ ਧਰਮ ਦੀ ਲੜਾਈ ਨਹੀਂ ਸੀ, ਸਿਆਸਤ ਦੀ ਲੜਾਈ ਸੀ। ਔਰ ਉਹਨਾਂ ਲਾਈਨਾਂ ਨੂੰ ਜਦੋਂ ਸ਼ਾਇਦ ਤੁਸੀਂ ਸੁਣੀਆਂ, ਆਪਾਂ ਸਾਰੇ ਦਰਸ਼ਕਾਂ ਨੇ ਵੀ ਸੁਣੀਆਂ, ਅੰਮ੍ਰਿਤਾ ਪ੍ਰੀਤਮ ਨੇ ਜਦੋਂ 2-4 ਲਾਈਨਾਂ ਔਰ ਲਿਖੀਆਂ ਔਰ ਬੜੀ ਵਧੀਆ ਪੋਇਟਰੀ 'ਚ ਕਹੀਆਂ ਉਹਨਾਂ ਨੇ ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ ਤੇ ਕਿਤੇ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ, ਤੇ ਅੱਜ ਲੱਖਾਂ ਧੀਆਂ ਰੋਂਦੀਆਂ ਤੇ ਵਾਰਿਸ ਸ਼ਾਹ ਨੂੰ ਕਹਿਣ, ਅੱਜ ਉੱਠ ਦਰਦਮੰਦਾਂ ਦੇ ਦਰਦੀਆ, ਉੱਠ ਤੱਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ, ਇਹਨਾਂ ਪੰਜਾਂ ਪਾਣੀਆਂ 'ਚੋਂ ਦੇ ਲੂਹ ਨੂੰ ਫੁੱਟਿਆ ਜ਼ਹਿਰ, ਇਹਨਾਂ ਪੰਜਾਂ ਪਾਣੀਆਂ ਦੇ ਲੂਹ ਨੂੰ ਫੁੱਟਿਆ ਜ਼ਹਿਰ, ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਖੂਹ ਦੀ ਭਰੀ ਚਨਾਬ। ਇਹ ਲਾਈਨਾਂ ਬਹੁਤ ਖੂਬਸੂਰਤ ਲਿਖਿਆ ਸੀ ਉਹਨਾਂ ਨੇ। ਖੈਰ ਉਲਾਂਭਾ ਵੀ ਦਿੱਤਾ ਔਰ ਬੜੇ ਪਿਆਰ ਨਾਲ ਉਲਾਂਭਾ ਦਿੱਤਾ। ਸਹੀ ਗੱਲ, ਲਾਂਭਾ। ਸੋ ਇਹ ਗੱਲਾਂ ਨੇ। ਹੁਣ ਇਹ ਘਰ ਘਰ ਝੰਡੇ ਦੀ ਜਿਹੜੀ ਗੱਲ ਹੋ ਰਹੀ ਹੈ ਨਾ, ਘਰ ਘਰ ਤਿਰੰਗਾ, ਉਹਨੂੰ ਵੀ ਕਈ ਵਿਰੋਧੀ ਧਿਰਾਂ ਕ੍ਰਿਟੀਸਾਈਜ਼ ਕਰ ਰਹੀਆਂ ਨੇ ਕਿ ਤੁਸੀਂ ਕਿਸੇ ਕੰਪਨੀ ਨੂੰ, ਕਿਸੇ ਏਜੰਟ ਨੂੰ ਠੇਕਾ ਦਿੱਤਾ, ਸਰਕਾਰੀ ਖਰਚਾ ਉਧਰ ਹੁੰਦਾ ਪਿਆ, ਉਹ ਝੰਡੇ ਵੜਦੇ ਪਏ ਨੇ ਔਰ ਉਹ ਠੇਕਾ ਦੇਣ ਦੀ ਕੀ ਲੋੜ ਸੀ? ਸਭ ਨੂੰ ਵੈਸੇ ਕਹਿ ਦਿਓ ਦੇਸ਼ ਭਗਤੀ ਤੁਸੀਂ ਸਾਨੂੰ ਸਿਖਾਉਣੀ ਹੈ, ਸਾਨੂੰ ਨਹੀਂ ਪਤਾ ਦੇਸ਼ ਭਗਤੀ ਕੀ ਹੁੰਦੀ ਹੈ। ਵੈਸੇ ਕਹੋ ਕਿ ਘਰ ਘਰ ਤਿਰੰਗਾ ਲਹਿਰਾਓ, ਲੋਕ ਆਪ ਜਾ ਕੇ ਬਾਜ਼ਾਰੋਂ ਖਰੀਦ ਕੇ ਲੈ ਕੇ ਆਉਣ ਤੇ ਆਪੇ ਖਰੀਦ ਕੇ ਆਪੇ ਝੰਡਾ ਲਹਿਰਾ ਲੈਣਗੇ। ਤੇ ਉਸ ਤੋਂ ਬਾਅਦ ਜਦੋਂ ਝੰਡਾ ਲਹਿਰਾ ਚੁੱਕੇ ਹੋ, ਉਹ ਝੰਡਿਆਂ ਦਾ ਕਰਨਾ ਕੀ ਹੈ ਉਸ ਤੋਂ ਬਾਅਦ? ਇਹ ਵੀ ਦੱਸੋ। ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਰੈਲੀਆਂ ਦੇ ਵਿੱਚ ਝੰਡੇ, ਥਾਂ ਥਾਂ ਦੇ ਉੱਤੇ ਝੰਡੇ ਜਦੋਂ ਰੁਲਦੇ ਆ ਥੱਲੇ, ਗਲੀਆਂ ਪੈਰਾਂ ਥੱਲੇ ਆਉਂਦੇ ਆ। ਬਿਲਕੁਲ, ਇਹ ਤਾਂ ਗੱਲ ਸਹੀ ਹੈ। ਉਹਨੂੰ ਸੰਭਾਲਣਾ ਕਿੱਦਾਂ, ਇਹ ਵੀ ਦੱਸੋ। ਤੇ ਦੂਜਾ ਇੱਕ ਇਹ ਨਿਯਮ ਹੈ ਕਿ ਸਵੇਰੇ ਜਦੋਂ ਸੂਰਜ ਚੜ੍ਹਦਾ ਉਦੋਂ ਝੰਡਾ ਚੜ੍ਹਾ ਦਿੱਤਾ ਜਾਂਦਾ, ਜਦੋਂ ਸੂਰਜ ਡੁੱਬਦਾ ਉਦੋਂ ਝੰਡਾ ਲਾ ਦਿੱਤਾ ਜਾਂਦਾ। ਅਸੀਂ ਦੇਖਦੇ ਹਾਂ ਇਹੀ ਹੁੰਦਾ ਹੈ, ਇਹੀ ਰਸਮ ਹੈ। ਪਰ ਇਹ 13 ਤੋਂ ਲੈ ਕੇ 15 ਤੱਕ ਸਾਰੇ ਬਾਰਡਰਾਂ ਤੇ ਯੈਸ, ਪਰ ਇਹ 13 ਤੋਂ ਲੈ ਕੇ ਇਹ 15 ਤੱਕ ਇਦਾਂ ਇਸ ਰਸਮ ਨੂੰ ਨਹੀਂ ਨਿਭਾਇਆ ਜਾਂਦਾ। ਮਤਲਬ ਛੂਟ ਦਿੱਤੀ ਜਾ ਰਹੀ ਹੈ, ਨਹੀਂ ਨਿਭਾਇਆ ਜਾਂਦਾ ਦਾ ਮਤਲਬ ਹੈ ਛੂਟ ਇਹ ਹੈ ਕਿ ਤੁਸੀਂ ਇੱਕ ਵਾਰੀ 13 ਤਰੀਕ ਨੂੰ ਝੰਡਾ ਚੜ੍ਹਾ ਦੇਣਾ ਤੇ 15 ਤੱਕ ਉਹ ਚੜ੍ਹਿਆ ਰਹੇਗਾ, ਉਹਨੂੰ ਲਾਉਣ ਦੀ ਲੋੜ ਨਹੀਂ, ਰਾਤ ਨੂੰ ਹੀ ਚੜ੍ਹਿਆ ਰਹੇ, ਕੋਈ ਹਰਜ ਨਹੀਂ, ਕਿਉਂਕਿ ਇਹ ਛੂਟ ਦਿੱਤੀ ਜਾ ਰਹੀ ਹੈ। ਸੋ ਇਹ ਮੁਹਿੰਮ ਹੈ ਜਦੋਂ ਇਹ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਪੂਰਾ ਹੋਣ ਜਾ ਰਿਹਾ ਹੈ। ਸੋ ਨਵਾਂ ਕਨਸੈਪਟ ਵੈਸੇ ਲਿਆ ਇਹਨਾਂ ਨੇ, ਕੋਈ ਇੱਦਾਂ ਦੀ ਮਾੜੀ ਗੱਲ ਨਹੀਂ। ਪਰ ਜੇ ਉੱਥੇ ਆ ਕੇ ਜਿਹੜੀ ਇੱਕ ਰੋਲਣ ਤੋਂ ਬਚਾਉਣ ਲਈ ਜੇ ਲੋਕ ਸੰਭਾਲ ਲੈਂਦੇ ਆ ਤਾਂ ਘਰਾਂ 'ਚ ਹੈਗਾ, ਬੱਚੇ ਦੇਖਦੇ ਆ, ਜਨਾਨੀਆਂ ਦੇਖਦੀਆਂ, ਸਾਰਾ ਕੁਛ ਹੈਗਾ। ਐਕਚੁਅਲੀ ਤਾਂ ਵੈਸੇ ਝੰਡਾ ਲਹਿਰਾਇਆ ਜਾਂਦਾ VIP ਜਿਹੜੇ ਹਿਸਟੋਰੀਕਲ ਪਲੇਸਿਸ ਹੈ ਨਾ, ਲਾਲ ਕਿਲ੍ਹਾ ਵਾ ਹੈ ਨਾ, ਇੰਡੀਆ ਗੇਟ ਆ, ਉਹਨਾਂ ਜਗ੍ਹਾ 'ਤੇ ਉੱਥੇ ਫਿਰ ਸਾਰਿਆਂ ਕੋਲ ਨਹੀਂ ਜਾਇਆ ਜਾਂਦਾ। ਵੀਡੀਓ ਵੇਖ ਲੈਂਦੇ ਆ, ਉੱਥੇ ਵੀ ਲੋਕ VVIP ਜਾਂ ਜਿਹੜੇ ਲੋਕ ਪਹੁੰਚਦਾਰੇ ਹੋ ਜਾਂਦੇ। ਪਰ ਜੇ ਇਹਨਾਂ ਨੇ ਇਹਦੇ 'ਤੇ ਜੋ ਕੋਈ ਗੱਲ ਕੀਤੀ, ਕੋਈ ਏਡੀ ਮਾੜੀ ਵੀ ਨਹੀਂ, ਇੰਨਾ ਵੱਡਾ ਕਰਜ਼ਾਈ ਹੋਣ ਵਾਲੀ ਤਾਂ ਗੱਲ ਹੈ ਨਹੀਂ, ਹੈ ਕਿ ਨਹੀਂ? ਜੇ ਲਹਿਰਾ ਸਿੱਧੀ ਸਾਦੀ ਗੱਲ ਹੈ। ਇੱਕ ਵਾਰੀ ਮੇਰੇ ਨਾਲ ਇੱਕ ਹੋ ਗਿਆ ਸੀ, ਇੱਕ ਘਟਨਾ ਹੋਈ ਸੀ। ਮੈਂ ਕਿਤੇ ਸ਼ਾਪਿੰਗ ਮਾਲ ਤੇ ਕੁਝ ਖਰੀਦ ਰਿਹਾ ਤੇ ਉਹਨਾਂ ਨੇ ਇੱਕ ਵਿੰਡੋ ਖਾਲੀ ਛੱਡੀ ਹੋਈ ਸੀ ਤੇ ਵੈਸੇ ਗੱਲਾਂ ਕਰਨ ਮੈਨੂੰ ਕਹਿੰਦੇ ਤੁਸੀਂ ਦੱਸੋ ਇੱਥੇ ਕੀ ਸਜਾਇਆ ਜਾਵੇ। ਮੈਂ ਕਿਹਾ ਇੱਥੇ ਤਿਰੰਗਾ ਝੰਡਾ ਲਗਾ ਦਿਓ। ਉਹ ਮੈਨੂੰ, ਮੈਂ ਕਿਸੇ ਪੋਲੀਟੀਕਲ ਪਾਰਟੀ ਤੋਂ ਨਹੀਂ ਹੈਗਾ, ਮੈਂ ਕਿਉਂ ਝੰਡਾ ਲਗਾਵਾਂਗਾ, ਮੈਂ ਕਿਸੇ ਪੋਲੀਟੀਕਲ ਪਾਰਟੀ ਨੂੰ ਮੈਂ ਪਸੰਦ ਨਹੀਂ ਕਰਦਾ, ਮੈਂ ਰਾਜਨੀਤੀ ਨੂੰ ਪਸੰਦ ਨਹੀਂ ਕਰਦਾ। ਮੈਂ ਕਿਹਾ ਸਰ ਮੈਂ ਤੁਹਾਨੂੰ ਰਾਜਨੀਤੀ ਦਾ ਨਹੀਂ ਕਹਿ ਰਿਹਾ, ਕਿਸੇ ਪੋਲੀਟੀਕਲ ਪਾਰਟੀ ਦਾ ਝੰਡਾ ਨਹੀਂ ਕਹਿ ਰਿਹਾ, ਮੈਂ ਦੇਸ਼ ਦਾ ਰਾਸ਼ਟਰੀ ਝੰਡਾ ਨੈਸ਼ਨਲ ਫਲੈਗ ਕਹਿ ਰਿਹਾ, ਤਿਰੰਗਾ, ਹੋਰ ਕੁਝ ਨਹੀਂ ਕਹਿ ਰਿਹਾ। ਉਹ ਸੌਰੀ ਭਾਜੀ, ਮੈਨੂੰ ਤੈਸ਼ ਆ ਗਈ, ਮੈਨੂੰ ਤੇ ਗੁੱਸਾ ਆ ਗਿਆ। ਉਹ ਸੁਣੀ ਹੋਰ ਗੱਲ ਨਾ, ਦਿਮਾਗ ਗੱਲ ਸੁਣੀ। ਸੋ ਅੱਛੀ ਮੁਹਿੰਮ ਹੈ ਇਹ, ਹਰ ਮਾੜੀ ਗੱਲ ਨਹੀਂ ਕਿ ਨੌਜਵਾਨ ਦੇ ਸਾਲ ਬਾਅਦ ਦੇਣਾ ਹੁੰਦਾ, ਹਰ ਬੰਦੇ ਦੇ ਅੰਦਰ ਦੇਸ਼ ਭਗਤੀ ਹੋਵੇ। ਔਰ ਭਗਤ ਸਿੰਘ ਨੇ ਗੱਲ ਕਹੀ ਸੀ ਕਿ ਨੌਜਵਾਨਾਂ ਦੇ ਅੰਦਰ ਜਦੋਂ ਤੱਕ ਦੇਸ਼ ਭਗਤੀ ਦੀ ਭਾਵਨਾ ਬਿਲਕੁਲ ਮਜ਼ਬੂਤ ਨਹੀਂ ਹੋ ਜਾਂਦੀ, ਉਦੋਂ ਤੱਕ ਅਸੀਂ ਨਵੇਂ ਭਾਰਤ ਦੇ ਬਾਰੇ ਸੋਚ ਵਿਚਾਰ ਵੀ ਨਹੀਂ ਕਰ ਸਕਦੇ। ਕਿਉਂਕਿ ਜੇ ਹੁਣ ਆਜ਼ਾਦੀ ਮਿਲੇਗੀ ਬਿਨਾਂ ਦੇਸ਼ ਭਗਤੀ ਦੀ ਭਾਵਨਾ ਤੋਂ, ਤਾਂ ਫਿਰ ਗੋਰਾ ਅੰਗਰੇਜ਼ ਚਲਾ ਜਾਊਗਾ ਤੇ ਕਾਲਾ ਅੰਗਰੇਜ਼ ਆ ਜਾਊਗਾ। ਗੱਲ ਉੱਥੇ ਹੀ ਬੈਠ ਗਈ ਹੈ ਕਿ ਦੇਸ਼ ਭਗਤੀ ਦੀ ਭਾਵਨਾ ਨਹੀਂ ਹੈ, ਨੈਸ਼ਨਲ ਕਰੈਕਟਰ ਨਹੀਂ ਹੈ, ਇਸ ਕਰਕੇ ਗੋਰਾ ਅੰਗਰੇਜ਼ ਚਲਾ ਗਿਆ, ਕਾਲਾ ਅੰਗਰੇਜ਼ ਬੈਠਾ, ਨੀਤੀਆਂ ਉਹੀ ਚੱਲਦੀਆਂ ਪਈਆਂ ਨੇ, ਕੰਮ ਉਹੀ ਚੱਲਦਾ ਪਿਆ, ਗੁਲਾਮੀ ਉਸੇ ਰੂਪ ਦੇ ਵਿੱਚ ਮੌਜੂਦ ਹੈ। ਕਹਿਣ ਨੂੰ ਅਸੀਂ ਜ਼ਰੂਰ ਆਜ਼ਾਦ ਹੈਗੇ ਹਾਂ, ਪਰ ਕਿੰਨੇ ਕੁ ਆਜ਼ਾਦ ਹਾਂ ਇਹ ਸਾਨੂੰ ਸਭ ਨੂੰ ਪਤਾ ਹੈ। ਜ਼ਿੰਦਗੀ ਦੇ ਵਿੱਚ ਅਸੀਂ ਕਿੰਨੀ ਕੁ ਆਜ਼ਾਦੀ ਨਾਲ ਵਿਚਰਦੇ ਹਾਂ, ਕਿੰਨੀ ਕੁ ਆਜ਼ਾਦੀ ਨਾਲ ਸਾਰੇ ਕੰਮ ਕਰਦੇ ਹਾਂ, ਸਾਡੀ ਸੋਚ ਕਿੰਨੀ ਕੁ ਆਜ਼ਾਦ ਹੈ, ਇਹ ਅਸੀਂ ਸਾਰੇ ਜਾਣਦੇ ਹਾਂ ਜੋ ਅਸੀਂ ਭਾਰਤ ਵਿੱਚ ਰਹਿੰਦੇ ਹਾਂ। ਚਲੋ ਹੁਣ ਇੰਨਾ ਕੁ ਹੈਗਾ ਲੋਕਾਂ ਨੂੰ, ਜੇ ਆਜ਼ਾਦ ਹੈਗੇ ਬੋਲਣ ਦੀ ਆਜ਼ਾਦੀ ਹੈ,
ਤੁਹਾਡਾ ਹੈ ਨਾ ਆਪਣਾ ਐਕਸਪ੍ਰੈਸ ਕਰਨ ਦੀ ਆਜ਼ਾਦੀ ਤਾਂ ਹੈ, ਤੁਸੀਂ ਜਿੱਧਰ ਮਰਜ਼ੀ ਆ ਸਕਦੇ ਜੀ। ਅੰਗਰੇਜ਼ਾਂ ਦੇ ਟਾਈਮ ਤੇ ਤੁਹਾਨੂੰ ਲਿਖ ਕੇ ਦੇਣਾ ਪੈਂਦਾ ਸੀ, ਅਸੀਂ ਫਲਾਣੇ ਦਿਨ ਜਾ ਰਹੇ ਹਾਂ, ਫਲਾਣੇ ਪਿੰਡ ਜਾ ਰਹੇ ਹਾਂ, ਕਦੋਂ ਆ ਰਹੇ ਹਾਂ। ਤੁਹਾਡੀ ਮੂਵਮੈਂਟ ਤੇ ਇੱਕ ਇੰਨੀ ਟੇਢੀ ਨਜ਼ਰ ਦੇਖ ਰੱਖੀ ਜਾਂਦੀ ਸੀ। ਔਰ ਈਵਨ ਤੁਸੀਂ ਆਪਣੇ ਆਫਿਸਰ ਦੇ ਕਮਰੇ ਦੇ ਵਿੱਚ ਬਹਿ ਨਹੀਂ ਸਕਦੇ ਸੀ ਕੁਰਸੀ ਵਿੱਚ। ਜੇ ਬਹਿਣਾ ਹੁੰਦਾ ਸੀ ਤੁਹਾਨੂੰ ਕੁਰਸੀ ਤੇ ਬਹਿਣ ਵਾਸਤੇ ਸਰਟੀਫਿਕੇਟ ਲੈਣਾ ਪੈਂਦਾ ਸੀ, ਕੁਰਸੀ ਨਸ਼ੀਨ। ਔਰ ਉਹ ਸਰਟੀਫਿਕੇਟ ਤੁਹਾਡੇ ਕੋਲ ਹੁੰਦਾ ਸੀ ਤਾਂ ਤੁਸੀਂ ਆਫਿਸਰ ਦੇ ਸਾਹਮਣੇ ਕੁਰਸੀ ਤੇ ਬਹਿ ਸਕਦੇ ਸੀ। ਜਿਸ ਤਰ੍ਹਾਂ ਤੋਤਾ ਪਿੰਜਰੇ 'ਚ ਬੈਠਾ ਹੈ, ਸੋਨੇ ਦੇ ਪਿੰਜਰੇ, ਉਹਦੇ ਵਿੱਚ ਹੈਗਾ, ਵਿੱਚ ਉਹਨੂੰ ਚੂਰੀ ਦਿੰਦੇ, ਵਿੱਚ ਸਭ ਕੁਝ ਦਿੰਦਾ ਤੇ ਵਿੱਚ ਬੋਲਦਾ, ਵਿੱਚ ਗਿਟਮਿਟ ਕਰਦਾ, ਬਾਹਰ ਨਹੀਂ ਆ ਸਕੂਗਾ। ਇਹ ਹਾਲਤ ਆਪਣੀ ਸੀ ਉਸ ਜ਼ਮਾਨੇ 'ਚ। ਹੁਣ ਸੁੱਖ ਦਾ ਸਾਹ ਲੈ ਰਹੇ ਹਾਂ, ਹੁਣ ਆਪਾਂ ਬੋਲ ਰਹੇ ਹਾਂ ਮੀਡੀਆ ਤੇ ਗੱਲ ਕਰ ਰਹੇ। ਇੱਕ ਸੈਂਟੈਂਸ ਬੋਲਿਆ ਨਾ ਕਿ ਕਿੰਨੀ ਕੁ ਆਜ਼ਾਦੀ ਹੈ ਬੋਲਣ ਦੀ, ਅਸੀਂ ਕਿੰਨੇ ਕੁ ਆਜ਼ਾਦ ਆ, ਸਾਡੀ ਸੋਚ ਕਿੰਨੀ ਕੁ ਆਜ਼ਾਦ ਹੈ। ਇਸ ਮੇਰੀ ਗੱਲ ਨੂੰ ਜ਼ਰਾ ਵਿਚਾਰ ਨਾਲ, ਜ਼ਰਾ ਗਹਿਰਾਈ ਨਾਲ ਸੋਚ ਲੈਣਾ, ਫਿਰ ਪਤਾ ਲੱਗ ਜਾਏਗਾ ਕਿ ਸਾਨੂੰ ਬੋਲਣ ਦੀ ਕਿੰਨੀ ਕੁ ਆਜ਼ਾਦੀ ਹੈ ਤੇ ਸਾਡੀ ਸੋਚ ਕਿੰਨੀ ਕੁ ਆਜ਼ਾਦ ਹੈਗੀ। ਬਿਲਕੁਲ ਇਹ ਪਤਾ ਲੱਗ ਜਾਊਗਾ, ਇਹ ਤਾਂ ਹੈ, ਕਿਉਂਕਿ ਇਹ ਸਾਡੇ ਮਾਹਿਰ ਮੰਨਦੇ ਨੇ ਕਿ ਅੱਜ ਅਸੀਂ ਉਸ ਤਰ੍ਹਾਂ ਆਜ਼ਾਦੀ ਫੀਲ ਨਹੀਂ ਕਰ ਰਹੇ, ਕਿਉਂਕਿ ਸਾਡੀ ਸੋਚ ਦੇ ਉੱਤੇ, ਸਾਡੇ ਹਰ ਵਿਚਾਰ ਦੇ ਉੱਤੇ, ਸਾਡੇ ਹਰ ਬੋਲ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਕੁਝ ਲੱਗਦਾ ਹੈ ਅੰਕੁਸ਼ ਤਾਂ ਲਾਉਂਦਾ ਕੌਣ ਹੈਗਾ? ਸਾਡੇ ਆਪਣੇ, ਉਹਨਾਂ ਵਿੱਚ ਹੀ ਹੈ। ਪਰ ਉਹਨਾਂ ਨੂੰ ਤੋੜਨ ਲਈ, ਉਹਨਾਂ ਨੂੰ ਭਜਾਉਣ ਲਈ, ਉਹਨਾਂ ਨੂੰ ਕਹਿਣ ਲਈ ਵੀ ਬੜਾ ਕੁਛ ਹੁੰਦਾ। ਉਹ ਸਾਰਾ ਆਮੋ ਸਾਹਮਣੇ ਹੋ ਜਾਂਦੇ ਆ, ਪਰ ਉਹਨਾਂ ਦੇ ਸਾਹਮਣੇ ਤੁਸੀਂ ਅੱਖ ਨਾਲ ਅੱਖ ਨਹੀਂ ਸੀ ਮਿਲਾ ਸਕਦੇ। ਉੱਥੇ ਟੁੰਡੀ ਲਾਟ ਵਰਗੇ, ਡਲਹੌਜੀ ਵਰਗੇ ਉਹ ਹੁੰਦੇ ਸੀ, ਆਉਂਦੇ ਸੀ ਤੇ ਉਦੋਂ ਸਾਰਿਆਂ ਦੀਆਂ ਮੁਸ਼ਕਾਂ ਬੰਨ ਦਿੰਦੇ ਸੀ, ਬੋਲ ਨਹੀਂ ਸੀ ਸਕਦੇ। ਹੁਣ ਤਾਂ ਤੁਹਾਡਾ ਦੇਸ਼ ਹੈ, ਤੁਹਾਡੇ ਲੋਕ ਹੀ ਹੈ, ਤੁਹਾਡੀ ਭਾਸ਼ਾ ਸਮਝਣ ਵਾਲੇ ਲੋਕ ਹੈ, ਔਰ ਤੁਸੀਂ ਉਹਨਾਂ ਨੂੰ ਦਬਕਾ ਵੀ ਮਾਰ ਸਕਦੇ ਜੇ, ਪਰ ਉਹਨਾਂ ਦਾ ਦਬਕਾ ਸਹਾਰ ਵੀ ਸਕਦੇ ਜੇ। ਇਹ ਹੁੰਦਾ ਇੱਕ ਪੂਰੇ ਟੱਬਰ ਦੀ ਆਪਸ ਵਿੱਚ ਦੀ ਲੜਾਈ। ਟੱਬਰ ਹੈ ਜੀ, ਮੈਂ ਐਪਰੀਸ਼ੀਏਟ ਕਰਦਾ, ਤੁਸੀਂ ਬਹੁਤ ਵਧੀਆ ਗੱਲਾਂ ਕਰਦੇ ਪਏ ਹੋ, ਤੁਸੀਂ ਅੱਛਾ ਗੱਲ ਕਰਦੇ ਜੀ। ਇਹ ਮੈਂ ਨਾ ਕਿ ਆਪਣਾ ਸੁੱਖ ਦਾ ਸਾਥ ਲੈਂਦੇ ਹਾਂ, ਬਿਲਕੁਲ, ਪਰ ਆਜ਼ਾਦੀ ਦੀ ਜਿਹੜੀ ਹੈ ਫਿਜ਼ਾ 'ਚ ਅਸੀਂ ਸੁੱਖ ਦੇ ਸਾਥ ਲੈ ਰਹੇ ਹਾਂ। ਪਰ ਜਿਹੜੀ ਗੁਲਾਮੀ ਹੈ, ਗੁਲਾਮੀ ਤੁਸੀਂ ਚੱਜ ਨਾਲ ਜੀ ਨਹੀਂ ਸਕੋਗੇ, ਚੱਜ ਨਾਲ ਖਾ ਨਹੀਂ ਸਕੋਗੇ ਤੇ ਸੌਖਾ ਸਾਹ ਨਹੀਂ ਲੈ ਸਕੋਗੇ ਜੀ। ਚਲੋ ਹੁਣ ਵੱਧਦੇ ਆਪਾਂ। ਕੇਂਦਰ ਵੱਲੋਂ ਕਿਸਾਨਾਂ ਤੇ ਦਰਜ ਕੇਸ ਵਾਪਸ ਲੈਣ ਦੀ ਹਰੀ ਝੰਡੀ ਤੇ ਭਗਵੰਤ ਮਾਨ ਸਾਹਿਬ ਨੇ ਇਹ ਮਸਲਾ ਕੈਬਨਿਟ ਮੰਤਰੀਆਂ ਦੇ ਸਾਹਮਣੇ ਚੁੱਕਿਆ ਤੇ ਇਹਦੇ ਉੱਤੇ ਕਾਫੀ ਡਿਸਕਸ਼ਨਸ ਹੋ ਰਹੀਆਂ ਨੇ ਕਿ ਜਦੋਂ ਆਪਾਂ ਟਰੈਕਟਰ ਰੈਲੀ ਦੀ ਗੱਲ ਕਰਦੇ ਆ ਨਾ, ਜਦੋਂ 15 ਅਗਸਤ ਨੂੰ ਹੋਈ ਸੀ, 26 ਜਨਵਰੀ ਮਾਫ ਕਰਨਾ 26 ਜਨਵਰੀ ਨੂੰ ਹੋਈ ਸੀ, ਜਦੋਂ ਕਿਸਾਨ ਅੰਦੋਲਨ ਚੱਲਦਾ ਡੂਰਿੰਗ ਉਸੇ ਟਾਈਮ ਤੇ ਸੀ 26 ਜਨਵਰੀ ਟਰੈਕਟਰ ਰੈਲੀ ਦੇ ਵਿੱਚ ਉਹ ਸਾਰੇ ਕੇਸ ਦਰਜ ਕੀਤੇ ਗਏ ਸੀ ਕਿਸਾਨਾਂ ਦੇ ਉੱਤੇ। ਉਹ ਸੀ ਕਿਸਾਨਾਂ ਦੇ, ਕਿਉਂਕਿ ਅੰਦੋਲਨ ਸੀਗਾ, ਉਹ 1.5 ਸਾਲ ਚੱਲਿਆ, ਉਹਦੇ ਵਿੱਚ ਮਾਰ ਧਾੜ ਭੱਜ ਨੱਠ FIR ਲੌਜ ਹੋਈਆਂ ਲੋਕਾਂ ਦੇ। ਉਹਨਾਂ ਨੂੰ ਇਹਨਾਂ ਨੇ ਉਹ ਮੰਤਰੀਆਂ ਦੇ ਨਾਲ, ਕੈਬਨਿਟ ਮੰਤਰੀਆਂ ਨਾਲ ਬਹਿ ਕੇ ਡਿਸਕਸ ਕੀਤਾ, ਹੋਮ ਮਿਨਿਸਟਰ ਕੋਲ ਵੀ ਗਏ ਸੀ, ਔਰ ਉਹਦੇ ਤੇ ਹੋ ਸਕਦਾ ਉਹਨਾਂ ਨੂੰ ਹੰਗਾਰਾ ਚੰਗਾ ਦੇ ਦਿੱਤਾ। ਪਰ ਹੁਣ ਇਹ ਪਤਾ ਉਦੋਂ ਲੱਗੂਗਾ ਜਦੋਂ ਵਿਧਾਨ ਸਭਾ ਦੀ ਮੀਟਿੰਗ ਦੇ ਵਿੱਚ ਆਪੋਜੀਸ਼ਨ ਵੀ ਬੈਠੀ ਹੋਊਗੀ, ਫਾਈਨਲ ਕੀ ਹੁੰਦਾ, ਔਰ ਉੱਥੇ ਇਹ ਦੱਸਿਆ ਜਾਊਗਾ ਕਿ ਕਿਹਨਾਂ ਨਾਲ ਗੱਲ ਹੋਈ ਆ, ਕੀ ਨੋਟੀਫਿਕੇਸ਼ਨ ਹੋ ਰਿਹਾ, ਔਰ ਕਿਹੜੇ ਲੋਕ ਨੇ, ਔਰ ਇਹਨਾਂ ਨੂੰ ਪਤਾ ਹੋਗਾ ਲਿਸਟ ਤਾਂ ਬਣੀ ਹੁੰਦੀ ਹੈ, ਔਰ ਕਿੱਥੇ ਕੇਸਾਂ 'ਚ ਉਹਨਾਂ ਦੇ ਨਾਂ ਦਿੱਤੇ ਗਏ ਆ, ਔਰ ਉਹ ਹੋ ਸਕਦਾ ਪੰਜਾਬ ਦੀ ਪੁਲਿਸ ਕੋ ਵੀ ਹੋਣਗੇ ਉਹਨਾਂ ਦੇ ਕੇਸ ਸਾਰੇ, ਉਹ ਰੈਫਰ ਤੇ ਇੱਧਰ ਕਰ ਦਿੰਦੇ ਆ। ਔਰ ਉਹ ਹੁਣ ਉਦੋਂ ਬਾਅਦ ਇਹ ਹਰੀ ਝੰਡੀ ਤੋਂ ਉਹਨਾਂ ਨੂੰ ਮਿਲ ਗਈ ਹੈ, ਪਰ ਇੰਪਲੀਮੈਂਟ ਕਦੋਂ ਹੁੰਦਾ? ਕਿਉਂਕਿ 15 ਅਗਸਤ ਦਾ ਇੱਕ ਐਸਾ ਟਾਈਮ ਹੁੰਦਾ ਜਦੋਂ ਸਾਰੇ ਜਿਹੜੇ ਅਰੈਸਟ ਨੇ, ਗ੍ਰਿਫਤਾਰ ਨੇ, ਜਿਨ੍ਹਾਂ ਦੇ ਕੇਸ ਨੇ, ਉਹ ਰਾਸ਼ਟਰਪਤੀ ਮੌਜੂਦਾ ਜਿਹੜੇ ਹੈਗੇ ਆਪਣੇ, ਉਹ ਸਤਿਕਾਰਤ ਪਦਵੀ ਆ, ਉਹ ਵੀ ਕਈਆਂ ਦੇ ਜਿਹੜੀਆਂ ਸਜ਼ਾਵਾਂ ਮਾਫ ਕਰ ਦਿੰਦੇ ਆ। ਪੰਜਾਬ ਦੇ ਗਵਰਨਰ ਕੋ ਵੀ ਹੈ, ਉਹ ਵੀ ਕਰ ਦਿੰਦੇ ਆ, ਗੌਰਮੈਂਟ ਵੀ ਹੈਗੀ ਆ। ਹੁਣ ਦੇਖੋ ਕਿ ਕਿਸਾਨਾਂ ਦੇ ਲਈ ਕਿਸ ਤਰ੍ਹਾਂ ਦਾ ਇਹ ਸ਼ਗੂਫਾ ਹੈ, ਕਿਸ ਤਰ੍ਹਾਂ ਦੀ ਗੱਲ ਹੈਗੀ ਆ, ਔਰ ਕਿਸ ਤਰ੍ਹਾਂ ਦਾ ਤੋਹਫਾ ਮਿਲੂਗਾ। ਇਹ ਹੁਣ ਭਗਵੰਤ ਮਾਨ ਜੀ ਦੀ ਜ਼ੁਬਾਨੀ ਗੱਲ ਆਈ ਹੈ ਲੋਕਾਂ ਦੇ ਸਾਹਮਣੇ। ਚਲੋ ਕਈ ਵਾਰ ਇਹ ਗੱਲ ਆਈ ਹੈ ਸਾਹਮਣੇ ਕਿ ਨਾਜਾਇਜ਼ ਕੇਸ ਪਾਏ ਗਏ ਨੇ, ਨਾਜਾਇਜ਼ ਜੀ, ਕਈ ਵਾਰ ਦੇਸ਼ ਦਰੋਹੀ ਤੱਕ ਉਹਨਾਂ ਨੂੰ ਸਾਬਿਤ ਕਰਨ ਵਾਸਤੇ ਉੱਥੇ ਤਾਂ ਕਿਸ ਨਾਲ ਲੜਿਆ, ਤਲਵਾਰਬਾਜ਼ੀ ਨਹੀਂ ਕੀਤੀ, ਕੁਝ ਨਹੀਂ ਕੀਤਾ। ਇਹ ਸਭ ਚੀਜ਼ਾਂ ਦੇਖਣੀਆਂ ਪੈਣਗੀਆਂ ਕਿਉਂਕਿ ਹੈਗੇ ਤਾਂ ਆਪਣੇ ਦੇਸ਼ਵਾਸੀ ਨੇ। ਬਿਲਕੁਲ ਔਰ ਕਿੱਥੋਂ ਤੱਕ ਉਹਨਾਂ ਨੂੰ ਆਪਾਂ ਤੋੜ ਮਰੋੜ ਕੇ ਉਹਨਾਂ ਦੇ ਵਾਸਤੇ ਇਸਤੇਮਾਲ ਕਰ ਸਕਦੇ ਹਾਂ, ਉਹਨਾਂ ਨੂੰ ਇਨਵੋਲਵ ਕਰ ਸਕਦੇ ਹਾਂ ਫੇਸ ਕਰਨ ਵਾਸਤੇ ਫੇਕ ਕੇਸਿਸ ਨੂੰ। ਇਹ ਵੀ ਗਲਤ ਹੈ ਕਿਉਂਕਿ ਜੁਡੀਸ਼ਰੀ 'ਚ ਆਲਰੇਡੀ ਬਹੁਤ ਜ਼ਿਆਦਾ ਕੇਸਿਸ ਨੇ, ਤਾਂ ਫੇਕ ਕੇਸਿਸ ਤੋਂ ਜਿੰਨਾ ਸਰਕਾਰਾਂ ਵੀ ਬਚਣ, ਲੋਕ ਵੀ ਬਚਣ, ਤਾਂ ਵਧੀਆ ਕਿ ਜੁਡੀਸ਼ਰੀ ਦੇ ਉੱਤੇ ਐਕਸਟਰਾ ਵੇਟ ਨਾ ਪਵੇ। ਜੋ ਮਾਮਲੇ ਵੈਸੇ ਨਜਿੱਠੇ ਜਾ ਸਕਦੇ ਨੇ ਵੈਸੇ ਨਜਿੱਠੋ। ਹਰ ਬੰਦਾ ਕੋਰਟ ਕੇਸ ਕਰਨ ਤੁਰ ਪਏਗਾ, ਹਰ ਬੰਦਾ ਕੋਰਟ ਦੇ ਉੱਤੇ ਬੋਝ ਪਾਉਣ ਤੁਰ ਪਏਗਾ ਤਾਂ ਕਿੱਦਾਂ ਚੱਲੂਗਾ? ਜੋ ਮਾਮਲੇ ਉੱਥੇ ਸੁਲਝਣੇ ਚਾਹੀਦੇ ਨੇ, ਜੋ ਕੋਰਟ ਦੇ ਵਿੱਚ ਜਾਣੇ ਚਾਹੀਦੇ ਨੇ, ਉਹ ਤਾਂ ਜਾਣ, ਪਰ ਐਵੇਂ ਹੀ ਹਰ ਬੰਦਾ ਤੁਰਿਆ ਹੋਇਆ। ਦੇਖੋ ਤੁਸੀਂ ਕਈ ਵਾਰ ਫੇਕ ਕੇਸ ਵੈਸੇ ਪਾ ਦਿੰਦੇ ਨੇ। ਇੰਨਾ ਟਾਈਮ ਹੈਗਾ, ਫਜ਼ੂਲ ਟਾਈਮ ਹੈਗਾ, ਜਿਹੜੀ ਵੇਸਟ ਆਫ ਟਾਈਮ, ਐਨਰਜੀ, ਭੱਜ ਦੌੜ, ਜਿੱਥੇ ਲੋਕਾਂ ਨੇ ਕਮਾ ਕੇ ਖਾਣਾ, ਕੰਮ ਕਰਨਾ ਵਾ, ਰੋਟੀ ਤਾਂ ਤਦ ਹੀ ਮਿਲੂਗੀ ਜੇ ਕੰਮ ਕਰੂ। 4 ਵਾਰੀ ਤੁਸੀਂ ਦਿੱਲੀ ਚਲੇ ਗਏ, ਜੇ ਚੰਡੀਗੜ੍ਹ ਚਲੇ ਗਏ, ਜਾਂ ਤੁਸੀਂ ਅੰਬਾਲੇ ਚਲੇ ਗਏ, ਜਦੋਂ ਕੇਸ ਲੜਨ ਲਈ ਪੈਰਵਾਈ ਕਰ ਰਹੇ ਜੇ, ਜਾਚਕਾ ਦਾਇਰ ਕਰਦੇ ਜੇ, ਵਕੀਲ ਦਾਇਰ ਨਾਲ ਲੈਂਦੇ ਜੇ, ਪਰ ਉਹਦੇ 'ਚ ਕਿੰਨਾ ਪੈਸਾ ਅਜਾਈ ਜਾਂਦਾ, ਉਹਦੇ ਨਾਲ ਤੁਹਾਡੇ ਘਰ ਦਾ ਕਿੰਨਾ ਨੁਕਸਾਨ ਹੁੰਦਾ, ਤੁਹਾਡੀਆਂ ਮਾਇਕਾ ਔਕੜਾਂ ਵੱਧਦੀਆਂ, ਤੁਹਾਡਾ ਸਾਰਾ ਜੋ ਕੁਛ ਬਜਟ ਆ ਉਹ ਡਾਵਾਂਡੋਲ ਹੁੰਦਾ।
ਔਰ ਇਹ ਲੋਕਾਂ ਨੂੰ ਇੰਨਾ ਕੁ ਤਾਂ ਸੋਚਣਾ ਚਾਹੀਦਾ ਨਾ ਕਿ ਜਿਹੜੇ ਕੋਈ ਬੰਦਾ ਤੁਹਾਡੇ ਨਾਲ ਲੜਦਾ ਝਗੜਦਾ, ਪੰਚਾਇਤਾਂ ਕਦ ਲਈ ਹੈਗੀਆਂ? ਤੁਹਾਡੇ ਗੁਆਂਢੀ ਕੇ ਅੱਗੇ 4 ਬੰਦੇ ਬਿਠਾ ਕੇ ਤੁਸੀਂ ਉਹਦਾ ਫੈਸਲਾ ਕਰ ਲਓ। ਜੁਡੀਸ਼ਰੀ ਵੀ ਇਹੀ ਕਰਦੀ ਹੈ ਨਾ। ਜਦੋਂ ਜੱਜ ਬੈਠਾਉਂਦੇ ਆ ਜਾਂ ਕੁਛ ਹੁੰਦਾ ਵਾ, ਕਿਸੇ ਦਾ ਤਲਾਕ ਦਾ ਮਾਮਲਾ, ਕਿਸੇ ਦਾ ਡੌਰੀ ਦਾ, ਉਹ ਜੱਜ ਪਹਿਲਾਂ ਕਹਿੰਦਾ ਵੀ ਤੁਹਾਡੇ ਨਾਲ ਸਿਆਣੇ ਬੰਦੇ ਆਏ ਆ। ਜਿਹੜਾ ਸੈਸ਼ਨ ਜੱਜ ਹੋਵੇ, ਐਡੀਸ਼ਨਲ ਸੈਸ਼ਨ ਜੱਜ, ਪਹਿਲਾਂ ਕਹਿੰਦਾ ਤੁਸੀਂ ਆਪਣੀ ਪੰਚਾਇਤ ਬਹਿ ਕੇ ਕਰ ਲਓ ਅਤੇ ਸਾਨੂੰ ਲਿਖ ਕੇ ਦੇ ਦਿਓ। ਉਹ ਇਹ ਕਹਿੰਦੇ ਆ ਕਿਸੇ ਵੀ ਤੁਸੀਂ ਜੱਜ ਨੂੰ ਜਾਂ ਵਕੀਲ ਨੂੰ ਪੁੱਛ ਲਓ, ਆਂਦੇ ਵੀ ਜਿਹੜੇ ਫੈਸਲੇ ਪੰਚਾਇਤ 'ਚ ਜਾਂ ਉਹਨਾਂ ਤੋਂ ਬਾਹਰ ਹੁੰਦੇ ਆ ਉਹਦੇ ਨੰਬਰ ਕਾਊਂਟ ਹੋ ਜਾਂਦੇ ਆ ਜੁਡੀਸ਼ਰੀ ਕੋ ਵੀ ਇਹਨਾਂ ਤੋਂ ਪਹਿਲਾਂ ਫੈਸਲਾ ਹੋ ਗਿਆ, ਇਟਸ ਗੁੱਡ, ਇਹ ਗੱਲ ਹੁੰਦੀ ਹੈ। ਪਰ ਲੋਕ ਨਹੀਂ ਬਾਜ ਆਉਂਦੇ, ਉਹ ਫਿਰ ਲੜਦੇ ਆ, ਫਿਰ ਪੈਸਾ ਅਜਾਈ ਜਾਂਦਾ, ਫਿਰ ਆਪਣੇ ਤੁਸੀਂ ਵੀਡੀਓ ਦੇਖੋ ਕਿ ਨਹੀਂ ਆ ਚੈਨਲਾਂ 'ਤੇ ਜਦੋਂ ਆਉਂਦਾ ਵਾ, ਕਿੰਨੇ ਲੋਕ ਮਾਰ ਧਾੜ ਕਰਦੇ ਆ, ਕਿੰਨਾ ਖੂਨ ਖਰਾਬਾ ਹੋ ਰਿਹਾ, ਕਿਸੇ ਦੀ ਲੱਤ ਟੁੱਟ ਗਈ, ਕਿਸੇ ਦੀ ਬਾਂਹ ਤੋੜਤੀ, ਕਿਸੇ ਦਾ ਸਿਰ ਪਾੜ ਦਿੱਤਾ, ਕਿਸੇ ਦੇ ਡਾਂਗ ਵੱਜ ਗਈ, ਇਹੀ ਕੁਝ ਹੋ ਜਾਂਦਾ। ਸੋਸ਼ਲ ਲਾਈਫ ਦੇ ਵਿੱਚ ਲੋਕਾਂ ਨੂੰ ਜਸਟਿਸ ਨਹੀਂ ਮਿਲਦਾ। ਬਿਲਕੁਲ। ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਦੇ ਵਿੱਚ ਜਸਟਿਸ ਨਹੀਂ ਮਿਲਦਾ। ਕਈ ਵਾਰ ਦੇਖਦੇ ਨੇ ਪਾਰਲੀਮੈਂਟ ਜੋ ਹੋ ਰਿਹਾ ਉਹ ਜਸਟਿਸ ਨਹੀਂ ਮਿਲਦਾ। ਸੋ ਇਸ ਕਰਕੇ ਕੋਰਟ ਕੋਲ ਜਾਂਦੇ ਨੇ। ਹਾਂ, ਠੀਕ ਹੈ ਨਾ। ਲਾਅ ਮੇਡ, ਦੈਟ ਇਜ਼ ਪਾਰਲੀਮੈਂਟ। ਲਾਅ ਇੰਪਲੀਮੈਂਟਡ, ਐਡਮਿਨਿਸਟ੍ਰੇਸ਼ਨ। ਲਾਅ ਡਿਸਾਈਡਡ, ਕੋਰਟਸ। ਉਹ ਹਮੇਸ਼ਾ ਕੋਰਟਸ ਕੋਲ ਜਾਣਗੇ ਸਾਰੇ ਮਾਮਲੇ ਲੈ ਕੇ, ਕਿ ਉੱਥੇ 20 ਸਾਲ ਲੱਗਣਗੇ, 30 ਸਾਲ ਲੱਗ ਜਾਣੇ, ਬੰਦੇ ਮਰ ਜਾਂਦੇ ਕਈ। ਉੱਥੇ ਇਨਸਾਫ ਮਿਲੇ ਨਾ ਮਿਲੇ ਇਹ ਵੀ ਕੋਈ ਗਾਰੰਟੀ ਨਹੀਂ ਹੈ। ਕੋਈ ਫੈਕਟਸ ਨਹੀਂ ਪਹੁੰਚੇ, ਸਬੂਤ ਨਹੀਂ ਪਹੁੰਚੇ, ਉੱਥੇ ਗਵਾਹ ਨਹੀਂ ਪਹੁੰਚੇ, ਤਾਂ ਜੱਜ ਕਿਸ ਬੇਸ ਦੇ ਉੱਤੇ ਫੈਸਲਾ ਦੇਣਗੇ? ਕਤਲ ਕੀਤਿਆਂ ਦਾ ਕਰ ਲਓ। ਹਾਂ, ਹੁਣੇ ਜੇ ਜਲੰਧਰ ਦੇ ਇੱਕ ਕੇਸ ਹੈਗਾ ਜਿਹਦੇ 'ਚ ਕੋਈ ਆਫੀਸਰ ਸੀਗਾ, ਉਹਦੇ ਬੇਟੇ ਨੂੰ ਚਾਕੂ ਮਾਰ ਕੇ ਮਾਰਤਾ। ਚਾਕੂ ਮਾਰਨ ਤੋਂ ਬਾਅਦ ਉਹਨਾਂ ਨੇ ਕੇਸ ਦਾਇਰ ਕੀਤਾ, ਸਭ ਕੁਝ ਕੀਤਾ। ਜਦੋਂ ਕੇਸ ਜੁਡੀਸ਼ਰੀ 'ਚ ਗਿਆ, ਸਭ ਕੁਝ ਕਿਹਾ, ਉਹ ਬੰਦੇ ਬਰੀ ਹੋ ਕੇ ਘਰ ਆ ਗਏ। ਦੇਖ ਲਓ ਕਿਉਂ? ਕਿਉਂਕਿ ਉੱਥੇ ਮੌਕੇ ਦਾ ਗਵਾਹ ਨਹੀਂ ਮਿਲਿਆ। ਰੀਸੈਂਟ ਹੁਣ ਦੀ ਖਬਰ ਹੈ ਇਹ ਹੈਗਾ। ਇਹ ਸਾਰੇ ਹੁਣ ਮਾਮਲੇ ਜਿਹੜੇ ਫੇਕ ਕੇਸਿਸ ਨੇ ਜਾਂ ਜਿਹੜੇ ਨਜਿੱਠੇ ਜਾ ਸਕਦੇ ਨੇ, ਉਹ ਨਜਿੱਠੇ ਜਾਣ ਤਾਂ ਕਿ ਜੁਡੀਸ਼ਰੀ ਦੇ ਉੱਤੇ ਬੋਝ ਨਾ ਪਵੇ ਔਰ ਕੰਮ ਸਮੂਥਲੀ ਚੱਲੇ। ਅੱਗੇ ਆਪਾਂ ਚੱਲਦੇ ਹਾਂ ਜੀ। ਅਗਲੀ ਜੋ ਹੈ ਬੜੀ ਇੰਟਰਸਟਿੰਗ ਨਿਊਜ਼ ਹੈ। ਉਹ ਤੋਂ ਪਹਿਲਾਂ ਥੋੜੀ ਜਿਹੀ ਗੱਲ ਆਪਾਂ ਕਹਿੰਦੇ ਹਾਂ ਸ਼ਾਪਿੰਗ ਮਾਲ। ਇੰਟਰਸਟਿੰਗ ਜੀ, ਵੈਸੇ ਦਿਲਚਸਪ ਜਿਹੜੀਆਂ ਖਬਰਾਂ ਨੇ ਹੁੰਦੇ ਤਾਂ ਕਿ ਲੋਕਾਂ ਨੂੰ ਇੰਟਰਸਟ ਵੀ ਬਣਿਆ ਰਹੇ ਤੇ ਇਨਫੋਰਮੇਸ਼ਨ ਵੀ ਮਿਲੇ। ਇੰਟਰਸਟਿੰਗ ਗੱਲ ਕੀ ਹੈ ਕਿ ਇੱਕ ਸ਼ਾਪਿੰਗ ਮਾਲ ਦੇ ਵਿੱਚ ਨਾ ਇੱਕ ਕਾਫੀ ਲੋਕਾਂ ਦੇ ਵਿੱਚ ਇੱਕ ਭਾਈ ਸਾਹਿਬ ਸੀ, ਆਪਣੀ ਵਾਈਫ ਦੇ ਨਾਲ ਨਿੱਕਾ ਜਿਹਾ ਬੱਚਾ, ਉਹਨੇ ਖੇਡ ਦੇ ਵਿੱਚ ਨਾ 1 ਰੁਪਏ ਦਾ ਸਿੱਕਾ ਗਲੇ 'ਚ ਫਸਾ ਲਿਆ। ਹੁਣ ਸਭ ਨੂੰ ਫਿਕਰ ਪੈ ਗਈ, ਪਰ ਕੋਈ ਕੀ ਕਰੇ, ਕਿਸੇ ਨੂੰ ਕੁਝ ਸਮਝ ਨਹੀਂ ਆ ਰਹੀ। ਇੱਕ ਬਜ਼ੁਰਗ ਸੀਗੇ ਉੱਥੇ, ਉਹਨਾਂ ਨੇ ਉਹ ਬੱਚੇ ਨੂੰ ਚੁੱਕ ਕੇ ਨਾ ਉਹਦੇ ਗਲੇ ਦੀ ਮਾਲਿਸ਼ ਕਰਕੇ, ਪੁੱਠਾ ਸਿੱਧਾ ਕਰਕੇ, ਥਪਕੀਆਂ ਦੇ ਕੇ 1 ਰੁਪਏ ਦਾ ਸਿੱਕਾ ਕੱਢ ਦਿੱਤਾ। ਹੁਣ ਬੱਚਾ ਬਿਲਕੁਲ ਠੀਕ, ਆਪਣੇ ਮੰਮੀ ਪਾਪਾ ਦੀ ਗੋਦੀ 'ਚ ਰਾਜੀ ਹੋ ਗਿਆ। ਲੋਕਾਂ ਨੂੰ ਕਿਉਰਿਓਸਿਟੀ ਹੁੰਦੀ ਹੈ, ਕਹਿੰਦੇ ਅੰਕਲ ਤੁਸੀਂ ਡਾਕਟਰ ਹੋ? ਕਹਿੰਦੇ ਨਹੀਂ, ਮੈਂ ਡਾਕਟਰ ਨਹੀਂ ਆ, ਮੈਂ ਇਨਕਮ ਟੈਕਸ ਡਿਪਾਰਟਮੈਂਟ ਤੋਂ ਆ। ਪੈਸੇ ਜਿੱਥੇ ਮਰਜ਼ੀ ਫਸੇ ਹੋਣ ਅਸੀਂ ਕੱਢ ਲੈਂਦੇ, ਕਿਹੜੀ ਨੁਕਰੇ ਪੈਸੇ ਫਸੇ ਆ। ਸੋ ਹੁਣ ਇਹ ਡਾਕਟਰ ਨਹੀਂ, ਸਾਡਾ ਪ੍ਰੋਫੈਸ਼ਨ ਹੈ। ਪ੍ਰੋਫੈਸ਼ਨ ਹੈ। ਉਹਨੇ ਪ੍ਰੋਫੈਸ਼ਨ ਵਾਲਿਆਂ ਨੇ ਪੰਜਾਬ ਵਿੱਚ ਜਿਹੜੇ ਟੈਕਸ ਚੋਰੀ ਕਰਦੇ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ। ਆਪਰੇਸ਼ਨ ਸ਼ੁਰੂ ਹੋ ਗਿਆ ਹੈ ਤੇ ਨਾਲ ਹੀ ਡਰ ਫੈਲ ਗਿਆ। ਜਿਹੜੇ ਪੰਜਾਬ ਸਰਕਾਰ ਦੇ ਅਫਸਰ ਨੇ ਉਹਨਾਂ 'ਚ ਡਰ ਫੈਲ ਗਿਆ। ਇਹ ਡਰਨ ਦਾ ਕੀ ਕਾਰਨ ਹੈ? ਵੈਸੇ ਮੈਨੂੰ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰੋ। ਡਰਨ ਦਾ ਕਾਰਨ ਇਹ ਹੈ ਕਿ ਜਦੋਂ ਉਹਨਾਂ ਦਾ ਹਮਾਇਤ ਕਰਨੀ ਹੈ, ਜਦੋਂ ਹਮਾਇਤ ਕਰ ਰਹੇ ਆ, ਜਿਹੜਾ ਪੈਸਾ ਜਾਂ ਜਿਹੜਾ ਟੈਕਸ ਚੋਰੀ ਕੀਤਾ, ਜਿੱਦਾਂ GST ਹੈ, GST ਜਿੱਦਾਂ ਕੋਈ ਮਕਾਨ ਬਣਾ ਰਿਹਾ, ਉਹਦੇ 'ਚ ਉਹਨਾਂ ਨੇ ਲੱਕੜ ਲਈ ਹੈ। ਲੱਕੜ ਲੈਣ ਗਏ, ਜਦੋਂ ਉਹ ਲੱਕੜ ਵਾਲੇ ਆਰੇ 'ਤੇ ਗਿਆ ਜਿੱਥੇ ਲੱਕੜਾਂ ਦਾ ਲੱਗਿਆ ਦੁਕਾਨ, ਉੱਥੇ ਗਏ, ਉਹਨਾਂ ਨੇ ਕਿਹਾ ਵੀ ਅਸੀਂ ਚੁਗਾਠਾਂ ਲਾਉਣੀਆਂ ਅਤੇ ਆਹ ਲੱਕੜ ਚਾਹੀਦੀ ਹੈ, ਸਾਨੂੰ ਸਾਗਵਾਨ ਦੀ ਲੱਕੜ ਚਾਹੀਦੀ ਆ, ਆਹ ਲੱਕੜ ਦਿਖਾਉਂਦੇ ਹੋ। ਦੇਖੇ ਜਦੋਂ ਬਿੱਲ ਬਣਦਾ, ਉਹ ਆਂਦਾ ਵੀ ਦੇਖ ਲਓ ਭਲੇ ਮਾਨਸੋ, ਜਿਹੜਾ ਤੁਹਾਡਾ ਮੈਂ ਬਿੱਲ ਬਣਾ ਰਿਹਾ ਤੇ GST ਇੰਨੀ ਆ, ਆਹ ਤੁਹਾਡਾ ਦਾ ਮਾਲ ਦਾ ਪੈਸਾ ਵਾ ਅਤੇ ਸਾਰਾ ਬਿੱਲ ਇੰਨਾ ਬਣਦਾ। ਉਹ ਅੱਗਿਓਂ ਕਹਿੰਦਾ ਜਿਹੜਾ ਖਰੀਦ ਰਿਹਾ ਆਂਦਾ ਜੀ ਇਹਦੇ 'ਚ ਹੁਣ ਤੁਸੀਂ ਘੱਟ ਕਿੱਦਾਂ ਕਰੋਗੇ? ਆਂਦਾ ਘੱਟ ਕਰਨ ਦਾ ਇੱਕੋ ਹੀ ਹੈਗਾ ਮੈਥਡ, GST ਨਹੀਂ ਦੇਵਾਂਗੇ ਵਿੱਚ, ਮੈਂ ਤੁਹਾਨੂੰ ਬਿੱਲ ਵੀ ਨਹੀਂ ਦਿੰਦਾ, ਤੁਸੀਂ ਲੰਮਸਮ ਪੈਸਾ ਉੱਦਾਂ ਦੇ ਦਿਓ, ਜਾਂ ਜੇ ਅੱਗੇ ਤੁਹਾਡਾ ਲੱਕੜ ਫੜੀ ਜਾਣੀ ਆ ਉਹਦਾ ਮੈਂ ਬਿੱਲ ਬਣਾ ਦੇਣਾ। ਉਹ ਆਂਦਾ ਉਹਦੇ 'ਚ ਮੇਰਾ ਵੀ ਫਾਇਦਾ, ਮੈਨੂੰ GST ਦੇਣੀ ਪੈਣੀ ਹੈ, ਤੁਹਾਡੇ ਤੇ ਫਾਇਦਾ, ਤੁਹਾਡੇ ਬਿੱਲ 'ਚ ਚੱਲ ਜਾਣਾ। ਉਹ ਗਿਆ ਕੰਮ। ਹੁਣ ਉਹਦੇ ਵਿੱਚ ਕੌਣ ਫੜਨਗੇ ਜਾ ਕੇ? ਜਦੋਂ ਅੱਗੇ ਜਦੋਂ ਗੱਡਾ ਜਾ ਰਿਹਾ ਜਾਂ ਉਹਨਾਂ ਦਾ ਲੱਕੜ ਜਾ ਰਹੀ ਹੈ, ਉੱਥੇ ਵੇਖਣਗੇ। ਉਹਨਾਂ ਨੇ ਵੇਖਿਆ ਵੀ ਇਹਦੇ 'ਚ ਕੋਈ ਹੈ ਨਹੀਂ, ਉੱਥੇ ਫੜਿਆ ਜਾ ਸਕਦਾ, ਉੱਥੇ ਦੋਵੇਂ ਤਰ੍ਹਾਂ ਫੜੀਆਂ ਜਾ ਸਕਦੀਆਂ। ਜੇ ਉੱਥੋਂ ਲਾਪਰਵਾਹੀ ਨਾਲ ਨਿਕਲ ਕੇ ਤਾਂ ਕਿਸੇ ਨੇ ਨਹੀਂ ਫੜਨਾ, ਉਹਦਾ ਘਰ ਚਲ ਗਿਆ, ਮਕਾਨ ਬਣ ਗਿਆ। ਹੁਣ ਇੱਥੇ ਤੁਸੀਂ ਦੱਸੋ, ਭਗਵੰਤ ਮਾਨ ਸਾਹਿਬ ਨੇ ਇੱਕ ਨੰਬਰ ਜਾਰੀ ਕੀਤਾ ਸੀ ਕਿ ਉੱਥੇ ਵੀਡੀਓ ਬਣਾ ਕੇ ਮੈਨੂੰ ਭੇਜੋ ਜਿੱਥੇ ਜਿੱਥੇ ਕਰਪਸ਼ਨ ਹੁੰਦੀ ਹੈ। ਜਿਹੜੀ ਹੈਲਪਲਾਈਨ ਭੇਜੀ, ਹੈਲਪਲਾਈਨ, ਮੈਂ ਉੱਥੇ ਉਹਨਾਂ ਨੂੰ ਨਜਿੱਠ ਲਵਾਂਗਾ, ਮੈਂ ਸਿੱਧੇ ਕਰ ਦਾਂਗਾ। ਹੁਣ ਉਹ ਵੀ ਮਿਲ ਗਏ ਨਾਲ, ਉਹ ਵੀ ਮਿਲ ਗਏ ਨਾਲ, ਬਿੱਲ ਵੀ ਜਾਲੀ ਬਣ ਗਏ, ਸਭ ਕੁਝ ਜਾਲੀ ਹੋ ਗਿਆ। ਹੁਣ ਵੀਡੀਓ ਕੌਣ ਬਣਾਏਗਾ ਉੱਤੇ ਪੋਸਟ ਕਰਨ ਵਾਸਤੇ? ਪਰ ਇਹ ਕਰਪਸ਼ਨ ਤੋਂ ਵੱਖਰੀ ਗੱਲ ਹੈ। ਕਰਪਸ਼ਨ ਤੋਂ ਗੱਲ ਹੈ ਕਿ ਜਿੱਦਾਂ ਇੱਕ SHO ਕਹਿ ਰਿਹਾ ਕਿ ਤੇਰੇ ਤੇ ਕੇਸ ਕੀਤਾ ਮੈਂ, ਤੇਰੇ ਤੇ ਜਿਹੜਾ ਡਰੱਗ ਦਾ ਮਾਮਲਾ, ਤੇਰੇ ਤੇ ਕੇਸ ਕਰਨ ਤੋਂ ਬਾਅਦ ਮੈਂ ਹੁਣ FIR ਲੌਜ ਜਿਹੜੀ ਕਰ ਰਿਹਾ, ਇਹਦੇ 'ਚ ਤੈਨੂੰ ਇਸ ਧਾਰਾ ਤੋਂ ਇੱਧਰ ਕਰ ਦਿੰਦਾ, ਤੂੰ ਹੁਣ 10,000 ਰੁਪਇਆ ਫੜ ਲਿਆ, ਹੈ ਨਾ। ਉਹ 10 ਰੁਪਏ ਫੜਿਆ ਜਦੋਂ ਦਿੰਦਾ ਵਾ ਤਾਂ ਉਹਦੇ 'ਤੇ ਉਹ ਵੀਡੀਓ ਬਣਾ ਕੇ ਅਤੇ ਵਿਜੀਲੈਂਸ ਨੂੰ ਦੇ ਦਿੰਦਾ। ਇਹ 'ਚ ਵੀ ਵਿਜੀਲੈਂਸ ਫੜਦੀ ਹੈ, ਇਹਦੇ 'ਚ ਫੜੀ ਆ ਵਿਜੀਲੈਂਸ ਨੇ, ਉਹਦੇ 'ਚ ਉਹ ਬੰਦੇ ਬਕੇ ਆ
ਤੁਸੀਂ ਇਹ ਕਿਹਾ ਵੀ ਕਿਉਂ ਫੜੇ ਗਿਆ ਕੀ ਹੈਗਾ, ਉਹ ਬਕੇ ਕਿ ਸਾਡੇ ਕੋਲ ਫਲਾਣੇ ਅਫਸਰ ਨੇ ਸਾਨੂੰ ਕਿਹਾ ਸੀਗਾ, ਸਾਨੂੰ ਫਲਾਣੇ IPS ਅਫਸਰ ਨੇ ਕਿਹਾ ਸੀਗਾ। ਹੁਣ ਉਹ ਜਿਹੜੇ ਵੱਡੇ ਸ਼ਾਹੂਕਾਰ ਆ ਉਹ 'ਚ ਨਿੱਕੇ ਮੋਟੇ ਨਹੀਂ ਗਏ ਕਿ ਜਿਹੜਾ ਛੋਟੇ ਮੋਟੇ ਮਕਾਨ ਬਣਾ ਰਿਹਾ, 4 ਮਰਲੇ 'ਚ ਬਣਾ ਰਿਹਾ, 10 ਮਰਲੇ 'ਚ ਬਣਾ ਰਿਹਾ, ਉਹ ਨਹੀਂ ਗਏ। ਉਹਦੇ 'ਚ ਲੋਹਾ ਖਰੀਦਣ ਵਾਲੇ ਦੂਜੇ ਵੱਡੇ ਬੰਦੇ ਹੈ ਨਾ, ਵਾਨੀ ਤੋਂ ਤਾਂ ਵੱਡੇ ਕਾਰਪੋਰੇਟ ਉਹਨਾਂ ਲੋਕਾਂ ਦੇ ਬੰਦੇ ਜਿਹੜੇ ਇੱਥੇ ਪੰਜਾਬ 'ਚ ਘੁੰਮ ਰਹੇ ਆ, ਉਹਨਾਂ ਬੰਦਿਆਂ ਦੀ ਗੱਲ ਆ। ਅਤੇ ਉਹਨਾਂ ਦੀ ਜਿਹੜੀ ਗੱਲ ਕੌਣ ਪੂਰੀ ਕਰ ਰਿਹਾ? ਅਫਸਰਸ਼ਾਹੀ ਪੰਜਾਬ ਦੀ। ਹੁਣ ਉਹਨਾਂ ਨੂੰ ਆਪਣਾ ਡਰ ਹੋ ਗਿਆ ਕਿ ਯਾਰ ਮੇਰਾ ਨਾਂ ਨਾ ਲਾ ਦਿਓ। ਉਹ ਅਰੈਸਟ ਕੀਤੇ ਆ, ਫੜੇ ਵੀ ਗਏ, ਕਈ ਬੰਦੇ ਫੜੇ ਉਹਨਾਂ ਨੇ, ਉਹ ਜਿਹੜੇ ਟੈਕਸ ਚੋਰ ਹੈਗੇ ਆ। ਪਰ ਟੈਕਸ ਚੋਰ ਤੇ ਕੋਈ ਬਹੁਤਾ ਵੱਡਾ ਸੰਗੀਨ ਮਾਮਲਾ ਨਹੀਂ, ਇਹਨੂੰ ਗਿਣਦੇ ਸਾਰਾ ਕੁਝ ਨਹੀਂ ਹੈਗਾ। ਪਰ ਇਹਦਾ ਘਾਟਾ ਤਾਂ ਗੌਰਮੈਂਟ ਨੂੰ ਪੈ ਰਿਹਾ, ਸੈਂਟਰ ਨੂੰ ਤੇ ਇਹਨੂੰ ਸਟੇਟ ਨੂੰ। ਔਰ ਇਹਦੇ ਤੇ ਇਹ ਬਹਿਸਬਾਜ਼ੀ ਹੋਈ ਆ ਕਿ ਅਫਸਰਾਂ ਨੂੰ ਕਿਸੇ ਨੇ ਹੱਥ ਪਾਉਣਾ ਹੀ ਨਹੀਂ। ਗੱਲ ਇਹ ਹੈ ਨਾ, ਇੱਕ ਇਕਨੋਮਿਕਸ ਦੇ ਵਿੱਚ ਇੱਕ ਕਹਾਵਤ ਹੈ ਕਿ ਜਿਵੇਂ ਨਦੀ ਦੇ ਵਿੱਚ ਮੱਛੀਆਂ ਨੇ, ਉਹ ਮੱਛੀਆਂ ਨਦੀ 'ਚ ਹੀ ਰਹਿੰਦੀਆਂ ਨੇ, ਉਹ ਕਿਸ ਵੇਲੇ ਪਾਣੀ ਪੀ ਲੈਂਦੀਆਂ ਨੇ ਕਿਸੇ ਨੂੰ ਪਤਾ ਨਹੀਂ ਲੱਗਦਾ, ਕਿਉਂਕਿ ਪਾਣੀ ਦੇ ਵਿੱਚ ਉਸੇ ਤਰ੍ਹਾਂ ਜਿਹੜੇ ਅਫਸਰ ਨੇ ਉਹ ਵੀ ਨਦੀ ਦੇ ਵਿੱਚ ਹੀ ਨੇ, ਸਰਕਾਰੀ ਪੈਸੇ ਦੀ ਨਦੀ ਹੈ, ਕਿਸ ਵੇਲੇ ਵਿੱਚੋਂ ਚੁਲੀ ਭਰ ਕੇ ਪੀ ਲੈਂਦੇ ਨੇ, ਕਿਸੇ ਨੂੰ ਪਤਾ ਨਹੀਂ ਲੱਗਦਾ। ਖੰਡ ਵਾਲੀ ਬੋਰੀ ਪਈ ਆ ਤੇ ਨੇੜੇ ਚੂਹਾ ਫਿਰਦਾ ਹੈ ਨਾ, ਜਦੋਂ ਘਰ ਦੇ ਸੌਂ ਜਾਂਦੇ ਤਾਂ ਬੋਰੀ ਦੇ ਅੰਦਰ ਵੜ ਜਾਂਦਾ ਤੇ ਰਾਤ ਨੂੰ ਰੱਜ ਕੇ ਖਾਂਦਾ, ਸਵੇਰੇ ਫੇਰ ਨਿਕਲ ਜਾਂਦਾ। ਫਿਰ ਉਹਨੂੰ ਕੌਣ ਫੜਦਾ? ਫੜਦੀ ਕਿਤੇ ਆ ਕੇ ਕਿਤੇ ਬਿੱਲੀ ਆ, ਜਦੋਂ ਬਿੱਲੀ ਨੇ ਫੜਨਾ, ਬਿੱਲੀ ਵੀ ਸੁੱਤੀ ਹੈ, ਜਦੋਂ ਕਰਚ ਕਰਦਾ ਖਾਂਦਾ ਉਦੋਂ ਆਵਾਜ਼ ਆਉਂਦੀ ਆ। ਇਹ ਹੁਣ ਬਿੱਲੀ ਜਿਹੜੀ ਹੈਗੀ ਆ ਉਹਨਾਂ ਨੂੰ ਫੜਨ ਵਾਲੀ, ਉਹ ਤਾਂ ਵਿਜੀਲੈਂਸ ਹੈ। ਹੁਣ ਉਹਨਾਂ ਨੂੰ ਜੇ ਉਹ ਵੀ ਸੌਂ ਗਏ ਤੇ ਫੜਨਾ ਕਹਿੰਦੇ ਹੈਗਾ, ਫਿਰ ਉਹ ਬੋਰੀ ਦੀ ਬੋਰੀ ਖਾ ਜੂਗਾ ਪੂਰੀ ਦੀ ਪੂਰੀ, ਹੋਰ ਚੂਹੇ ਵੀ ਲਿਆਊਗਾ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਕਹਿੰਦੇ ਨੇ ਨਾ ਕਿ ਜੇ ਅਨਾਜ ਦਾ ਗੋਦਾਮ ਭਰਿਆ ਹੋਇਆ ਹੈ ਤੇ ਜੇ ਉਹਦੇ ਚੂਹੇ ਛੱਡ ਦਿੱਤੇ ਜਾਣ ਤਾਂ ਫਿਰ ਉਹ ਭਰਿਆ ਨਹੀਂ ਰਹਿੰਦਾ, ਖਾਲੀ ਹੋ ਜਾਂਦਾ। ਸੋ ਇਹ ਹੁਣ ਇਹ ਵਿਜੀਲੈਂਸ ਵਾਲੇ ਨੇ ਜਾਂ ਜੋ ਵੀ ਏਜੰਸੀਜ਼ ਨੇ ਕਿੱਦਾਂ ਫੜ ਰਹੀਆਂ ਨੇ ਇਹ ਤੇ ਪਤਾ ਨਹੀਂ। ਪਰ ਇੱਕ ਕਹਾਵਤ ਬੜੀ ਮਸ਼ਹੂਰ ਹੈ, ਰਿਸ਼ਵਤ ਲੈਂਦਾ ਫੜਿਆ ਗਿਆ ਤੇ ਰਿਸ਼ਵਤ ਦੇ ਕੇ ਬਾਹਰ ਆ ਗਿਆ। ਸੋ ਇਹ ਕਹਾਵਤ ਜਿਹੜੀ ਹੈ, ਉਹ ਕਹਿੰਦੇ ਵੀ ਜਿਹੜਾ ਫੜਿਆ ਗਿਆ ਉਹ ਚੋਰ ਹੈ, ਜਿਹੜਾ ਨਹੀਂ ਫੜਿਆ ਗਿਆ ਸਾਧ ਆ, ਬਸ ਉਹ ਤਾਂ ਹੈ। ਚਲੋ ਦੇਖੋ ਕੀ ਬਣਦਾ ਹੈ, ਚੋਰ ਤਾਂ ਉਹੀ ਹੈ ਨਾ, ਦਾ ਕੀ ਹਾਲ ਹੋਏਗਾ। ਪਰ ਅਫਸਰ ਜਿਹੜੇ ਨੇ ਉਹ ਡਰਦੇ ਪਏ ਨੇ। ਚਲੋ ਉਹਨਾਂ ਨੇ ਵੀ ਸਾਡੇ ਤੇ ਗੱਜ ਨਾ ਡਿੱਗੇ, ਸਾਡੇ ਤੇ ਆ ਕੇ ਇਹ ਸਾਰਾ ਮਸਲਾ ਸਾਡੇ ਤੇ ਨਾਲ। ਚਲੋ ਜੀ ਅੱਗੇ ਵਧੀਏ। ਜ਼ਰੂਰ। ਹਰਿਆਣਾ ਸਰਕਾਰ ਵੱਲੋਂ ਇੱਕ ਨਵੀਂ ਹੁਣ ਗੱਲ ਹੋ ਰਹੀ ਹੈ। ਉਹ ਕੀ? ਨਵੀਆਂ ਗੱਲਾਂ ਹੁੰਦੀਆਂ। ਵਾਹ, ਹਰਿਆਣਾ ਵਾਲੇ ਤੇ ਨਵੀਂ ਗੱਲ ਹੀ ਲੱਭਦੇ ਕੋਈ। ਕਹਿੰਦੇ ਨੇ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਨਾ, ਖੋਜੀ ਬੰਦੇ ਨੇ, ਬੜੀ ਖੋਜ ਕਰਦੇ ਨੇ। ਕਹਿੰਦੇ ਜਿਹੜੀ ਨਹੀਂ ਹਰਿਆਣਾ ਵਾਲੇ ਨਹੀਂ, ਜਿਹੜੇ ਹਰਿਆਣੇ ਦੀ ਵਜ਼ਾਰਤ ਵਿੱਚ ਬੈਠੇ ਨੇ, ਸਿਰ ਦੇ ਉੱਤੇ BJP ਹੈ ਨਾ, ਤੇ ਆਪ ਵੀ BJP ਵਾਲੇ ਨੇ, ਇਸ ਕਰਕੇ ਹੌਸਲੇ ਵਧੇ ਹੋਏ ਨੇ, ਛਾਤਾ ਵੱਡਾ ਨਾ। ਯੈਸ। ਹੁਣ ਉਹ ਕਹਿੰਦੇ ਨੇ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਜੀ ਚੰਡੀਗੜ੍ਹ ਦੇ ਵਿੱਚ, ਉਹਦੇ ਵਿੱਚੋਂ 50% ਹਿੱਸਾ ਸਾਡਾ ਹੋਣਾ ਚਾਹੀਦਾ। ਅੱਛਾ, ਹੁਣ ਇਹ ਨਵੀਂ ਗੱਲ ਹੈ। ਇਹ ਦੇਖੋ, ਇਹਦਾ ਤਾਂ ਮਸਲਾ ਅੱਗੇ ਹੱਲ ਨਹੀਂ ਹੋਇਆ, ਅੱਗੇ ਰੌਲਾ ਪਿਆ, ਕਿਉਂਕਿ ਇਹਦੇ ਵਿੱਚ ਸਟੂਡੈਂਟਸ ਜਿਹੜੇ ਉਹਨਾਂ ਨੇ ਬੜੀ ਵੱਡੀ ਸਟ੍ਰਾਈਕ ਕੀਤੀ, ਪ੍ਰੋਫੈਸਰਾਂ ਨੇ ਵੀ ਕੀਤੀ, ਔਰ ਉੱਥੋਂ ਦੇ ਜਿੰਨੇ ਵੀ ਉਸ ਦੇ ਨਾਲ ਲੱਗਦੇ ਇਲਾਕੇ ਦੇ ਲੋਕ ਉਹਨਾਂ ਨੇ ਵੀ ਗੁੱਸਾ ਮਨਾਇਆ। ਔਰ ਉਹਦੇ ਲਈ ਪੂਰਾ ਪੰਜਾਬ ਇੱਕ ਲਾਈਨ 'ਤੇ ਖੜ ਗਿਆ। ਵਿਰੋਧੀ ਪਾਰਟੀਆਂ ਨੇ ਵੀ ਕਿਹਾ ਕਿ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਨਹੀਂ ਹੋਣਾ ਚਾਹੀਦਾ। ਉਹ ਤਾਂ ਜੇ ਟੋਆ ਨਹੀਂ ਪੂਰਾ ਗਿਆ, ਉਹ ਖੱਪਾ ਉਸੇ ਤਰ੍ਹਾਂ ਦਾ ਹੈਗਾ, ਕਿਉਂਕਿ ਉਹ 'ਚ ਅਮਿਤ ਸ਼ਾਹ ਜੀ ਆਪ ਬੋਲ ਗਏ ਸੀ ਉਸ ਟਾਈਮ 'ਤੇ ਕਿ ਇਹ ਪੰਜਾਬ ਦਾ ਇਹਦਾ ਕੇਂਦਰੀਕਰਨ ਹੋਏਗਾ ਔਰ ਇਹਨੂੰ ਕੇਂਦਰ ਦੇ ਹਵਾਲੇ ਕੀਤਾ ਜਾਊਗਾ। ਜਦੋਂ ਕਿ ਅਜੇ ਵੀ 95% ਤੋਂ ਉੱਤੇ ਦਾ ਹਿੱਸਾ ਸੈਂਟਰ ਦਾ ਹੈਗਾ, ਬਾਕੀ ਬਚਦਾ ਜਿਹੜਾ 5 ਜਾਂ 7% ਆ ਉਹ ਫਾਈਨੈਂਸ਼ੀਅਲੀ ਤੌਰ 'ਤੇ ਪੰਜਾਬ ਗੌਰਮੈਂਟ ਦਾ ਹੈਗਾ। ਪੰਜਾਬ ਗੌਰਮੈਂਟ ਉਹਦੇ 'ਚ ਹੈ, ਉਹਦੇ 'ਚ ਕੋਈ ਵੀ ਹਿੱਸੇਦਾਰੀ ਹਰਿਆਣਾ ਦੇ ਨਹੀਂ ਹੈਗੀ। ਪਰ ਆ ਨਵੀਂ ਗੱਲ ਜਿਹੜੀ ਇਹ ਸੁਣੀ ਹੈ, ਉਹਨਾਂ ਨੇ ਇਹ ਪ੍ਰਸਤਾਵ ਪਾਸ ਕਰ ਲਿਆ ਆਪਣੀ ਵਿਧਾਨ ਸਭਾ 'ਚ। ਉਹ 'ਚ ਮਨੋਹਰ ਲਾਲ ਜੀ ਨੇ ਕਹਿ ਦਿੱਤਾ ਕਿ ਸਾਡਾ ਹਿੱਸਾ ਬਣਦਾ, ਜਦੋਂ ਕਿ ਪੂਰੇ ਹਿੰਦੁਸਤਾਨ ਦਾ 15% ਹੈ, ਉੱਥੋਂ ਦੇ ਸਟੂਡੈਂਟ 15% ਆ ਸਕਦੇ ਆ। ਬਾਕੀ ਜਿਹੜਾ ਬਚਦਾ ਹਿੱਸਾ, ਬਾਕੀ ਸਟੂਡੈਂਟ ਜਿਹੜੇ ਆ ਸਾਡੇ ਪੰਜਾਬ ਗੌਰਮੈਂਟ ਦੇ ਸਟੂਡੈਂਟ ਉੱਥੇ ਸਟੂਡੈਂਟ ਦੇ ਤੌਰ 'ਤੇ ਡਿਗਰੀਆਂ ਲੈ ਸਕਦੇ ਆ, ਪੜ੍ਹ ਸਕਦੇ ਆ। ਪਰ ਇਹਨਾਂ ਨੇ ਨਵਾਂ ਸ਼ਗੂਫਾ ਛੱਡਿਆ ਕਿ ਸਾਨੂੰ ਇਹਦਾ 50% ਦਿਓ। ਇਹ ਇਸ ਕਰਕੇ ਕਿ ਜਦੋਂ ਹਾਈ ਕੋਰਟ ਦਾ ਉਹਨਾਂ ਨੇ ਕਹਿਤਾ ਕਿ ਸਾਡੀ ਹਾਈ ਕੋਰਟ ਅੱਧੀ ਆ, ਸਾਡਾ ਵਿਧਾਨ ਸਭਾ ਅੱਧੀ ਆ, ਹੈ ਨਾ, ਸਾਡਾ ਚੰਡੀਗੜ੍ਹ ਹੀ ਸਾਰਾ ਅੱਧਾ ਵਾ, ਅਤੇ ਪੰਜਾਬ ਦਾ ਕੀ ਰਹਿ ਗਿਆ। ਉਦੋਂ ਬਾਅਦ ਇਹਨਾਂ ਨੇ ਆਪਣਾ ਉੱਤੇ ਹੱਕ ਜਮਾ ਲਿਆ ਔਰ ਇਹਨਾਂ ਨੇ ਕਹਿਤਾ ਕਿ ਸੈਂਟਰ ਨੂੰ ਇਹ ਮੰਨਣਾ ਚਾਹੀਦਾ। ਦੂਜੀ ਗੱਲ ਤੁਸੀਂ ਜਿਹੜੀ ਕਹਿ ਚੁੱਕੇ ਜੇ ਕਿ ਛਤਰਛਾਇਆ ਉਹਨਾਂ ਦੀ ਹੈਗੀ, ਉਹ ਮੰਨ ਵੀ ਸਕਦੇ ਆ। ਜਦੋਂ ਤੱਕ ਇਹ ਮੰਨ ਕੇ ਜੇ ਅੱਧੀ ਵੰਡੀ ਗਈ 50% ਹੋ ਗਿਆ, ਅਤੇ ਫਿਰ ਇਹ ਪੰਜਾਬ ਫਿਰ ਲੰਗੜਾ ਹੋ ਗਿਆ, ਕਿਉਂਕਿ ਯੂਨੀਵਰਸਿਟੀ ਬਹੁਤ ਪੁਰਾਣੀ ਹੈ ਔਰ ਇਹ ਅਨਡਿਵਾਈਡਡ ਪੰਜਾਬ ਤੋਂ ਪਹਿਲਾਂ ਦੀ ਯੂਨੀਵਰਸਿਟੀ ਇਸਟੈਬਲਿਸ਼ ਹੈ ਔਰ ਬਹੁਤ ਸਟੂਡੈਂਟ ਇੱਥੋਂ IPS IAS ਬਹੁਤ ਕੁਝ ਪੜ੍ਹ ਕੇ ਲਾਹੌਰ ਤੋਂ ਸ਼ਿਫਟ ਹੋ ਕੇ ਆਈ। ਉਹ ਯੂਨੀਵਰਸਿਟੀ ਹੈ ਔਰ ਇਹਦੀ ਮੈਨੇਜਮੈਂਟ ਇਹਦੀ ਪੰਜਾਬ ਗੌਰਮੈਂਟ ਕੋਲ ਸੀਗੀ। ਤਨਖਾਹ ਭਾਵੇਂ ਉਹ ਦੇ ਰਹੀ ਹੈ, ਉਸ ਬਾਕੀ ਯੂਨੀਵਰਸਿਟੀਆਂ ਨੂੰ ਵੀ ਇੱਦਾਂ ਕਰ ਰਹੀ ਹੈ। ਗੁਰੂ ਨਾਨਕ ਯੂਨੀਵਰਸਿਟੀ ਦਾ ਵੀ ਇਹੀ ਹੈ, ਪੰਜਾਬੀ ਯੂਨੀਵਰਸਿਟੀ ਦਾ ਵੀ ਇਹੀ ਹੈ। ਇਸੇ ਹਿਸਾਬ ਨਾਲ ਹੀ ਤਨਖਾਹ ਉਹਨਾਂ ਨੂੰ ਗੌਰਮੈਂਟ ਸੈਂਟਰ ਤੋਂ ਆ ਰਹੀ ਹੈ। ਇਸੇ ਤਰ੍ਹਾਂ ਗੌਰਮੈਂਟ ਏਡਡ ਕਾਲਜ ਵੀ ਹੈ, ਉਹਨਾਂ ਦੇ ਵਿੱਚ ਤਨਖਾਹਾਂ ਉੱਥੋਂ ਆ ਰਹੀਆਂ, ਇਹ ਕਰ ਰਹੀ ਹੈ। ਮੈਨੇਜਮੈਂਟ ਉਹਦੀ ਸਾਰੀ ਪੰਜਾਬ ਗੌਰਮੈਂਟ ਕਰ ਰਹੀ ਹੈ। ਪਰ ਹੁਣ ਇਹਦਾ ਸਾਰਾ ਜਿਹੜੇ ਇਹਦੇ ਅੰਡਰ ਜਿਹੜੇ ਕਾਲਜ ਆ
ਉਹ ਵੀ ਵਿਚਾਰੇ ਉਸ ਤਰੀਕੇ ਨਾਲ ਵੰਡੇ ਜਾਣਗੇ, ਕਿਉਂਕਿ ਉਹ ਇਸ ਵੇਲੇ ਸਾਰੇ ਪੰਜਾਬ ਦੇ ਵਿੱਚ ਹੀ ਆ ਜਿਹੜੇ ਇਹਨਾਂ ਨਾਲ ਅਫੀਲੀਏਟਡ ਕਾਲਜ ਆ, ਕੁਝ B.Ed ਦੇ ਕਾਲਜ ਆ, M.Ed ਦੇ ਕਾਲਜ ਵੀ ਆ, ਐਜੂਕੇਸ਼ਨ ਨਾਲ ਰਿਲੇਟਡ ਵੀ ਹੈਗੇ ਆ। ਉਹ ਹੁਣ ਕਾਲਜ ਵੀ ਵੰਡੇ ਜਾਣਗੇ, ਯੂਨੀਵਰਸਿਟੀ ਵੀ ਵੰਡੀ ਜਾਊਗੀ। ਇਹ ਹੁਣ ਨਵਾਂ ਫੈਸਲਾ ਦੇਖੋ ਕੀ ਹੋ ਗਿਆ ਕਿ ਚੰਡੀਗੜ੍ਹ ਦੇ ਵਿੱਚ ਇੰਨਾ ਕੁਛ ਸਾਰੀ ਅੱਗ ਲੱਗੀ ਪਈ ਹੈ ਕਿ ਆਹ ਪਾਸੇ ਵੰਡਿਆ ਜਾਣਾ, ਚੰਡੀਗੜ੍ਹ ਨਹੀਂ ਰਹਿਣਾ ਪੰਜਾਬ ਕੋ। ਹੁਣ ਤੋਂ ਨਹੀਂਗਾ, ਜਦੋਂ ਆਪਾਂ ਨਿੱਕੇ ਨਿੱਕੇ ਸੀ ਉਦੋਂ ਤੋਂ ਹੀ ਮੁੱਦਾ ਹੋ ਗਿਆ। ਪੰਡਿਤ ਜਵਾਹਰ ਲਾਲ ਨਹਿਰੂ ਤੋਂ, ਪ੍ਰਤਾਪ ਸਿੰਘ ਕੈਰੋਂ ਤੋਂ, ਜਦੋਂ ਕੈਰੋਂ ਸਾਹਿਬ ਸੀ ਜਦੋਂ ਚੰਡੀਗੜ੍ਹ ਬਣਿਆ, ਉਦੋਂ ਤੋਂ ਲੈ ਕੇ ਹੁਣ ਤੱਕ ਇਹ ਚੱਲਦਾ ਰਿਹਾ ਮਸਲਾ। ਇਹਨੂੰ ਕਿਸੇ ਪਾਸੇ ਲੱਗਣ ਨਹੀਂ ਦਿੱਤਾ ਤੇ ਨਾ ਇਹਨਾਂ ਲੱਗਣ ਦੇਣਾ। ਇਹਦੇ ਤੇ ਕੋਈ ਨਾ ਮੈਂ ਛੇੜੀ ਰੱਖੋ। ਕਈ ਵਾਰ ਤਾਂ ਮੇਰਾ ਮਨ ਕਰਦਾ ਮੈਂ ਸਵੇਰੇ ਉੱਠ ਕੇ ਨਾ ਇਹਨਾਂ ਦੀ ਜਿਹੜੀ ਸੋਚ ਹੈ ਨਾ ਉਹਨੂੰ ਨਮਸਕਾਰ ਕਰਿਆ ਕਰਾਂ, ਉਹਨੂੰ ਪੈਰੀ ਪਿਆ ਕਰਾਂ ਵੀ ਕਮਾਲ ਦੀ ਸੋਚ ਹੈ ਤੁਹਾਡੀ। ਚੈਨ ਨਾਲ ਨਾ ਬੈਠਣ ਦਈਓ, ਕੋਈ ਨਾ ਕੋਈ ਛਿੰਝ ਛੇੜੀ ਰੱਖੀਓ, ਕੋਈ ਨਾ ਕੋਈ, ਨਾ ਸਟੂਡੈਂਟਸ ਨੂੰ ਪੜ੍ਹਨ ਦਈਓ, ਨਾ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਚੈਨ ਨਾਲ ਰਹਿਣ ਦਈਓ। ਮਤਲਬ ਕੁਝ ਨਾ ਕੁਝ ਸ਼ਗੂਫਾ ਛੱਡੀ ਰੱਖਿਓ, ਆ ਨਹੀਂ ਤੇ ਉਹ ਨਹੀਂ ਤੇ ਆ, ਇਹਦੇ ਵਿੱਚੋਂ ਨਿਕਲਣਾ ਕੀ ਹੈ? ਇਹ ਰਾਤ ਨੂੰ ਸੋਚਦੇ ਤੇ ਇਹੀ ਹੈ ਨਾ ਕਿ ਅੱਗੇ ਕਿਹੜਾ ਇਸ ਤਰ੍ਹਾਂ ਦਾ ਮੁੱਦਾ ਜਾਂ ਇਸ਼ੂ ਅੱਗੇ ਲਿਆਉਣਾ ਜਿਹੜਾ ਲੋਕਾਂ ਨੂੰ ਤੰਗ ਕਰੇ, ਲੋਕਾਂ ਨੂੰ ਮਾਨਸਿਕ ਤੌਰ 'ਤੇ ਸੌਣਾ ਦੇ ਪਰੇਸ਼ਾਨ ਕਰੇ। ਇਹ ਹੁਣ ਇਹ ਨਹੀਂ ਚਾਹੁੰਦੇ ਕਿ ਕਿੰਨੀ ਕੁ ਤਰੱਕੀ ਕਰਨੀ ਹੈ, ਕਿੰਨੀ ਕੁ ਪ੍ਰਗਤੀ ਕਰਨੀ ਹੈ, ਕਿੰਨਾ ਕੁ ਵਿਕਾਸ ਕਰਨਾ, ਉਹ ਕੋਈ ਨਹੀਂ ਲੈਣਾ। ਉਹ ਤਾਂ ਸਿਰਫ ਸੋਚਦੇ ਆ ਤਾਂ ਅੰਗਰੇਜ਼ ਸੋਚਦੇ ਆ, ਉਹ ਸੋਚਦੇ ਆ ਤਾਂ ਬਾਹਰਲੇ ਕੰਟਰੀਆਂ ਦੇ ਜਿਹੜੀਆਂ ਡਿਵੈਲਪ ਕੰਟਰੀਆਂ ਉਹ ਹੀ ਸੋਚਦੇ ਆ। ਤਦੇ ਤਾਂ ਟਰੰਪ ਨੇ ਕਹਿਤਾ ਕਿ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਇਹ ਗੱਲ ਹੋ ਸਕਦੀ ਹੈ, ਉੱਥੇ ਇਹ ਗੱਲ ਵਾਪਰ ਸਕਦੀ ਹੈ। ਪਰ ਜਿਹੜੇ ਅਸੀਂ ਤਾਂ ਕਰ ਚੁੱਕੇ ਹਾਂ ਸਾਰਾ ਕੁਝ, ਅਸੀਂ ਤਾਂ ਸਿਖਰਾਂ 'ਤੇ ਬੈਠੇ ਹਾਂ। ਸਾਡੇ ਦੇਸ਼ ਦੇ ਲੋਕਾਂ ਦੀ ਸੋਚ ਉੱਥੇ ਨਹੀਂ ਹੋਣੀ ਚਾਹੀਦੀ, ਪਰ ਉੱਥੇ ਵੀ ਇੱਦਾਂ ਦੀ ਚੁਆਂਤੀ ਲੱਗ ਜਾਂਦੀ, ਉੱਥੇ ਵੀ ਬੜਾ ਕੁਝ ਹੋ ਜਾਂਦਾ। ਅੱਗ ਤਾਂ ਹਰ ਜਗ੍ਹਾ ਬਲਣੀ ਆ, ਕਿਉਂਕਿ ਹਿਊਮਨ ਸਾਈਕੀ ਇਹ ਕਹਿੰਦੀ ਹੈ ਕਿ ਚੁਆਂਤੀ ਛੱਡੋ, ਛੇੜੋ ਤੇ ਭੰਬੂਕੇ ਬਾਲੋ ਤੇ ਅੱਗ ਬਾਲ ਕੇ ਤੇ ਲੋਕਾਂ ਨੂੰ ਸਾੜੋ ਤੇ ਲੋਕ ਹਾਏ ਕਰਨ। ਉਹ ਗੱਲ ਹੈ। ਇਹ ਇੱਕ ਗੱਲ ਤੁਸੀਂ ਜਿਹੜੀ ਕਹੀ ਹੈ ਨਾ ਕਿ ਇਹ ਦੇਸ਼ ਦੀ ਤਰੱਕੀ ਬਾਰੇ ਨਹੀਂ ਸੋਚਦੇ, ਦੇਸ਼ ਦੇ ਵਿਕਾਸ ਬਾਰੇ ਨਹੀਂ ਸੋਚਦੇ, ਇਹ ਤੁਸੀਂ ਗਲਤ ਕਿਹਾ। ਜ਼ਰੂਰ ਸੋਚਦੇ ਨੇ ਵੀ ਕਿੱਦਾਂ ਪ੍ਰਾਈਵੇਟ ਕਰਨਾ ਹਰ ਚੀਜ਼ ਨੂੰ, ਕਿਹੜੀ ਚੀਜ਼ ਵੇਚ ਦੇਣੀ ਹੈ। ਵਿਕਾਸ ਉੱਪਰੋਂ ਵਿਕਾਸ ਨਹੀਂ ਕਰਦੇ, ਫਿਰ ਥੱਲੇੋਂ ਕਰਦੇ ਨਾ ਵੀ ਇਹਦੀਆਂ ਜੜ੍ਹਾਂ ਤੋਂ ਕਰੋ ਵਿਕਾਸ। ਕਾਰਪੋਰੇਟਸ ਨੂੰ ਕਿਹੜੇ ਸਰਕਾਰੀ ਇਦਾਰੇ ਵੇਚਣੇ ਨੇ, ਅੱਜ ਸਵੇਰੇ ਉੱਠੇ ਆ, ਅੱਜ ਸਵੇਰੇ ਕੀ ਵੇਚਣਾ ਹੈ, ਕਿੱਥੋਂ ਨਫਾ ਲੈਣਾ ਤੇ ਖਜ਼ਾਨੇ 'ਚ ਪਾਉਣਾ, ਇਹ ਵਿਕਾਸ ਹੀ ਸੋਚਦੇ ਪਏ। ਉਹਨਾਂ ਦਾ ਇਹ ਮਸਲਾ ਹੈਗਾ ਕਿ ਯੂਨੀਵਰਸਿਟੀ ਹੈਗੀਆਂ, ਇਹਨਾਂ 'ਤੇ ਪੜ੍ਹ ਜਾਣੇ ਲੋਕ, ਸਿਆਣੇ ਹੋ ਜਾਣੇ ਆ, ਡਿਗਰੀਆਂ ਯਾਫਤਾ ਹੋ ਜਾਣੇ, ਇਹਨਾਂ ਨੂੰ ਤਾਂ ਅਕਲ ਆ ਜਾਣੀ ਤੇ ਇਹਨਾਂ ਨੂੰ ਅਕਲ ਤੋਂ ਦੂਰ ਹੀ ਰਹਿਣ ਦਿਓ। ਤੇ ਸਾਡੇ ਨਾਲ ਭਿੜਨ ਉੱਦਾਂ ਜਿੱਦਾਂ ਆ ਕੇ ਨਾ ਝੋਟੇ ਭਿੜਦੇ ਆ ਕੇ ਢੁੱਡਾਂ ਮਾਰਦੇ ਆ ਤੇ ਕੰਧਾਂ ਤੋੜਦੇ, ਉਹ ਕੰਮ ਪਹੁੰਚਾਉਂਦੇ ਬਸ। ਚਲੋ ਹੁਣ ਆਪਾਂ ਚੱਲੀਏ। ਜ਼ਰੂਰ, ਬਿਲਕੁਲ। ਸਮਾਂ ਕਿਹੜੇ ਵੇਲੇ ਗੱਲਾਂ ਕਿੰਨੀਆਂ ਅੱਛੀਆਂ ਹੋ ਗਈਆਂ, ਕਿੰਨਾ ਕੁਛ ਹੋਇਆ। ਉਹਦੇ ਵਿੱਚ ਅਸੀਂ ਅਮਰੀਕਾ ਤੋਂ ਸ਼ੁਰੂ ਹੋ ਕੇ ਪੰਜਾਬ ਦੀ ਧਰਤੀ 'ਤੇ ਆਏ, ਹਰਿਆਣਾ 'ਚ ਵੀ ਆ ਗਏ, ਔਰ ਅਗਲੀ ਵਾਰ ਅਸੀਂ ਨਾਲ ਦੇ ਪ੍ਰਦੇਸ਼ਾਂ ਦੀ ਵੀ ਗੱਲ ਕਰਾਂਗੇ, ਹਿਮਾਚਲ ਦੀ ਗੱਲ ਕਰਾਂਗੇ, ਨੇਪਾਲ ਦੀ ਗੱਲ ਕਰਾਂਗੇ। ਬਿਲਕੁਲ। ਔਰ ਸਾਡੇ ਦਰਸ਼ਕ ਸਾਨੂੰ ਆਪਣੇ ਵਿਚਾਰ ਜ਼ਰੂਰ ਇਨਬਾਕਸ ਕਰਨ ਤਾਂ ਕਿ ਸਾਨੂੰ ਪਤਾ ਲੱਗੇ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਬਾਰੇ ਕੀ ਵਿਚਾਰ ਰੱਖਦੇ ਹੋ। ਤੇ ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।